वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਤ ਜਿਨ ਕਰੀ ਜੀਵਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਸਤਬੀਰ ਸਿੰਘ। ਪੰਨਾ ਨੰਬਰ 39। ਭਾਗ ਚੌਥਾ। ਵਸੇਬਾ। ਬਾਬਾ ਬਕਾਲਾ। ਗੁਰੂ ਹਰ ਰਾਏ ਜੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਸਨ। ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਦਾ ਨਾਂ ਧੀਰਮਲ ਜੀ ਸੀ। ਬਾਬਾ ਗੁਰਦਿੱਤਾ ਜੀ ਦੇ ਗੁਜਰਨ ਉਪਰੰਤ ਧੀਰਮਲ ਇਸ ਕੋਸ਼ਿਸ਼ ਵਿੱਚ ਰੁੱਝ ਗਿਆ ਕਿ ਉਹ ਗੱਦੀ ਦਾ ਵਾਰਿਸ ਬਣੇ। ਗੁਰੂ ਹਰਗੋਬਿੰਦ ਜੀ ਨੇ ਧੀਰਮਲ ਨੂੰ ਚਾਲਾਂ ਖੇਡਦੇ ਗੋਂਦਾ ਗੁੰਦਦੇ ਦੇਖ ਆਖ ਵੀ ਦਿੱਤਾ ਸੀ, ਧੀਰਮਲ ਪ੍ਰਿਥੀ ਚੰਦ ਦਾ ਅਵਤਾਰ ਹੈ। ਬਾਬਾ ਬੁੱਢਾ ਜੀ ਨੇ ਉਸ ਦੇ ਜਨਮ ਤੇ ਹੀ ਕਹਿ ਦਿੱਤਾ ਸੀ ਕਿ ਤਾਇਆ ਜੀ ਫਿਰ ਮੁੜ ਕੇ ਆ ਗਏ ਹਨ। ਧੀਰਮਲ ਨੂੰ ਬਹੁਤੀ ਆਸ ਤਾਂ ਵੱਜੀ ਸੀ ਕਿ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਸ ਪਾਸੇ ਹੈ। ਗੁਰੂ ਹਰਗੋਬਿੰਦ ਜੀ ਨੇ ਨਿਰਣਾ ਲੈ ਲਿਆ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰ ਰਾਏ ਜੀ ਨੂੰ ਸੌਂਪੀ ਜਾਏ। ਗੁਰੂ ਹਰ ਰਾਏ ਜੀ ਦੀ ਆਜੂ ਬੇਸ਼ੱਕ ਉਸ ਸਮੇਂ ਕੇਵਲ 14 ਸਾਲ ਸੀ, ਪਰ ਉਹਨਾਂ ਨੇ ਹੁਕਮ ਮੰਨਣ, ਸੇਵਾ ਨਿਭਾਉਣ, ਸਿਮਰਨ ਵਿੱਚ ਜੁੜਨ ਦੀ ਹੱਦ ਦੱਸ ਦਿੱਤੀ ਸੀ। ਨਾਲ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਹ ਗੁਰੂ ਗੱਦੀ ਕੋਈ ਵਿਰਾਸਤ ਨਹੀਂ ਸੀ। ਗੁਰੂ ਘਰ ਦੀ ਚਾਲ ਬੜੀ ਨਿਰਾਲੀ ਸੀ। ਇੱਕ ਵਾਰੀ ਬਾਬਾ ਸੂਰਜਮਲ, ਜੋ ਹਰਗੋਬਿੰਦ ਜੀ ਦੇ ਛੋਟੇ ਬੱਚੇ ਸਨ, ਨੇ ਹੱਕ ਜਤਾਉਣਾ ਚਾਹਿਆ ਤਾਂ ਛੇਵੇਂ ਪਾਤਸ਼ਾਹ ਨੇ ਫਰਮਾਇਆ ਸੀ, ਕਿਸੇ ਨੂੰ ਕਹਿਣ ਕਹਾਉਣ ਤੇ ਹੱਕ ਜਤਾਉਣ ਦੀ ਲੋੜ ਨਹੀਂ ਹੈ। ਗੁਰੂ ਹਰਗੋਬਿੰਦ ਜੀ ਦੇਖ ਰਹੇ ਸਨ ਕਿ ਗੁਰੂ ਹਰ ਰਾਏ ਜੀ ਐਸੇ ਸਨ ਜੋ ਜ਼ਿੰਮੇਵਾਰੀ ਸੰਭਾਲ ਸਕਣਗੇ। ਜਿਵੇਂ ਗੁਰੂ ਹਰ ਰਾਏ ਜੀ ਜਾਮਾ ਸੰਭਾਲ ਤੁਰਦੇ ਸਨ ਅਤੇ ਸੇਵਾ ਵਿੱਚ ਜੁਟੇ ਰਹਿੰਦੇ ਸਨ, ਉਸ ਤੋਂ ਇਹ ਸਪਸ਼ਟ ਹੋ ਰਿਹਾ ਸੀ ਕਿ ਉਹ ਹੀ ਇਸ ਪੰਥ ਨੂੰ ਉਠਾਉਣ ਯੋਗ ਹਨ। ਸਹਿ ਟਿਕਾ ਦਿਤੋਸ ਜੀਵਦੇ ਦੀ ਪਰਪਾਟੀ ਨੂੰ ਅੱਗੇ ਤੋਰਦੇ ਹੋਏ ਭਰੀ ਸੰਗਤ ਵਿੱਚ 5 ਪੈਸੇ ਨਾਰੀਅਲ ਪੋਥੀ ਰੱਖ ਕੇ ਮੱਥਾ ਟੇਕਿਆ, ਪ੍ਰਦਖਣਾ ਕੀਤੀ ਅਤੇ ਸਭ ਸੰਗਤਾਂ ਨੇ ਸਿਰ ਝੁਕਾਇਆ। ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਨੇ ਗੁਰਗੱਦੀ ਤੇ ਬਿਠਾਉਣ ਦੀ ਮਰਿਆਦਾ ਨਿਭਾਈ। ਗੁਰੂ ਹਰਗੋਬਿੰਦ ਜੀ ਨੇ ਫਰਮਾਇਆ, ਪੁੰਨ ਸਭ ਕੋ ਗੁਰ ਕਹੀ ਸੁਨਾਈ, ਮਮ ਸਭ ਅਬ ਜਾਨੋ ਹਰ ਰਾਏ। ਮੇਰੇ ਸਮਾਨ ਹੀ ਗੁਰੂ ਹਰ ਰਾਏ ਨੂੰ ਜਾਣਨਾ, ਸਵਾ ਪਹਿਰ ਰਾਤ ਰਹਿੰਦੇ ਜਾਗਣਾ, ਉੱਠ ਕੇ ਇਸ਼ਨਾਨ ਕਰਨਾ, ਜਪਜੀ ਦਾ ਪਾਠ ਕਰਨਾ। ਜਪ ਜੀ ਹੀ ਗੁਰੂ ਮੰਤਰ ਹੈ। ਗੁਰੂ ਹਰ ਰਾਏ ਜੀ ਨੇ ਪੁੱਛਿਆ ਕਿ ਸ਼ਾਹਜਹਾਂ ਨਾਲ ਕੈਸੀ ਨੀਤੀ ਅਪਣਾਉਣੀ ਹੈ, ਤਾਂ ਆਪ ਜੀ ਨੇ ਕਿਹਾ, ਸਿੱਖ ਘਰ ਦਾ ਕਿਸੇ ਨਾਲ ਵੈਰ ਨਹੀਂ। ਕੋਈ ਵੀ ਦਿਲ ਵਿੱਚ ਵਿਰੋਧ ਰੱਖ ਕੇ ਤੁਹਾਡੇ ਤੇ ਚੜ੍ਹਾਈ ਕਰੇਗਾ, ਉਸ ਨੂੰ ਕਦੇ ਸਫਲਤਾ ਨਹੀਂ ਮਿਲੇਗੀ। 2200 ਸਵਾਰ ਸਦਾ ਆਪਣੇ ਨਾਲ ਰੱਖਣੇ। ਬਾਬਾ ਸੂਰਜਮਲ ਨੇ ਵੀ ਗੁਰੂ ਹੁਕਮਾਂ ਅੱਗੇ ਸਿਰ ਨਿਵਾਇਆ ਅਤੇ ਪੂਰਾ ਸਿੱਖ ਹੋਵਾਂ ਦੀ ਅਸੀਸ ਮੰਗੀ। ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬਕਾਲਾ ਜਾਣ ਦਾ ਹੁਕਮ। ਗੁਰੂ ਤੇਗ ਬਹਾਦਰ ਜੀ ਨੇ ਗੁਰੂ ਹਰ ਰਾਏ ਜੀ ਨੂੰ ਮੱਥਾ ਟੇਕਿਆ ਅਤੇ ਆਗਿਆ ਵਿੱਚ ਟੁਰਦੇ ਰਹੇ। ਮਾਤਾ ਨਾਨਕੀ ਜੀ ਨੇ ਗੁਰਪਤੀ ਕੋਲੋਂ ਜ਼ਰੂਰ ਪੁੱਛਿਆ ਕਿ ਤੁਸਾਂ ਹੁਕਮ ਕੀਤਾ ਸੀ ਕਿ ਤੇਰੇ ਗ੍ਰਹਿ ਗੁਰਿਆਈ ਆਵੇਗੀ, ਪਰ ਇਹ ਤਾਂ ਤੁਸੀਂ ਗੁਰੂ ਹਰ ਰਾਏ ਜੀ ਨੂੰ ਦੇ ਦਿੱਤੀ ਹੈ। ਗੁਰੂ ਬਿਲਾਸ ਪਾਤਸ਼ਾਹੀ 6ਵੀਂ ਦੇ ਸ਼ਬਦ ਅਨੁਸਾਰ, ਸ਼੍ਰੀ ਗੁਰ ਕਹਿ ਤੁਮ ਚਿਤ ਤਜ ਸਮਾ ਪਾਏ ਤੁਮ ਆਏ, ਤੁਮ ਸੁਤ ਨੰਦਨ ਅਮਿਤ ਬਲ ਸਭ ਜਗ ਕਰੇ ਸਹਾਏ। ਚਿੰਤਾ ਦੀ ਲੋੜ ਨਹੀਂ, ਸਮੇਂ ਅਨੁਸਾਰ ਉਹਨਾਂ ਨੂੰ ਵੀ ਮਿਲ ਜਾਏਗੀ। ਉਸ ਸਮੇਂ ਕੇਵਲ ਪੋਥੀ, ਕਟਾਰ ਅਤੇ ਰੁਮਾਲ ਬਖਸ਼ਿਆ ਤੇ ਫਰਮਾਇਆ ਕਿ ਹੁਣ ਬਾਬਾ ਬਕਾਲੇ ਚਲੇ ਜਾਓ। ਠੀਕ ਸ਼ਬਦ ਸਨ। ਅਬ ਮਾਨੋ ਮਮ ਬਾਈ ਜਾਏ ਬਕਾਲੇ ਤੁਮ ਰਹੋ, ਤਹਿ ਤਾਂ ਬਸ ਤੁਮ ਜਾਏ ਸਤ ਗੁਰਿਆਈ ਤੋ ਹੀ ਹੋਏ। ਸੋ ਮਾਤਾ ਨਾਨਕੀ, ਮਾਤਾ ਗੁਜਰੀ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਕਿਰਤਪੁਰ ਛੱਡ ਬਾਬਾ ਬਕਾਲਾ ਜਾਣ ਦਾ ਨਿਰਣਾ ਲੈ ਲਿਆ। ਗੁਰਗੱਦੀ ਦੀ ਜ਼ਿੰਮੇਵਾਰੀ ਬਖਸ਼ ਗੁਰੂ ਹਰਗੋਬਿੰਦ ਜੀ ਬਹੁਤਾ ਚਿਰ ਕੀਰਤਨ ਸੁਣਨ ਵਿੱਚ ਹੀ ਜੁਟੇ ਰਹਿੰਦੇ। ਦੀਵਾਨ ਵੀ ਸਤਲੁਜ ਦੇ ਕਿਨਾਰੇ ਲਗਾਉਂਦੇ, ਰੱਬ ਦੇ ਖੋਜੀ ਅਤੇ ਢੰਡਾਊ ਪੁੱਜਦੇ ਅਤੇ ਰਾਹ ਪਾਉਂਦੇ। ਜਦ ਮੋਰੀ ਜੀ ਦੇ ਬੇਟੇ ਆਨੰਦ ਜੀ ਕਰਤਾਰਪੁਰ ਦਰਸ਼ਨਾਂ ਨੂੰ ਆਏ ਤਾਂ ਆਪ ਜੀ ਨੇ ਅੱਗੇ ਹੋ ਕੇ ਉਹਨਾਂ ਦੀ ਪਾਲਕੀ ਇੱਕ ਪਾਸੇ ਚੁੱਕ ਲਈ। ਨਿਮਰਤਾ ਦੇ ਪੂਰਨੇ ਪਾ ਰਹੇ ਸਨ, ਧਰਮ ਦਾ ਰਾਹ ਬਣਾ ਰਹੇ ਸਨ। ਜਿਸ ਪੀਰ ਭਰਾ ਕੈਵਾਨੀ ਦਾ ਜ਼ਿਕਰ ਮੋਹਸਨ ਫਾਨੀ ਨੇ ਕੀਤਾ ਹੈ, ਉਹ ਵੀ ਉਹਨਾਂ ਦਿਨਾਂ ਵਿੱਚ ਕੀਰਤਪੁਰ ਆਇਆ ਸੀ। ਪੀਰ ਕੈਵਾਨੀ ਦੇ ਵਾਪਸ ਮੁੜਨ ਦੇ 1 ਹਫ਼ਤੇ ਬਾਅਦ ਗੁਰੂ ਹਰਗੋਬਿੰਦ ਜੀ ਜੋਤੀ ਜੋਤ ਸਮਾ ਗਏ ਸਨ। ਅੰਤਿਮ ਸਮਾਂ ਨੇੜੇ ਜਾਣ ਨਿੱਤ ਸੰਗਤਾਂ ਨੂੰ ਇਹ ਹੀ ਉਪਦੇਸ਼ ਦਿੰਦੇ ਕਿ ਸਾਡੇ ਘਰ ਕੋਈ ਰੋਣਾ ਨਾ ਕਰਨਾ, ਸਿਰਫ ਵਾਹਿਗੁਰੂ ਤੇ ਭਰੋਸਾ ਰੱਖਣਾ। ਜੋ ਗੁਰੂ ਦਾ ਹੁਕਮ ਮੰਨਦਾ ਹੈ, ਗੁਰੂ ਨੂੰ ਉਹ ਹੀ ਪਿਆਰਾ ਹੈ। ਗੁਰੂ ਦੇ ਸ਼ਬਦ ਨਾਲ ਪਿਆਰ ਹੀ ਸਹੀ ਪਿਆਰ ਹੈ। ਗੁਰੂ ਬਿਲਾਸ ਪਾਤਸ਼ਾਹੀ 6ਵੀਂ ਨੇ ਸੋਹਣਾ ਲਿਖਿਆ ਹੈ ਕਿ ਅੰਤਿਮ ਸਮੇਂ ਦੇ ਮਹਾਰਾਜ ਦੇ ਫਰਮਾਨ ਸਨ, ਮਮ ਆਇਸ ਤੁਮ ਰੁਦਨ ਨ ਕੀਜੇ, ਕੀਰਤਨ ਨਾਮ ਵਿਖੇ ਮਨ ਦੀਜੇ, ਗੁਰ ਸਿੱਖਣ ਕੀ ਸੇਵਾ ਕਰਿਓ, ਏਕ ਟੇਕ ਗੁਰੂ ਨਾਨਕ ਧਰਿਓ। ਦੀਵਾਨ ਵਿੱਚ ਕੀਰਤਨ ਹੋ ਰਿਹਾ ਸੀ। ਗੁਰੂ ਹਰਗੋਬਿੰਦ ਜੀ ਨੇ ਇੱਕ ਥੰਮ ਦੀ ਟੇਕ ਲਈ। ਜਦ ਗੁਰੂ
हर राय जी ने अगाह होके डिठा तां सूरज किरण मिल चुकी सी। 3 मार्च 1644 ईस्वी ਨੂੰ ਆਪ ਜੀ ਜੋਤੀ ਜੋਤ ਸਮਾਏ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਵੇਲੇ ਆਕਾਸ਼ ਦਾ ਰੰਗ ਗੁਲਾਬ ਵਰਗਾ ਲਾਲ ਹੋ ਗਿਆ ਸੀ ਅਤੇ ਮਿੱਠੀ ਮਿੱਠੀ ਗਾਵਨ ਦੀ ਆਵਾਜ਼ ਸੁਣੀਂਦੀ ਸੀ। ਠੰਡੀ ਅਤੇ ਖੁਸ਼ਬੂਦਾਰ ਪਵਨ ਵਗਣ ਲੱਗ ਪਈ ਸੀ। ਸਤਲੁਜ ਦੇ ਕਿਨਾਰੇ ਹੀ ਅੰਗੀਠਾ ਬਣਾਇਆ ਗਿਆ। ਵਿਮਾਨ ਨੂੰ ਇੱਕ ਪਾਸਿਓਂ ਭਾਈ ਰੂਪ ਚੰਦ ਅਤੇ ਭਾਨਾ ਜੀ ਮੋਢਾ ਦੇ ਰਹੇ ਸਨ ਅਤੇ ਦੂਜੇ ਪਾਸੇ ਭਾਈ ਜੋਧਮਲ ਅਤੇ ਸੂਰਜਮਲ ਮੋਢਿਆਂ ਤੇ ਚੁੱਕੀ ਲਈ ਜਾ ਰਹੇ ਸਨ। ਅੱਗ ਦੇ ਭਾਂਬੜ ਰਤਾ ਖੂ ਉੱਚੇ ਹੋਏ ਤਾਂ ਸਭ ਦੇ ਦੇਖਦਿਆਂ ਦੇਖਦਿਆਂ ਰਾਜਾ ਰਾਮ ਨਾਮ ਦੇ ਰਾਜਪੂਤ ਨੇ, ਜੋ ਗੁਰੂ ਹਰਗੋਬਿੰਦ ਜੀ ਦਾ ਅਤ ਨਿਕਟ ਵਰਦੀ ਸੀ, ਅੱਗ ਵਿੱਚ ਛਾਲ ਮਾਰ ਪ੍ਰਾਣ ਤਿਆਗ ਦਿੱਤੇ। ਕਈ ਹੋਰ ਚੀਖਾਂ ਵੱਲ ਨੱਸੇ, ਪਰ ਗੁਰੂ ਹਰ ਰਾਏ ਨੇ ਸਖਤੀ ਨਾਲ ਰੋਕਿਆ। ਉਹਨਾਂ ਦੇ ਜੋਤੀ ਜੋਤ ਸਮਾਉਣ ਵੇਲੇ ਮੌਸਨ ਫਾਨੀ, ਜਿਸ ਦਾ ਅਸਲ ਨਾਂ ਮੀਆਂ ਮੁਹੰਮਦ ਅਰਦਸਤਾਨੀ ਹੈ, ਨੇ ਆਪਣੀ ਪੁਸਤਕ ਦਬਿਸਤਾਨ ਮਹਾਜਬ ਦੇ ਨਾਨਕ ਪੰਥੀਆਂ ਅਧਿਆਏ ਵਿੱਚ ਪ੍ਰਸਿੱਧ ਕਵੀ ਦੌਲਤ ਖਾਂ ਕਾਕਸਾਲ ਦੀ ਰੁਬਾਈ ਲਿਖੀ ਹੈ, ਜੋ ਪ੍ਰਗਟ ਪਈ ਕਰਦੀ ਹੈ ਕਿ ਗੁਰੂ ਹਰਗੋਬਿੰਦ ਸਭ ਜੀਆਂ ਨਾਲ ਪਿਆਰ ਕਰਦੇ ਸਨ ਅਤੇ ਲੋਕੀ ਉਹਨਾਂ ਤੋਂ ਜਾਨਵਾਰ ਆਨੰਦ ਲੈਂਦੇ ਸਨ। ਰੁਬਾਈ ਦਾ ਭਾਵ ਕੁਝ ਇਸ ਤਰ੍ਹਾਂ ਹੈ। ਮੁਰਸ਼ਿਦ ਦੇ 100 ਸੁਖਣਾ ਵਿੱਚੋਂ ਇੱਕੋ ਮੈਨੂੰ ਯਾਦ ਰਿਹਾ, ਜਗ ਵਿਰਾਨ ਨਾ ਹੋਵੇ ਜੇਕਰ ਮੈਂ ਖਾਨਾ ਆਬਾਦ ਰਿਹਾ। ਜੇਕਰ ਜਿੰਦ ਦੇ ਸਕੇ ਕੋਈ, ਦਿਲ ਕੋਈ ਲੈ ਸਕਣ ਨੂੰ, ਜਿੰਦ ਦੇਣਾ ਤੇ ਦਿਲ ਲੈ ਲੈਣਾ ਦੋਵੇਂ ਰੱਬ ਦੀ ਦਾਤ ਰਿਹਾ। ਬਕਾਲੇ ਹੀ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਨਾਨਕੀ ਜੀ ਦੇ ਪਿਤਾ ਹਰੀ ਚੰਦ ਜੀ ਅਤੇ ਮਾਤਾ ਹਰਦਈ ਜੀ ਉੱਥੇ ਹੀ ਰਹਿੰਦੇ ਸਨ। ਟਿਕਾਣਾ ਆਪ ਜੀ ਨੇ ਭਾਈ ਮੇਹਰਾ ਜੀ ਦੇ ਘਰ ਰੱਖਿਆ, ਜਿਨ੍ਹਾਂ ਗੁਰੂ ਹਰਗੋਬਿੰਦ ਜੀ ਕੋਲੋਂ ਦਾਤ ਮੰਗੀ ਸੀ ਕਿ ਉਸ ਦੇ ਨਵੇਂ ਉਸਾਰੇ ਮਕਾਨ ਚਾਰਨ ਪਾਉਣ। ਗੁਰੂ ਹਰਗੋਬਿੰਦ ਜੀ ਨੇ ਫਰਮਾਇਆ ਸੀ ਕਿ ਉਹ ਕਈ ਸਾਲ ਆਪਣੇ ਅਗਲੇ ਰੂਪ ਵਿੱਚ ਉੱਥੇ ਟਿਕਣਗੇ, ਸੋ ਉੱਥੇ ਹੀ ਟਿਕਾਣਾ ਕੀਤਾ। ਮਾਤਾ ਗੰਗਾ ਜੀ ਵੀ ਉਸ ਦੇ ਘਰ ਹੀ ਗੁਜਰੇ ਸਨ। ਮਾਤਾ ਨਾਨਕੀ ਅਤੇ ਘਰੋਂ ਮਾਤਾ ਗੁਜਰੀ ਜੀ ਨਾਲ ਹੀ ਸਨ। ਗੁਰੂ ਬਿਲਾਸ ਪਾਤਸ਼ਾਹੀ 10ਵੀਂ ਅਨੁਸਾਰ ਬਕਾਲਾ ਇੱਕ ਖੁਸ਼ਹਾਲ ਸ਼ਹਿਰ ਸੀ। ਸਰਾਵਾਂ, ਸਰਾਂ ਅਤੇ ਬੌਲੀਆਂ ਅਤੇ ਖੂਹਾਂ ਕਰਕੇ ਬੜਾ ਪ੍ਰਸਿੱਧ ਸੀ। ਗੁਰੂ ਤੇਗ ਬਹਾਦਰ ਜੀ ਅੰਮ੍ਰਿਤ ਵੇਲੇ ਉੱਠਦੇ, ਕੀਰਤਨ ਕਰਦੇ ਅਤੇ ਦਿਹਾੜੀ ਕਿਰਤਕਾਰ ਕਰਕੇ ਗੁਜ਼ਾਰਾ ਕਰਦੇ। ਕਿਸੇ ਭੇਟਾ ਨੂੰ ਸਵੀਕਾਰ ਨਾ ਕਰਦੇ। ਜੇ ਕੋਈ ਭੇਟਾ ਦਿੰਦਾ ਤਾਂ ਸਭ ਵੰਡ ਦਿੰਦੇ। ਤਵਾਰੀਖ ਗੁਰੂ ਖਾਲਸਾ ਵਿੱਚ ਲਿਖਿਆ ਹੈ ਕਿ ਬਾਕੀ ਹੋਰ ਕਈ ਸਿੱਖ ਇਹਨਾਂ ਨੂੰ ਗੁਰੂ ਕਾ ਪੁੱਤ ਸੰਤ ਰੂਪ ਸਮਝ ਕਰ ਟਹਿਲ ਕਰਦੇ, ਪਰ ਆਪ ਜੀ ਵੰਡ ਦਿੰਦੇ। ਭਾਵੇਂ ਆਪ ਜੀ ਦਾ ਨਾਂ ਤਪਾ ਕਰਕੇ ਹੀ ਪ੍ਰਸਿੱਧ ਹੋ ਗਿਆ ਸੀ, ਪਰ ਆਪ ਜੀ ਗ੍ਰਹਿਸਥੀ ਜੀਵਨ ਗੁਜ਼ਾਰ ਰਹੇ ਸਨ। ਕਦੇ ਕਦੇ ਸ਼ਿਕਾਰ ਨੂੰ ਵੀ ਜਾਂਦੇ ਸਨ। ਮਹਿਮਾ ਪ੍ਰਕਾਸ਼ ਨੇ ਸਾਖੀ ਪਹਿਲੀ ਵਿੱਚ ਲਿਖਿਆ ਹੈ, ਗੁਰੂ ਜੀ ਬਕਾਲਾ ਵਿਖੇ ਟਿਕੇ ਰਹੇ, ਬਹੁਤ ਘੱਟ ਮਿਲਦੇ ਅਤੇ ਆਤਮ ਆਨੰਦ ਵਿੱਚ ਹੀ ਰਹਿੰਦੇ। ਲੋਕੀ ਦਰਸ਼ਨਾਂ ਦੀ ਭੁੱਖ ਲੈ ਕੇ ਆਉਂਦੇ, ਪਰ ਆਪ ਜੀ ਘੱਟ ਹੀ ਕਿਸੇ ਨੂੰ ਪਾਸ ਪੁੱਜਣ ਦਿੰਦੇ। ਸ਼ਿਕਾਰ ਵੀ ਇਸ ਲਈ ਖੇਡਣ ਚਲੇ ਜਾਂਦੇ ਤਾਂ ਕਿ ਕੋਈ ਆ ਕੇ ਤੰਗ ਨਾ ਕਰੇ। ਗੁਰੂ ਤੇਗ ਬਹਾਦਰ ਜੀ ਤਹਾਂ ਬਸੇ ਰਹੇ ਗੋਪ ਅਲਿਪਤ ਆਤਮ ਰੰਗ ਰਸੇ, ਕਾਹੂ ਕੋ ਦਰਸ਼ਨ ਨਹੀਂ ਹੋਏ ਰਹੇ ਇਕਾंत ਤਹਾਂ ਪਹੁੰਚਤ ਕੋਈ। ਜਬ ਕਬ ਚੜ ਸ਼ਿਕਾਰ ਪ੍ਰਭ ਜਾਵੇ, ਨਹੀਂ ਲਹੇ ਸਮਾਂ ਕੋਊ ਦਰਸ਼ਨ ਪਾਵੇ। ਜਦ ਵੀ ਕੋਈ ਉਪਦੇਸ਼ ਮੰਗਦਾ, ਆਪ ਜੀ ਇਹ ਹੀ ਫਰਮਾਉਂਦੇ, ਘਾਲ ਖਾਏ ਕਿਛ ਹਾਥ ਦੇਈ, ਨਾਨਕ ਰਾਹ ਪਛਾਣੇ ਸਈ। ਇੱਕ ਵਾਰੀ ਇੱਕ ਨੇ ਪੁੱਛਿਆ ਕਿ ਵਾਹਿਗੁਰੂ ਦੇ ਭਗਤਾਂ ਨੂੰ ਦੁੱਖ ਕਿਉਂ ਆਉਂਦਾ ਹੈ, ਤਾਂ ਆਪ ਜੀ ਨੇ ਫਰਮਾਇਆ, ਦੁਨੀਆ ਦੀ ਅਸਲੀਅਤ ਉਸ ਦੇ ਅਸਲੇ ਦੁੱਖ ਵਿੱਚ ਜਾਏ ਬਗੈਰ ਕਿਵੇਂ ਆ ਸਕਦੀ ਹੈ। ਵਾਹਿਗੁਰੂ ਦੁੱਖ ਦੇ ਕੇ ਹੀ ਉਸ ਨੂੰ ਅਸਲੇ ਦੀ ਸੋਝੀ ਦਿੰਦਾ ਹੈ। ਭਗਤ ਦੁੱਖ ਪਾ ਖੁਸ਼ ਹੁੰਦਾ ਹੈ। ਆਪ ਜੀ ਨੂੰ ਆਤਮ ਰਸ ਵਿੱਚ ਖੇਲਦੇ ਦੇਖ ਕਈ ਜਗਿਆਸੂ ਫਿਰ ਵੀ ਆ ਜਾਂਦੇ ਸਨ। ਇੱਕ ਨੇ ਪੁੱਛਿਆ, ਭਗਤੀ ਦੇ ਕਿੰਨੇ ਪੜਾਅ ਹਨ, ਤਾਂ ਆਪ ਜੀ ਨੇ ਕਿਹਾ, ਪਹਿਲਾ ਹੈ ਹਰ ਉਸ ਵੱਲੋਂ ਚਿੱਤ ਹਟਾਉਣਾ ਜੋ ਉਸ ਵਾਹਿਗੁਰੂ ਵੱਲੋਂ ਚਿੱਤ ਹਟਾਏ। ਦੂਜਾ, ਉਸ ਵਾਹਿਗੁਰੂ ਨਾਲ ਕਿਤਨਾ ਸਨੇਹ ਕਿ ਹੋਰ ਸਭ ਕੁਝ ਭੁੱਲ ਜਾਏ। ਅਤੇ ਆਖਰੀ ਹੈ, ਉੱਠਦਿਆਂ ਬੈਠਦਿਆਂ ਚੇਤ ਅਚੇਤ ਉਸ ਦੇ ਪ੍ਰਕਾਸ਼ ਦੀ ਹੋਂਦ ਵਿੱਚ ਸਮਾਇਆ ਰਹੇ। ਜਦ ਕਿਸੇ ਨੇ ਆ ਕੇ ਵਾਹਿਗੁਰੂ ਦੀ ਸੇਵਾ ਦਾ ਭਾਵ ਪੁੱਛਿਆ, ਤਾਂ ਆਪ ਜੀ ਨੇ ਫਰਮਾਇਆ, ਜਦ ਹਿਰਦੇ ਤੋਂ ਹਿਉਮੇ ਮਿਟ ਜਾਂਦੀ ਹੈ ਅਤੇ ਹਿਉਮੇ ਰਹਿਤ ਕੀਤੀ ਕਾਰ ਹੀ ਉਸ ਪ੍ਰਭੂ ਦੀ ਸੇਵਾ ਹੈ। ਹਿਉਮੇ ਵਿੱਚ ਸੇਵਾ ਨਾ ਹੋਈ। ਤੀਜੇ ਪਾਤਸ਼ਾਹ ਦਾ ਫਰਮਾਨ ਹੈ। ਇਸ ਤਰ੍ਹਾਂ ਪ੍ਰਭੂ ਅਤੇ ਮਨੁੱਖ ਵਿੱਚ ਅੰਤਰ ਨਹੀਂ ਰਹਿੰਦਾ। ਨਾਮ ਦੀ ਮਹਿਮਾ ਬਾਰੇ ਆਪ ਜੀ ਫਰਮਾਉਂਦੇ ਸਨ ਕਿ ਨਾਨਕ ਦੇ ਘਰ ਕੇਵਲ ਨਾਮ ਹੈ। ਨਾਮ ਹੀ ਅਦ੍ਰਿਸ਼ਟ ਦਾ ਦ੍ਰਿਸ਼ਟਮਾਨ ਰੂਪ ਹੈ। ਨਾਮ ਤੋਂ ਹੀ ਸਭ ਉਤਪਤੀ ਹੋਈ ਹੈ। ਸੋ ਨਾਮ ਵਿੱਚ ਚਿੱਤ ਲਗਾਇਆ ਉਸ ਵਿੱਚ ਹੀ ਸਮਾ ਜਾਈਦਾ ਹੈ। ਸਿਮਰਨ ਉਸ ਤੱਕ ਪੁੱਜਣ ਦਾ ਸਾਧਨ ਹੈ ਅਤੇ ਨਾਮ ਉਸ ਦੀ ਹੋਂਦ ਦਾ ਪ੍ਰਗਟਾਵਾ। ਜਦ ਕਿਸੇ ਆ ਕੇ ਕਹਿਣਾ ਕਿ ਸਭ ਗੁਰ ਸੰਤਾਨਾਂ ਆਪਣੇ ਆਪਣੇ ਮਸੰਦਾਂ ਨੂੰ ਭੇਟਾਂ ਇਕੱਠੀਆਂ ਕਰਨ ਲਈ ਦੂਰ ਦਰਾਡੇ ਭੇਜਦੀਆਂ ਹਨ, ਤੁਸਾਂ ਕਿਉਂ ਨਹੀਂ ਭੇਜਦੇ?
ਤਾਂ ਕੈਸਾ ਸੁੰਦਰ ਉੱਤਰ ਗੁਰੂ ਤੇਗ ਬਹਾਦਰ ਜੀ ਦਿੰਦੇ। ਆਪ ਜੀ ਕਹਿੰਦੇ ਉਸ ਵਾਹਿਗੁਰੂ ਨੂੰ ਗਰੀਬ ਨਿਵਾਜ ਕਹਿੰਦੇ ਹਨ। ਗਰੀਬ ਹੋਵੇਗਾ ਤਾਂ ਹੀ ਉਹ ਨਿਵਾਜੇਗਾ। ਵਜ਼ੀਰ ਖਾਂ ਦੇ ਹੁੰਦਿਆਂ ਸ਼ਾਹਜਹਾਂ ਦੇ ਦਰਬਾਰ ਦੁਖੀਆਂ ਦੀ ਚਾਲ ਚੱਲਣੀ ਕਠਿਨ ਸੀ। ਸੋ ਸਮਾਂ ਸੁਖਾਵਾਂ ਗੁਜ਼ਰ ਰਿਹਾ ਸੀ। ਸ਼ਾਹਜਹਾਂ ਵੀ ਜਾਣਦਾ ਸੀ ਕਿ ਗੁਰੂ ਘਰ ਦੇ ਦਰਵਾਜ਼ੇ ਸਭ ਲਈ ਇੱਕੋ ਜਿਹੇ ਖੁੱਲ੍ਹੇ ਹਨ। ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਹਰ ਰਾਏ ਜੀ ਨਾਲ ਵੀ ਸ਼ਾਹਜਹਾਂ ਦੀਆਂ ਸਾਂਝਾਂ ਬਣੀਆਂ ਰਹੀਆਂ। ਗੁਰੂ ਹਰ ਰਾਏ ਜੀ ਪਾਸ 2200 ਸਵਾਰ ਹਰ ਵਕਤ ਤਿਆਰ ਰਹਿੰਦੇ ਸਨ, ਪਰ ਕੋਈ ਝੜਪ ਹੋਣ ਦੀ ਸੰਭਾਵਨਾ ਤੱਕ ਨਹੀਂ ਆਈ ਸੀ। ਇੱਥੋਂ ਤੱਕ ਕਿ ਜਦ ਦਾਰਾ ਬਿਮਾਰ ਹੋਇਆ ਤਾਂ ਜਿਸ ਹਰੜ ਅਤੇ ਲੌਂਗ ਨਾਲ ਉਹ ਨਰੋਆ ਹੋਇਆ, ਉਹ ਗੁਰੂ ਜੀ ਦੇ ਸ਼ਫਾਖਾਨੇ ਤੋਂ ਹੀ ਲਏ ਗਏ ਸਨ। ਦਾਰਾ ਆਪੂ ਕਿਰਤਪੁਰ ਆਇਆ ਤੇ ਧੰਨਵਾਦ ਕੀਤਾ। ਦਾਰਾ ਨੇ ਗੁਰੂ ਹਰ ਰਾਏ ਜੀ ਦੇ ਦਰਸ਼ਨ ਪਾ ਕੇ ਕਿਹਾ, ਵੈ ਫਕੀਰ ਰੱਬ ਕੀ ਜਾਤ ਬੇਪਰਵਾਹ ਜ਼ਾਹਰ ਕਰਾਮਾਤ। ਗੁਰੂ ਹਰ ਰਾਏ ਜੀ ਨੇ ਗੁਰਬਾਣੀ ਦਾ ਸਤਿਕਾਰ ਪਹਿਲਾਂ ਆਪੂ ਕਰਕੇ ਸੰਗਤਾਂ ਨੂੰ ਜਾਂਚ ਸਿਖਲਾਈ। ਜਦ ਕਿਸੇ ਪੁੱਛਿਆ ਕਿ ਮਨ ਜਾਗੇ ਕੀ ਕਿਆ ਨਿਸ਼ਾਨੀ ਹੈ ਤਾਂ ਆਪ ਜੀ ਨੇ ਫਰਮਾਇਆ ਸੀ, ਮਨ ਜਾਗੇ ਕੀ ਇਹ ਨਿਸ਼ਾਨੀ ਤਿਉਂ ਉਰ ਲਾਗੇ ਮੀਠੀ ਬਾਣੀ। ਹੱਥੀਂ ਸੇਵਾ ਤੇ ਬਹੁਤ ਜ਼ੋਰ ਦਿੰਦੇ। ਇੱਕ ਵਾਰੀ ਕਿਸੇ ਪੁੱਛਿਆ ਕਿ ਚੰਗੀ ਸੇਵਾ ਕਿਹੜੀ ਹੈ ਤਾਂ ਫਰਮਾਇਆ ਕਿ ਕਿਸੇ ਘਰ ਕੋਈ ਕੋਵੇਲੇ ਵੀ ਆ ਜਾਏ ਤਾਂ ਉਸ ਨੂੰ ਪ੍ਰਸ਼ਾਦ ਛਕਾਉਣਾ। ਚੂਕੇ ਸਮੇਂ ਅਤਿਥ ਜੋ ਆਵੇ ਕਰ ਭਾਉ ਭਗਤ ਤਿੱਥ ਤ੍ਰਿਪਤ ਪੁਗਾਵੇ। ਆਪੂ ਪਾਤਸ਼ਾਹ ਪ੍ਰਸ਼ਾਦ ਲੰਗਰ ਵਿੱਚ ਹੀ ਛਕਦੇ। ਲੰਗਰ ਮਾਹੇ ਦਿਆਲ ਗੁਰ ਛਾਜੇ। ਸੇਵਾ ਦੀ ਮਹੱਤਤਾ ਇੰਨੀ ਦ੍ਰਿੜਾ ਦਿੱਤੀ ਸੀ ਕਿ ਇੱਕ ਵਾਰੀ ਇੱਕ ਸਿੱਖ ਨੂੰ ਜਦ ਰਜਵਾਂ ਪ੍ਰਸ਼ਾਦਾ ਕਵੇਲੇ ਲੰਗਰ ਤੋਂ ਨਾ ਮਿਲਿਆ ਤਾਂ ਉਸ ਸੇਵਾ ਕਰਦੇ ਭਾਈ ਫੇਰੂ ਨੂੰ ਕਹਿ ਦਿੱਤਾ ਕਿ ਲੰਗਰ ਤੂੰ ਕਾਣਾ ਕੀਤਾ ਹੈ। ਭਾਈ ਜੀ ਨੇ ਹੱਥ ਜੋੜ ਉਸ ਨੂੰ ਕਿਹਾ ਕਿ ਉਹ ਆਪੂ ਬੇਸ਼ੱਕ ਕਾਣੇ ਹੋ ਜਾਣ, ਪਰ ਗੁਰੂ ਦੇ ਲੰਗਰ ਨੂੰ ਕਾਣਾ ਨਾ ਆਖਣ। ਪ੍ਰਚਾਰ ਹਿੱਤ ਗੁਰੂ ਹਰ ਰਾਏ ਜੀ ਮਾਲਵੇ ਵਿਚਰੇ। ਉੱਥੇ ਸਿੱਖੀ ਦੇ ਬੂਟੇ ਨੂੰ ਆਪੂ ਜਲ ਦਿੱਤਾ। ਸੰਨ 1659 ਦੇ ਅਖੀਰ ਆਪ ਜੀ ਗੁਰੂ ਅਸਥਾਨਾਂ ਦੀ ਯਾਤਰਾ ਹਿੱਤ ਖਡੂਰ ਗੋਇੰਦਵਾਲ ਸਾਹਿਬ ਆਏ। ਸ਼ਰਧਾ ਉਪਜਾਉਣ ਅਤੇ ਸਾਡੇ ਵਾਸਤੇ ਪੂਰੇ ਨੇ ਪਾਉਣ ਵਾਸਤੇ ਜਦ ਵੀ ਗੁਰੂ ਹਰ ਰਾਏ ਜੀ ਗੁਰੂ ਤੀਰਥਾਂ ਤੇ ਜਾਂਦੇ ਤਾਂ ਆਸਨ ਭੁੰਜੇ ਹੀ ਕਰਦੇ। ਭੁਮਾਸਨ ਸੈਣ ਦਿਆਲ ਤਾਹਾਂ ਕੀਆ ਮਹਿਮਾ ਪ੍ਰਕਾਸ਼ ਦੇ ਸ਼ਬਦ ਹਨ। ਉੱਥੋਂ ਗਲੋਟੀਆ ਖੁਰਦ, ਸਿਆਲਕੋਟ ਅਤੇ ਮੱਖਣ ਸ਼ਾਹ, ਅੜੂ ਰਾਮ, ਕਿਰਪਾ ਰਾਮ, ਦੱਤ ਨਾਲ, ਵੈਰੀ ਨਾਗ, ਮਾਰਤੰਡੇ ਅਤੇ ਸ਼੍ਰੀਨਗਰ ਆਏ। 19 ਮਈ 1660 ਨੂੰ ਗੁਰੂ ਹਰ ਰਾਏ ਜੀ ਸ਼੍ਰੀਨਗਰ ਸਨ। ਉੱਥੋਂ ਮੱਖਣ ਸ਼ਾਹ ਦੇ ਪਿੰਡ ਮੋਟੇ ਟਾਂਗੇ ਵੀ ਗਏ। ਗੋਇੰਦਵਾਲ ਜਾਂਦੇ ਆਪ ਜੀ ਬਕਾਲਾ ਵਿਖੇ ਆਏ। ਗੁਰੂ ਤੇਗ ਬਹਾਦਰ ਜੀ ਨੂੰ ਮਿਲੇ। ਇੰਜ ਲੱਗਦਾ ਹੈ ਕਿ ਇਸ ਮੁਲਾਕਾਤ ਦੇ ਥੋੜਾ ਹੀ ਸਮਾਂ ਬਾਅਦ ਗੁਰੂ ਤੇਗ ਬਹਾਦਰ ਜੀ ਪਹਿਲੀ ਯਾਤਰਾ ਤੇ ਗਏ ਸਨ। ਬੰਸਾਵਲੀ ਨਾਮੇ ਦੇ ਲਿਖਾਰੀ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਖੋਹਾਂ ਖਾਹੀ ਦੇਖ ਕੁਝ ਚਿਰ 1660 ਨੂੰ ਤੀਰਥਾਂ ਤੇ ਗਏ ਸਨ। ਭੱਟ ਵਹੀ ਪੂਰਬੀ ਦੱਖਣੀ ਨੇ ਵੀ ਲਿਖਿਆ ਹੈ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਆਪ ਜੀ ਇੱਕ ਵਾਰੀ ਸਭ ਤੀਰਥਾਂ ਤੇ ਗਏ ਸਨ। ਪਰ ਇਹ ਬੰਸਾਵਲੀ ਨਾਮੇ ਦਾ ਕਹਿਣਾ ਨਿਰਮੂਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਵੀ ਇਸ ਯਾਤਰਾ ਦੌਰਾਨ ਪਟਨਾ ਵਿਖੇ ਹੋਇਆ ਹੈ, ਕਿਉਂਕਿ ਹੁਕਮਨਾਮੇ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਦੇ ਜਨਮ ਸਮੇਂ ਗੁਰੂ ਤੇਗ ਬਹਾਦਰ ਜੀ ਗੁਰੂ ਸਨ। ਗੁਰੂ ਜੀ ਢਾਕੇ ਸਨ ਅਤੇ ਦਸ਼ਮੇਸ਼ ਦੇ ਜਨਮ ਦੀ ਖਬਰ ਮਿਲੀ ਸੀ। ਜਦ ਆਪ ਜੀ ਯਾਤਰਾ ਤੋਂ ਵਾਪਸ ਆਏ ਤਾਂ ਦਿੱਲੀ ਵਿਖੇ ਹੀ ਬੰਗਲਾ ਸਾਹਿਬ ਆਪ ਜੀ ਨੇ ਗੁਰੂ ਹਰਕ੍ਰਿਸ਼ਨ ਜੀ ਦੇ 21 ਮਾਰਚ 1664 ਨੂੰ ਦਰਸ਼ਨ ਕੀਤੇ ਸੀ। ਇਸ ਯਾਤਰਾ ਤੇ ਆਪ ਜੀ ਦੇ 4 ਸਾਲ ਲੱਗਦੇ ਪ੍ਰਤੀਤ ਹੁੰਦੇ ਹਨ। ਦਸੰਬਰ 1657 ਈਸਵੀ ਨੂੰ ਸ਼ਾਹਜਹਾਂ ਬਿਮਾਰ ਹੋ ਗਿਆ। ਉਸ ਦੀ ਬਿਮਾਰੀ ਨੂੰ ਨਾ ਠੀਕ ਹੋਣ ਵਾਲੀ ਸਮਝ ਕੇ ਸ਼ਾਹਜਹਾਂ ਦੇ ਪੁੱਤਰ ਦਾਰਾ, ਸੁਜਾ, ਔਰੰਗਜ਼ੇਬ ਅਤੇ ਮੁਰਾਦ ਨੇ ਆਪਣੇ ਆਪਣੇ ਹੱਕ ਜਤਾਉਣੇ ਆਰੰਭ ਕਰ ਦਿੱਤੇ। ਮੁਰਾਦ ਅਤੇ ਔਰੰਗਜ਼ੇਬ ਨੇ ਰਲ ਕੇ ਆਗਰੇ ਵੱਲ ਚੜ੍ਹਾਈ ਕੀਤੀ। ਧਰਮਕੋਟ ਅਤੇ ਸਾਮੂਗੜ੍ਹ ਦੇ ਅਸਥਾਨਾਂ ਤੇ ਦਾਰਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਉਹ ਪਰਿਵਾਰ ਨੂੰ ਨਾਲ ਲੈ ਕੇ ਜੂਨ 1658 ਨੂੰ ਪੰਜਾਬ ਵੱਲ ਭੱਜ ਉੱਠਿਆ। ਪਹਿਲਾਂ ਉਹ ਕਿਰਤਪੁਰ ਗਿਆ, ਪਰ ਗੁਰੂ ਜੀ ਨੂੰ ਉੱਥੇ ਨਾ ਪਾ ਕੇ ਗੋਇੰਦਵਾਲ 1 ਜੁਲਾਈ 1658 ਨੂੰ ਪੁੱਜਾ। ਮਹਿਮਾ ਪ੍ਰਕਾਸ਼ ਦੀ ਗਵਾਹੀ ਹੈ। ਦਰਿਆਓਂ ਉਸ ਦਾਰਾ ਸ਼ਿਕੋ ਸਤਿਗੁਰ ਸੋ ਕੀਆ ਮਿਲਾਪ, ਗੁਰ ਅੰਤਰਜਾਮੀ ਜਾਣਿਆ ਦੇਖ ਅਮਿਤ ਪ੍ਰਤਾਪ। ਦਾਰਾ ਗੁਰੂ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਅਤੇ ਮਦਦ ਮੰਗੀ। ਚੌਧਰੀ ਲੰਗਾਹ ਦੇ ਪੁੱਤਰ ਸਿਕੰਦਰ ਨੂੰ ਗੁਰੂ ਮਹਾਰਾਜ ਨੇ ਆਪਣੀ ਫੌਜ ਦੇ ਕੇ ਬਿਆਸ ਪਾਰ ਕਰਵਾਇਆ ਅਤੇ ਉਹ ਲਾਹੌਰ 2 ਜੁਲਾਈ 1658 ਨੂੰ ਪੁੱਜ ਗਿਆ। ਲਾਹੌਰ ਤੋਂ ਉਹ 18 ਅਗਸਤ ਨੂੰ ਨੱਸ ਗਿਆ ਅਤੇ ਅਗਲੇ ਦਿਨ ਲਾਹੌਰ ਤੇ ਔਰੰਗਜ਼ੇਬ ਦਾ
ਕਬਜ਼ਾ ਹੋ ਗਿਆ। ਦਾਰਾ ਬਹੁਤੀ ਦੇਰ ਬਚ ਨਾ ਰਹਿ ਸਕਿਆ ਅਤੇ ਪਕੜਿਆ ਗਿਆ। ਪਹਿਲਾਂ ਆਗਰੇ ਬੰਦੀ ਵਿੱਚ ਪਾਇਆ ਗਿਆ ਅਤੇ ਪਿੱਛੋਂ ਸਿਰ ਵੱਢ ਦਿੱਤਾ ਗਿਆ। ਦੋਖੀਆਂ ਨੇ ਔਰੰਗਜ਼ੇਬ ਨੂੰ ਚੁੱਕਿਆ ਕਿ ਗੁਰੂ ਹਰ ਰਾਏ ਨੇ ਦਾਰਾ ਦੀ ਫੌਜੀ ਅਤੇ ਮਾਲੀ ਮਦਦ ਕੀਤੀ ਸੀ। ਮਹਾਰਾਜ ਨੂੰ 1661 ਈਸਵੀ ਦੀ ਵਿਸਾਖੀ ਸੱਦ ਘੱਲਿਆ, ਪਰ ਆਪ ਜੀ ਨੇ ਇਹ ਕਹਿ ਕੇ ਕਿ ਨਾ ਹੀ ਤਾਂ ਤੇਰਾ ਇਲਾਕਾ ਮੇਰੇ ਕੋਲ ਹੈ ਅਤੇ ਨਾ ਮੈਂ ਕੋਈ ਕਰ ਦੇਣਾ ਹੈ, ਨਾ ਮੈਂ ਤੇਰੇ ਕੋਲੋਂ ਕੁਝ ਲੈਣਾ ਹੈ ਅਤੇ ਨਾ ਹੀ ਕੋਈ ਮੁਰਸ਼ਦ ਮਰੀਦ ਵਾਲੀ ਗੱਲ ਹੈ। ਜਾਣਾ ਠੀਕ ਨਾ ਜਾਣਿਆ ਤੇ ਆਪਣੇ ਬੇਟੇ ਰਾਮ ਰਾਏ ਜੀ ਨੂੰ ਭੇਜਿਆ। ਰਾਮ ਰਾਏ ਜੀ ਨੂੰ ਮਹਾਰਾਜ ਕਰਤਾ ਪੁਰਖ ਵੀ ਕਹਿੰਦੇ ਸਨ। ਰਾਮ ਰਾਏ ਨੂੰ ਸਮਝਾਇਆ ਕਿ ਦਿੱਲੀ ਜਾ ਕੇ ਔਰੰਗਜ਼ੇਬ ਦੇ ਹਰ ਪ੍ਰਸ਼ਨ ਦਾ ਉੱਤਰ ਨਿਡਰ ਹੋ ਕੇ ਦੇਣਾ, ਸੱਚੀ ਗੱਲ ਕਹਿਣੀ ਅਤੇ ਕਰਾਮਾਤ ਨਹੀਂ ਦਿਖਾਉਣੀ। ਜਿੱਥੇ ਟਿਕਾਣਾ ਕਰੋ ਵਾਚ ਕੇ ਗੌਰ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਗੁਰਬਾਣੀ ਪੜ੍ਹਨੀ। ਰਾਮ ਰਾਏ ਜੀ ਨੇ ਦਿੱਲੀ ਪੁੱਜ ਕੇ ਮਜਨੂ ਟਿੱਲੇ ਟਿਕਾਣਾ ਕੀਤਾ। ਜ਼ਹਿਰ ਭਰੀ ਪੋਸ਼ਾਕ ਔਰੰਗਜ਼ੇਬ ਨੇ ਭੇਜੀ, ਪਰ ਆਪ ਜੀ ਨੇ ਵਾਹਿਗੁਰੂ ਕਹਿ ਕੇ ਪਾਈ। ਜ਼ਹਿਰ ਦਾ ਅਸਰ ਨਾ ਹੋਇਆ। ਹਰ ਉਠਾਏ ਪ੍ਰਸ਼ਨ ਦਾ ਉੱਤਰ ਦਿੱਤਾ। ਔਰੰਗਜ਼ੇਬ ਦੀ ਤਸੱਲੀ ਹੋਈ, ਪਰ ਰਾਮ ਰਾਏ ਜੀ ਹੰਕਾਰ ਵਿੱਚ ਆ ਗਏ। ਔਰੰਗਜ਼ੇਬ ਨੇ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਜਾਦੂਗਰਾਂ ਵਾਂਗ ਕਰਾਮਾਤਾਂ ਦੇ ਖੇਲ ਦਿਖਾਉਣੇ ਆਰੰਭ ਕਰ ਦਿੱਤੇ। 72 ਤੋਂ ਵੱਧ ਕਰਾਮਾਤਾਂ ਦਿਖਾਈਆਂ। ਮੋਇਆ ਬੱਕਰਾ ਜਿੰਦਾ ਕਰ ਦਿੱਤਾ, ਮਸਤ ਖੂਨੀ ਹਾਥੀ ਤੇ ਚੜੇ, ਨਿੰਦਕ ਦੀ ਜ਼ਬਾਨ ਬੰਦ ਕਰ ਦਿੱਤੀ, ਦਿਨੇ ਤਾਰੇ ਦਿਖਾ ਦਿੱਤੇ, ਖਾਦਾ ਦੱਸਿਆ, ਜੰਦਰੇ ਖੋਲ ਦਿੱਤੇ, ਪਾਲਕੀ ਬਗੈਰ ਕਹਾਰਾਂ ਦੇ ਉਠਾਈ, ਦਾੜੀ ਰੁਮਾਲ ਫੇਰ ਕਾਲੀ ਕਰ ਦਿੱਤੀ, ਜਮਣਾ ਦਾ ਜਲ ਗਿੱਟੇ ਗਿੱਟੇ ਕਰ ਦਿੱਤਾ, ਟਿੱਡੀ ਦਲ ਨੂੰ ਰੋਕ ਪਹਾੜਾਂ ਵੱਲ ਮੋੜ ਦਿੱਤਾ। ਮੱਕੇ ਦੇ ਦਰਸ਼ਨ ਅਤੇ ਔਰੰਗਜ਼ੇਬ ਦੀ ਫਰਮਾਇਸ਼ ਤੇ ਕਾਬਲ ਦੇ ਮੇਵੇ, ਮਥੁਰਾ ਦੇ ਪੇੜੇ, ਰੋਹਤਕ ਦੀ ਰਿਉੜੀ, ਪਟਨੇ ਤੋਂ ਕਚੌਰੀ, ਅੰਮ੍ਰਿਤਸਰ ਤੋਂ ਕੜਾ, ਸਹਾਰਨਪੁਰ ਦੀ ਗਨੇਰੀ, ਮਾਲਵਾ ਦਾ ਅੰਬ, ਨਾਗਪੁਰ ਦਾ ਪਾਨ ਲਿਆ ਖੁਆਏ। ਇਸ ਆਪ ਹੁਦਰੇ ਪੰਥ ਦੀਆਂ ਖਬਰਾਂ ਮਹਾਰਾਜ ਨੂੰ ਕਿਰਤਪੁਰ ਪੁੱਜ ਰਹੀਆਂ ਸਨ। ਗੁਰੂ ਜੀ ਨੇ ਇਹ ਸੁਣਿਆ ਕਿ ਡਰ ਕੇ ਉਸ ਗੁਰਬਾਣੀ ਦੀ ਤੁਕ ਮਿੱਟੀ ਮੁਸਲਮਾਨ ਕੀ, ਪੇੜੇ ਪਈ ਕੁਮਾਰ, ਘੜ ਭਾਂਡੇ, ਇੱਟਾਂ ਕੀਆਂ ਜਲਦੀ ਕਰੇ ਪੁਕਾਰ ਨੂੰ ਬਦਲ ਕੇ ਮਿੱਟੀ ਬੇਈਮਾਨ ਕੀ ਪੜਿਆ ਹੈ, ਤਾਂ ਆਪ ਜੀ ਨੇ ਉਸੇ ਵੇਲੇ ਹੁਕਮ ਭੇਜਿਆ ਕਿ ਉਸ ਦੀ ਕੀ ਜ਼ਰੂਰਤ ਹੈ ਕਿ ਨਾਨਕ ਦੀ ਬਾਣੀ ਨੂੰ ਬਦਲੇ। ਉਹ ਡਰ ਗਿਆ ਹੈ, ਐਸ਼ ਵਿੱਚ ਪੈ ਗਿਆ ਹੈ ਅਤੇ ਖੁਸ਼ਾਮਦ ਵਸ ਜੋ ਇਸ ਨੇ ਤੁਕਾਂ ਬਦਲੀਆਂ ਹਨ ਹੁਣ ਮੇਰੇ ਮੱਥੇ ਨਾ ਲੱਗੇ। ਜਿੱਧਰ ਮੂੰਹ ਹੈ ਉੱਧਰ ਹੀ ਚਲਾ ਜਾਏ। ਸੂਰਜ ਪ੍ਰਕਾਸ਼ ਦੇ ਲਿਖਾਰੀ ਨੇ ਲਿਖਿਆ ਹੈ ਕਿ ਮਹਾਰਾਜ ਨੇ ਕਿਹਾ, ਗੁਰਤਾ ਉਚਿਤ ਨਹੀਂ ਰਾਖਿਓ ਮਾਣ, ਸ਼ਬਦ ਬੇਪਰਜੇ ਕੀਨ ਬਖਾਣ, ਪਹਿਲੇ ਪਾਤਸ਼ਾਹ ਕੇ ਬਾਕ, ਫੇਰ ਸਖਿਆ ਕੋ ਇਨ ਮਤ ਰਾਖ। ਫਿਰ ਫਰਮਾਇਆ ਕਿ ਇਹ ਸਭ ਰਾਮ ਰਾਏ ਨੇ ਖੁਸ਼ਾਮਦ ਵਿੱਚ ਆ ਕੇ ਕੀਤਾ ਹੈ ਤਾਂ ਕਿ ਧਨ ਪ੍ਰਾਪਤ ਹੋ ਜਾਏ। ਇਹ ਗੱਲ ਮੈਨੂੰ ਬਹੁਤ ਮਾੜੀ ਲੱਗੀ ਹੈ। ਫਿਰ ਹੁਕਮ ਦਿੱਤਾ ਕਿ ਜੋ ਦੁਨਿਆਵੀ ਬਾਦਸ਼ਾਹ ਦੇ ਰੋਹਬ ਵਿੱਚ ਆ ਗਿਆ ਉਹ ਕਿਵੇਂ ਗੁਰਗੱਦੀ ਦਾ ਮਾਲਕ ਹੋ ਸਕਦਾ ਹੈ। ਹੁਣ ਮੇਰੇ ਮੱਥੇ ਨਾ ਲੱਗੇ। ਔਰੰਗਜ਼ੇਬ ਪਾਸ ਹੀ ਰਹੇ। ਗੁਰੂ ਹਰ ਰਾਏ ਜੀ ਆਪੂ ਬਾਣੀ ਦਾ ਅਦਬ ਕਰ ਕਰਵਾ ਸਿੱਖਾਂ ਲਈ ਪੂਰਨੇ ਪਾ ਰਹੇ ਸਨ। ਇੱਥੋਂ ਤੱਕ ਇੱਕ ਵਾਰੀ ਜਦ ਉਹਨਾਂ ਦੇ ਮਹਿਲਾਂ ਹੇਠਾਂ ਬਾਣੀ ਪੜ੍ਹਦੇ ਸਿੱਖ ਆਏ ਤਾਂ ਆਪ ਜੀ ਤੁਰੰਤ ਉੱਠ ਖਲੋਤੇ ਅਤੇ ਗੋਡੇ ਤੇ ਚੋਟ ਵੀ ਲੱਗ ਗਈ। ਜਦ ਸਿੱਖਾਂ ਪੁੱਛਿਆ ਕਿ ਇੰਨੀ ਕਾਹਲੀ ਦੀ ਕੀ ਲੋੜ ਸੀ ਤਾਂ ਆਪ ਜੀ ਨੇ ਬਚਨ ਕੀਤਾ, ਜੋ ਸਿੱਖ ਗੁਰਬਾਣੀ ਭੈ ਕਰੇ, ਬਿਨ ਪ੍ਰਯਾਸ ਭਵ ਸਾਗਰ ਤਰੇ। ਗੁਰਬਾਣੀ ਮਹਿਮਾ ਮਹੀਆਨੇ, ਜੇ ਮਰਿਆਦਾ ਹਮ ਨਹੀਂ ਠਾਣੇ, ਤੇ ਸਿੱਖ ਭੈ ਨਾ ਕਰੇਂਗੋ ਕੋਈ, ਬਿਨ ਭੈ ਕਰ ਸ੍ਰੇ ਨਹਿ ਖੋਈ। ਫਿਰ ਹੁਕਮ ਦਿੱਤਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣਿਓ ਸੋ ਸਿੱਖ ਨਹੀਂ ਹਮਾਰਾ। ਰਾਮ ਰਾਏ ਜੀ ਨੂੰ ਜਦ ਪਿੱਛੋਂ ਆਪੂ ਔਰੰਗਜ਼ੇਬ ਨੇ ਪੁੱਛਿਆ ਕਿ ਉਸ ਨੂੰ ਗੁਰਗੱਦੀ ਕਿਉਂ ਨਹੀਂ ਮਿਲੀ ਤਾਂ ਰਾਮ ਰਾਏ ਨੇ ਕਿਹਾ, ਯਯੋ ਯਯੋ ਤੁਮ ਫਰਮਾਇਸ਼ ਕੀਨਸ, ਅਜਮਤ ਬਲ ਤੇ ਹਮ ਕਰ ਦੀਨਸ, ਪਿਤਾ ਸਮੀਪ ਜਾਤ ਸੁਧ ਸਾਰੀ, ਤਿਨਹੋ ਬਾਤ ਨਹੀਂ ਨੀਕੀ ਵਿਚਾਰੀ। ਰਾਮ ਰਾਏ ਦਿੱਲੀ ਦਾ ਅਨੁਸਾਰੀ ਹੋ ਗਿਆ, ਦਿੱਲੀ ਦਾ ਹੀ ਬਣ ਕੇ ਰਹਿ ਗਿਆ। ਗੁਰੂ ਹਰ ਰਾਏ ਜੀ ਦੇਖ ਰਹੇ ਸਨ ਕਿ ਜਿਸ ਨੇ ਜਗਤ ਲਈ ਪੂਰਨੇ ਪਾਉਣੇ ਹਨ, ਜੇ ਉਹ ਹੀ ਖੁਸ਼ਾਮਦੀ ਲਾਲਚੀ ਡਰਪੋਕ ਕਾਇਰ ਅਤੇ ਦਿੱਲੀ ਪਿੱਛੇ ਟੁਰਨ ਵਾਲਾ ਹੈ, ਉਹ ਸਿੱਖਾਂ ਵਿੱਚ ਨਿਡਰਤਾ ਅਤੇ ਸਾਹਸ ਕਿਵੇਂ ਭਰ ਸਕੇਗਾ। ਫਿਰ ਜਦ ਕੁਝ ਵਿਚੋਲਿਆਂ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਇਹ ਕਹਿਣਾ ਚਾਹਿਆ ਕਿ ਰਿਓ ਸੂਤ ਸਥਿਰਤਾ ਲਾਇਓ, ਭਾਵ ਬਾਦਸ਼ਾਹ ਨਾਲ ਬਣਾਈ ਰੱਖਿਆ ਚੈਨ ਸੁੱਖ ਪ੍ਰਾਪਤ ਹੋਵੇਗਾ, ਤਾਂ 8ਵੇਂ ਪਾਤਸ਼ਾਹ ਨੇ ਫਰਮਾਇਆ ਕਿ ਉਹ ਤਾਂ ਉਸ ਨੀਤੀ ਅਤੇ ਰੀਤੀ ਉੱਤੇ ਚੱਲਣਗੇ ਜਿਸ ਤੇ ਗੁਰੂ ਨਾਨਕ ਜੀ ਤੁਰਦੇ ਰਹੇ ਅਤੇ ਜਿਸ ਨੂੰ ਗੁਰੂ ਹਰ ਰਾਏ ਜੀ ਨੇ ਅੰਤਿਮ ਸਮੇਂ ਤੱਕ ਅਪਣਾਈ ਰੱਖਿਆ। ਪਿਤਾ ਹਮਾਰੇ ਕੀ ਜਿਮ ਰੀਤ ਹੈ ਸੋ ਸਹੀ, ਨਾ ਹਵੇ ਵਿਪਰੀਤ, ਅੰਤ ਪਰਿਅੰਤ ਨਿਰਭਾਇਓ ਨਮ, ਤੈਸੇ ਹਮ ਕਰ ਹੈ ਸਾਹਿਬ ਪ੍ਰੇਮ।
6 ਅਕਤੂਬਰ 1661 ਨੂੰ ਗੁਰੂ ਹਰ ਰਾਏ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਹਰਕ੍ਰਿਸ਼ਨ जी ने गुरगद्दी की जिम्मेवारी संभाली। राम राय जी बारे गुरु हर राय जी ने फरमाया कि अब हमरे मुख लागे नहीं अते जो उसदे मत्थे लगेगा मेरा सिख नहीं। पर इधर गुरु गोबिंद सिंह जी ने फरमाया जो गुरु हरकृष्ण जी नूं देखेगा उसदे सब दुख दूर हो जाणगे। श्री हरकृष्ण जी ध्याई है जिस डिठे सब दुख जाए। गुरु हरकृष्ण जी ने गुरगद्दी की पवित्रता नूं कायम रखिया। राम राय ने साजिश की कि गुरु जी नूं भी औरंगजेब दे दरबार हाजिर किया जाए, पर महाराज जी ना सिर्फ दृढ़ चित रहे सगों औरंगजेब नूं झुकना पिया। दिल्ली जद गुरु जी पुजे तां औरंगजेब आपू उन्हां दे दर्शनां नूं बंगला साहिब आया, पर उस समय भी उस नूं दर्शन देना ना मन्नी। अद्धी घड़ी औरंगजेब बंगला साहिब दे सामने खड़ा रहा। ओह ਇਹ ही आखे कि मैं आजिज हो आया हाँ, पर महाराज ने दर्शन ना दिते। ਉਹ वापस मुड़ गया। चंगा रहेगा कि बंसावाली नामे दे असल शब्द ही इत्थे दर्ज किए जाण। यह चेता रहे कि एक पासे राम राय औरंगजेब दे चक्कर कढ़दा है तां कि उसनूं कोई जाती लाभ हो जाए, दूजे पासे ओह ही औरंगजेब गुरु हरकृष्ण जी दे तरले कढ़दा है कि दीदार हो जाए। धन गुरु हरकृष्ण जी जिन्ना साडे सब सियासी आत्मिक अते समाजिक दुख दूर कीते। बंसावाली नामे दे शब्द इस प्रकार हैं। गुरु हरकृष्ण जी ने कहा सीस है डेना हुण केहा कूच केहा डरना। यह चर्चा होंदियां जो आऊ रंगा चढ़ आया। साहिब सुनते ही बूहा बंद कराया। सवाल जवाब विच दुर्गा मल पाया। अद्धी घड़ी बूहे ते औरंगा खड़ा रहा। विचोले औरंगजेब नूं जाके कहण लगे कि ओह बालक हन, नहीं मानते, हठ करते हैं। उधर औरंगजेब कहे मैं देखण दी है चाह, होर नहीं कुछ आखण सुनन की मन महरा। फेर दुर्गा मल जाए कीती आरजू जी उनके बदन पर शलूए बहुत हैन निकले। तुरक न मने केहे मेरे है चाह दीदार, मैं आप चल आया हाँ फकीर दरबार। तुरक निराश होए गया निज धाम। भाई गुरदास जी ने रामकली वार पातशाही 10वीं दी 22वीं पौड़ी विच इसे भाव दा लिखिया है कि 8वें सूरवीर गुरु हरकृष्ण जी हैं जिन्हां दिल्ली जा के शरीर त्याग्या। गुरु नानक दी जोत ने बालक रूप विच कौतक कीते अते सहजे ही शरीर त्याग के ज्योति जोत समा गए। ਉਹ अपने असूलों ते डटे रहे अते मुगलों सिर सुआह पाई। समय दी हकूमत दे बादशाह औरंगजेब अगे ना झुके अते सिੱਖੀ सन्मान नूं आंच ना आउण दित्ती। झगड़ा औरंगजेब ने आपू पाया सी अते उसे दा ही नुकसान होया। गुरु घर नूं तां ओह हाण ना पहुंचा सकिया, अपनी कुल जरूर नाश कर ली। पौड़ी है हरकृष्ण भयो अष्टम बलबीरा, जिन पहुंच दिल्ली तजियो शरीरा। बाल रूप धरियो सवांग रचाए, तब सहजे तन को छोड़ सिधाए। इउं मुगलन सीस परी बहुछारा, वह खुद पत स्यों पहुंचे दरबारा। औरंगे एह बादर चायो, तिन अपना कुल नाश करायो। इउं ठहक ठहक मुगलां सिर शारी, फुन होए पापी वह नरक सिधारी। भाई नंद लाल जी ने बहुत सुंदर कहा है कि उस दे नेक नाम वाली अते सच दे थेवे नाल जड़ी हे दुनिया दे काबज देव नूं हरा के डेक देण वाली है अते सच्चाई दर्शाउण वाली रे सदीवी तख्त उपर प्रधानगी पद ते विराजमान होण वाली है। शान शौकत नाल भरी शीन शेरां वर्गे देवां नूं मार गिराउण वाली है। अंतिम नून हर दिल अते जान दी ताजगी अते सुगंधी वधाउण वाली अते रब दीआं नियामतां दा निकट वरदी मित्र है। सेवा राम दीआं पर्चियां ने जिक्र किया। जद औरंगजेब ने जिद ही पकड़ लई दर्शनां दी तां आप जी ने एक शब्द लिख के भेजा जो पहला जफरनामा भी कहा जा सकता है। शब्द विच ओह ही चोटां सन जो पिछों गुरु गोबिंद सिंह जी ने अपने जफरनामे विच मारियां। शब्द सी क्या खादे क्या पैदे होए, जां मन नाही साचा सोए। क्या मेवा क्या घ्यो गुड़ मीठा, क्या मैदा क्या मास, क्या कपड़ क्या सेज सुखाली। कीचै भोग बिलास, क्या लश्कर क्या नेब खवासी। आवे महली वास, नानक सच्चे नाम विण सबे टोल विनाश। गुरु तेग बहादुर जी इलाहाबाद तो मुड़दे भट्ट वही पूर्व दखणी अनुसार दिल्ली धर्मशाल भाई कल्याण विच ठहरे।
उथे धर्मशाल विच ही राम राय जी गुरु तेग बहादुर जी नूं भी मिले। मिर्जा राजा जय सिंह नूं मिलण भी गुरु तेग बहादुर जी गए। राय सैन पिंड जिथे गुरु हरकृष्ण जी ठहरे हुए सन उत्थे ही हुण गुरुद्वारा बंगला साहिब है। गुरु तेग बहादुर जी गुरु हरकृष्ण दे दर्शनां नूं गए अते गुरु हर राय जी दे ज्योति जोत समाउण दी परचाउणी भी कीती। आप जी छेती ही बाबा बकाला पुज गए। इंज लगदा है कि गुरु हरकृष्ण जी ने हुक्म कीता सी कि ओह बाबा बकाला चले जाण। गुरु तेग बहादुर जी दे दिल्ली तो वापस मुड़न तो कुछ दिन उपरंत ही गुरु हरकृष्ण जी दिल्ली दीआं गलियां कूचियां विच जा के बीमारां दे दुख दूर करदे। आप जी ते भी चीचक दा हमला हो गया। बीमारी दा हमला सख्त सी, कूकी वज गई। 5 दिन इसे तरह हालत बनी रही। 5 दिनां मगरों जद गुरु जी ने अख खोली तां संगतां ने थाल नारियल ते 5 पैसे रख पुछया कि गुरगद्दी दी जिम्मेवारी किस नूं दे के चले हो। तां आप जी ने सूरज प्रकाश के कथन अनुसार अपना सज्जा हाथ उठाया, 3 वारी गलकार हाथ घुमाया अते मुखों बाबा बकाला फरमाया। फिर सीस झुकाया। बाबा बसिया ग्राम बकाले, बन गुर संगत सकल संभाले। भाई सेवा राम दियां पर्चियां विच लिखिया है कि आप जी ने फिर मुट्ठी मीच लई, जिसका भाव सी कि एक मुठ रहना। गुलाब सिंह ने 8वीं 9वीं पातशाही दे शहीदी प्रसंग विच लिखिया है कि गुरु जी ने फरमाया, अब बाबा जी बीच बकाले भई सब संगत धर सुने जियो। महिमा प्रकाश की गवाही है कि संगतां ने पूछया, हम कित बिद नित दर्शन करे, किम कर चरण गुरसेव, अब कहाँ जोत प्रगट धरे, दीजे दासन भेव। संगत दी अरजोई सुन के सतगुर बख्शिश दे घर आए अते बचन कीता, अब जाए दर्शन तुम कर बकाल, तहां रहे बाबा जी दीन दयाल। यह फरमा के फिर समाधि लग गई अते इस तरह जोत विच जोत रल गई जिवें सूरज छिपण वेले हौली हौली सूरज अपनी रोशनी संकोचदा है। दादी माता बसी जी ने भाई बहलो दी संतान दे भाई गुरदास जी नूं गुरु ग्रंथ साहिब दा पाठ आरंभ करन लई कहा। भाई केसर सिंह ने बंसावाली नामे विच लिखिया है, वक्त चलाने सिखां कीती अरदास, गरीब निवाज संगत छड्डी किस पास। उस वक्त बचन कीता बाबा बकाले, आप गए सुरपुर दह जलाई धन चंदन नाले। यह घटना 30 मार्च 1664 ਨੂੰ ਹੋਈ। सो किसी का यह कहना कि अनिश्चित वाक सन निर्मूल है। यह बचन उचारण वेले बकाले विखे रिश्ते विच कोई होर बाबा जां इत्थों तक कोई सोढी भी नहीं सी। उन्हां दे अपने बाबा गुरदित्ता जी दे भरा केवल यह गुरु तेग बहादुर जी ही सन। एक रिश्ते विच बाबा दूजे हुणे ही दिल्ली तो हो के बाबा बकाला गए सन अते तीजे गुरु हरगोबिंद जी बख्शिश दे हुक्म कर गए सन। अदब नाल बाबा अते थां बकाला ही कहना फबदा सी। यह सुन के ही कई दावेदार उत्थे पुजे सन। बंसावाली नामे दे लिखारी भाई केसर सिंह शिबर ने ढुकवीआं दलीलां दित्तियां हन कि धीरमल दी उक्ति ही गलती सी। धीरमल यह कह रहा सी, गुरियाई है असाडी, हरकृष्ण जो कहा बाबे बकाले, असी बाबे हाँ आदि, बाबे गुरदित्ते दी असी औलाद, तेग बहादुर है 5वीं जागा, असी बाबे आद। बंसावाली नामे वाले लिखिया है कि धीरमल भुल गया कि गुरु हरकृष्ण जी ने मोया बाबा कहा है कि जिंदा बाबा गुरदित्ता जी तां चिर होया चढ़ाई कर गए सन। भट्ट वही भादसों परगना थानेसर ने भी स्पष्ट लिखा है, गुरु हरकृष्ण जी महल 8वां बेटा गुर हर राय जी का सम्मत 1721 मासे सुदी 14 बुधवार के देहों दीवान दरगाह मल से बचन किया, गुरियाई की सामग्री ले आओ। हुक्म पाए दीवान जी ले आए, सतगुरां इस हाथ छुहाए, 3 दफा दाई भुजा हिलाए, धीमी आवाज से कहा, इसे बकाला नगरी में ले जाना, 5 पैसे नलिएर बाबा तेग बहादुर आगे राख, हमारी तरफ से मस्तक टेक देना। गुरु की साखियां रचित स्वरूप सिंह कोशिश भी अजिहा ही लिखा है। अहमद शाह बटालवी ने भी यह ही लिखा है कि गुरु हरकृष्ण जी बवक्ते आखिरी यह ही फरमाया कि
ਬਾਬਾ ਬਕਾਲੇ ਹੈ ਗੋਇੰਦਵਾਲ ਦੇ ਨੇੜੇ। ਸੋਹਣ ਲਾਲ ਸੂਰੀ ਨੇ ਉਮਦੁਦ ਤਵਾਰੀਖ ਵਿੱਚ ਰਤਾ ਕੁ ਹੋਰ ਵਿਸਥਾਰ ਨਾਲ ਲਿਖਿਆ ਹੈ ਕਿ ਮਾਤਾ ਬਸੀ ਅਤੇ ਹੋਰ ਸੰਗਤਾਂ ਨੇ ਬੇਨਤੀ ਕੀਤੀ ਕਿ ਆਪ ਜੀ ਦੇ ਪਿੱਛੋਂ ਗੁਰਿਆਈ ਦੀ ਗੱਦੀ ਕਿਸ ਪ੍ਰਾਣੀ ਨੂੰ, ਮਨੁੱਖਾਂ ਵਿੱਚੋਂ ਕੌਣ ਹੈ ਐਸਾ ਭਰਪੂਰ ਬਖਸ਼ਿਸ਼ ਦਾ ਸੋਮਾ ਜਿਸ ਹੱਥੋਂ ਲੁਕਾਈ ਰਹਿਮਤਾਂ ਦੀ ਰੌਣਕ ਪਾਏਗੀ, ਅਤੇ ਸੱਚੇ ਸੇਵਕਾਂ ਦਾ ਗੁਰੂ ਕੌਣ ਹੋਵੇਗਾ, ਅਤੇ ਦੰਭ ਰਹਿਤ ਸ਼ੁਭ ਸੋਚਣ ਵਾਲੇ ਸਿੱਖਾਂ ਦਾ ਰਹਿਨੁਮਾ ਕੌਣ ਹੋਵੇਗਾ। ਤਾਂ ਰੱਬ ਰੂਪੀ ਗੁਰੂ ਜੀ ਨੇ ਬੰਦਗੀ ਦੇ ਰਾਹ ਪਾਉਣ ਵਾਲੀ ਰਸਨਾ ਤੋਂ ਇਹ ਫਰਮਾਇਆ ਕਿ ਬਾਬਾ ਜੀ ਬਕਾਲੇ ਤਸ਼ਰੀਫ ਰੱਖਦੇ ਹਨ। ਤੁਸੀਂ ਆਪਣੀਆਂ ਆਸਵੰਦੀ ਅੱਖਾਂ ਦੀ ਜੋਤ ਦੀ ਰਸ਼ਨਾਈ ਉਹਨਾਂ ਦੇ ਦਰਸ਼ਨਾਂ ਤੋਂ ਹਾਸਲ ਕਰਨਾ, ਉਹਨਾਂ ਦੀ ਤਾਬੇਦਾਰੀ ਅਤੇ ਆਗਿਆਕਾਰੀ ਦਾ ਪੱਲਾ ਪਕੜ ਸਦੀਵੀ ਸੁੱਖ ਅਤੇ ਸਰਦਾਰੀ ਦਾ ਮਾਣ ਪਾਉਣਾ। ਸਾਰੀ ਗੁਰਿਆਈ ਦੀ ਸਮੱਗਰੀ ਦਵਾਰਕਾ ਦਾਸ ਜੀ ਦੇ ਸਪੁੱਤਰ ਦੀਵਾਨ ਦਰਗਾਹ ਮੱਲ ਜੀ ਅਤੇ ਮੁਨਸ਼ੀ ਕਲਿਆਣ ਦਾਸ ਨੂੰ ਦਿੱਤੀ ਗਈ, ਅਤੇ ਫੈਸਲਾ ਇਹ ਹੋਇਆ ਕਿ ਦਰਗਾਹ ਮੱਲ ਜੀ ਸੰਗਤ ਸਮੇਤ ਆਪੂ ਬਕਾਲਾ ਜਾਣ ਅਤੇ ਮਰਿਆਦਾ ਅਨੁਸਾਰ ਗੁਰਗੱਦੀ ਤੇਗ ਬਹਾਦਰ ਜੀ ਨੂੰ ਦੇਣ। ਭਾਗ ਪੰਜਵਾਂ। ਗੁਰੂ ਲਾਦੋਰੇ। ਗੁਰੂ ਹਰਿਕ੍ਰਿਸ਼ਨ ਜੀ ਭਾਵੇਂ ਸਪਸ਼ਟ ਸ਼ਬਦਾਂ ਵਿੱਚ ਹੁਕਮ ਕਰਕੇ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਜੀ ਨੂੰ ਸੌਂਪ ਗਏ ਸਨ, ਅਤੇ 5 ਪੈਸੇ ਅਤੇ ਨਰੇਲ ਵੀ ਭਾਈ ਦਰਗਾਹ ਮੱਲ ਨੂੰ ਦੇ ਗਏ ਸਨ ਕਿ ਪਹੁੰਚਾ ਕੇ ਮੱਥਾ ਟੇਕਣਾ, ਪਰ ਬਾਬਾ ਬਕਾਲਾ ਪੁੱਜਦਿਆਂ ਭਾਈ ਜੀ ਨੇ ਕੁਝ ਚਿਰ ਲਗਾ ਦਿੱਤਾ। ਭਾਈ ਜੀ ਨੇ ਇਹ ਹੀ ਸਮਝਿਆ ਕਿ ਸਰਵ ਸੰਗਤਾਂ ਨੂੰ ਖਬਰ ਪੁੱਜ ਜਾਏ ਤਾਂ ਹੀ ਭਰੀ ਸੰਗਤ ਵਿੱਚ ਇਹ ਮਰਿਆਦਾ ਜਾ ਕੇ ਨਿਭਾਈ ਜਾਏ। ਸੰਗਤਾਂ ਭਾਈ ਦਰਗਾਹ ਮੱਲ ਜੀ ਨੂੰ ਕਿਹਾ ਵੀ ਲੱਗਦਾ ਹੈ ਕਿ ਉਹ ਬਾਬਾ ਬਕਾਲੇ ਚੱਲ ਕੇ ਉੱਥੇ ਉੱਠ ਰਹੇ ਵਾਦ ਨੂੰ ਮੁਕਾਉਣ। ਭਾਈ ਦਰਗਾਹ ਮੱਲ ਜੀ ਕਹਿੰਦੇ ਸਨ ਕਿ ਵਾਦ ਕਾਹਦਾ, ਗੱਦੀ ਗੁਰੂ ਤੇਗ ਬਹਾਦਰ ਨੂੰ ਗੁਰੂ ਹਰਿਕ੍ਰਿਸ਼ਨ ਜੀ ਦੇ ਕੇ ਗਏ ਹਨ। ਦਰਗਾਹ ਮੱਲ ਕਿਹਾ, ਵੱਡਾ ਦਰਬਾਰ ਹੈ ਤੇਗ ਬਹਾਦਰ, ਜੋ ਬਾਬਾ ਬੈਠਾ ਸਲਾਮਤ ਹਾਜ਼ਰ, ਵਿੱਚ ਬਕਾਲੇ ਜਿਸ ਦਾ ਦਰਬਾਰ, ਸਭ ਚੱਲ ਕਰੀਏ ਉੱਥੇ ਜੁਹਾਰ। ਭਾਈ ਦਰਗਾਹ ਮੱਲ ਭੱਟ ਵਹੀ ਤਲਾਡਾ ਮੁਤਾਬਿਕ ਕਿਤੇ 11 ਅਗਸਤ 1664 ਨੂੰ ਹੀ ਬਾਬਾ ਬਕਾਲਾ ਪੁੱਜੇ। ਗੁਰੂ ਹਰਿਕ੍ਰਿਸ਼ਨ ਜੀ 30 ਮਾਰਚ 1664 ਨੂੰ ਜੋਤੀ ਜੋਤ ਸਮਾਏ ਸਨ। ਇਹਨਾਂ 4.5 ਮਹੀਨਿਆਂ ਵਿੱਚ ਦੋਖੀਆਂ, ਸਾਜ਼ਿਸ਼ੀਆਂ ਅਤੇ ਦਾਅਵੇਦਾਰਾਂ ਨੂੰ ਖੂਬ ਸਮਾਂ ਮਿਲ ਗਿਆ ਕਿ ਮਨਮਾਨੀ ਕਰਨ ਸੰਗਤਾਂ ਵਿਆਕੁਲ ਹੋ ਗਈਆਂ। ਮਸੰਦ ਸੰਗਤਾਂ ਨੂੰ ਵਰਗਲਾ ਕੇ ਖੂਬ ਲਾਭ ਉਠਾਉਂਦੇ ਸਿਆਣੇ ਸਿੱਖ ਦੁਖੀ ਹੋ ਗਏ। ਰੌਲਾ ਬਹੁਤ ਪੈ ਗਿਆ। ਸੰਗਤਾਂ ਦੀ ਆਤਮਿਕ ਤ੍ਰਿਪਤੀ ਨਹੀਂ ਸੀ ਹੋ ਰਹੀ। ਜਿਸ ਨਾਲ ਮੇਲ ਸੀ ਉਸ ਦੀ ਹੀ ਸਿਫਤ ਕਰਦਾ ਲੈ ਜਾਂਦਾ ਸੀ ਅਤੇ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਕਹਿੰਦਾ ਸੀ। ਆਈਆਂ ਸੰਗਤਾਂ ਧਨ ਪਦਾਰਥ ਦੇ ਦਿੰਦੀਆਂ ਸਨ, ਪਰ ਆਨੰਦ ਵਰਗੀ ਵਸਤ ਕਿਸੇ ਪਾਸ ਨਹੀਂ ਸੀ। ਸੰਗਤਾਂ ਤਾਂ ਹੁਣ ਕਹਿਣ ਹੀ ਲੱਗ ਪਈਆਂ ਸਨ ਕਿ ਸੱਚਾ ਗੁਰੂ ਕਿਧਰੇ ਅਲੋਪ ਹੋ ਬੈਠਾ ਹੈ। ਲੈਣ ਨੂੰ ਤਾਂ ਸਾਰੇ ਸ਼ੇਰ ਹਨ, ਪਰ ਸਿੱਖ ਦੇ ਦੁਖੜੇ ਹਰਨ ਵਾਲੇ ਗਿੱਦੜ ਨਿਆਈ ਹੋ ਜਾਂਦੇ। ਦਾਸ ਕੀ ਸਹਾਇਤਾ ਕਾਲ ਕੌਣ ਕਰੇ ਹੈ, ਬਿਨ ਹੈ ਤਬ ਸਿਆਲ। ਕੈਸੀ ਸੁੰਦਰ ਉਦਾਹਰਣ ਭਾਈ ਸੰਤੋਖ ਸਿੰਘ ਜੀ ਨੇ ਦਿੱਤੀ ਹੈ ਕਿ ਕੋਈ ਨਟ ਰਾਜਾ ਬਣ ਬੈਠੇ ਤਾਂ ਉਸ ਦਾ ਹੁਕਮ ਕੌਣ ਮੰਨੇਗਾ। ਐਸੀ ਹਾਲਤ ਸੋਢੀਆਂ ਦੀ ਸੀ ਜੋ ਸਭ ਗੁਰੂ ਬਣ ਬੈਠੇ ਸਨ। ਜਮ ਨਟ ਚਰਕ ਵਰਤ ਬਣ ਜਾਏ, ਕੋ ਆਏ ਸਮਾਨੇ ਹਿਤ ਲਾਏ। ਗੁਰੂ ਤੇਗ ਬਹਾਦਰ ਜੀ ਅੰਤਰਬਿਰਤੀ ਹੋਣ ਕਾਰਨ ਨਾ ਕੋਈ ਢੰਡੋਰਾ ਪਿੱਟ ਰਹੇ ਸਨ ਅਤੇ ਨਾ ਹੀ ਕਿਸੇ ਨੂੰ ਕਹਿੰਦੇ ਸਨ। ਬਹੁਤ ਸਮਾਂ ਚੁੱਪ ਹੀ ਰਹਿੰਦੇ। ਕਈ ਵਾਰੀ ਘੋੜੀ ਚੜ ਬਾਹਰ ਜ਼ਰੂਰ ਨਿਕਲਦੇ ਅਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਆਕੀਆਨਾ ਸਾਹਿਬ ਹੈ ਆ ਟਿਕਦੇ, ਪਰ ਲੋਕੀ ਉਹਨਾਂ ਨੂੰ ਇੱਕ ਹੋਰ ਸੋਢੀ ਸਮਝ ਦੂਰੋਂ ਹੀ ਨਮਸਕਾਰ ਕਰ ਛੱਡਦੇ। ਧੀਰਮਲ ਨੇ ਬਾਬਾ ਬਕਾਲਾ ਅੱਤ ਚੱਕ ਲਈ। ਉਸ ਦਾ ਨਾਂ ਜ਼ਰੂਰ ਧੀਰਮਲ ਸੀ, ਪਰ ਉਹ ਅੱਗ ਬਗੋਲਾ ਹੋਇਆ ਫਿਰਦਾ ਸੀ। ਧੀਰਜ ਦੀ ਮੂਰਤ ਤਾਂ ਕੇਵਲ ਗੁਰੂ ਤੇਗ ਬਹਾਦਰ ਜੀ ਹੀ ਸਨ। ਮਾਤਾ ਨਾਨਕੀ ਜੀ ਇਸ ਸਮੇਂ ਬਹੁਤ ਹੀ ਸੰਭਲ ਕੇ ਟੁਰ ਰਹੇ ਸਨ ਅਤੇ ਧੀਰਮਲ ਦੀ ਹਰ ਚਾਲ ਤੇ ਨਜ਼ਰ ਰੱਖ ਰਹੇ ਸਨ। ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਹਰਗੋਬਿੰਦ ਜੀ ਦੇ ਹੁਕਮਾਂ ਅਤੇ ਬਖਸ਼ਿਸ਼ਾਂ ਦੇ ਫਲ ਦੇਣ ਦਾ ਸਮਾਂ ਆ ਗਿਆ ਹੈ। ਬੇਟੇ ਤੇਗ ਬਹਾਦਰ ਵਿੱਚ ਖਿਮਾ, ਸਦਾ ਪ੍ਰਸੰਨ ਅਤੇ ਅੰਤਰਮੁਖੀ ਦੀ ਜੋ ਬਿਰਤੀ ਪ੍ਰਗਟ ਹੋਈ ਹੈ, ਇਹ ਹੀ ਗੁਰੂ ਵਾਲੇ ਲੱਛਣ ਹਨ। ਖਿਮਾ ਆਦ ਗੁਣ ਮਨਨੇ ਭਵਨੂ, ਨਿਤ ਪ੍ਰਸੰਨ ਅੰਤਰ ਬਿਰਤੀ ਰਵਣੂ। ਮਾਤਾ ਨਾਨਕੀ ਜੀ ਬੇਟੇ ਗੁਰੂ ਨੂੰ ਕਹਿੰਦੇ ਵੀ ਸਨ, ਤੁਸੀਂ ਹੀ ਜ਼ਿੰਮੇਵਾਰ ਉਠਾਉਣ ਯੋਗ ਹੋ। ਤੁਹਾਡੇ ਨਾ ਪ੍ਰਗਟ ਹੋਣ ਕਾਰਨ ਹੀ ਸੰਗਤਾਂ ਹਨੇਰੇ ਵਿੱਚ ਭਟਕ ਰਹੀਆਂ ਹਨ। ਜੇ ਇਸੇ ਤਰ੍ਹਾਂ ਚੁੱਪ ਸਾਧੀ ਰੱਖੀ ਤਾਂ ਸਿੱਖੀ ਮਾਰਗ ਕਿਸ ਪ੍ਰਕਾਰ ਚੱਲੇਗਾ। ਤੇਗ ਬਹਾਦਰ ਜੀ ਨੇ ਚੁੱਪ ਹੀ ਸਾਧ ਰੱਖੀ। ਤਾਂ ਜੀ ਨੇ ਬਹੁਤੀ ਦੇਰ ਹੋਰ ਤੱਕੀ ਜਾਣਾ ਨਾ ਮੁਨਾਸਿਬ ਸਮਝ ਵਿਉਂਤ ਬਣਾਈ ਕਿ ਸੰਗਤ ਤੇ ਮੰਨੇ ਪਰਮੰਨੇ ਸਿੱਖਾਂ ਦਾ ਇਕੱਠ ਬੁਲਾ ਕੇ ਬੇਟੇ ਗੁਰੂ ਨੂੰ ਗੁਰਗੱਦੀ ਤੇ ਬਿਠਾਉਣ ਅਤੇ ਤਿਲਕ ਦੇਣ ਦੀ ਮਰਿਆਦਾ ਨਿਭਾ ਦਿੱਤੀ ਜਾਏ। ਮਾਤਾ ਜੀ ਨੇ ਗੁਰੂ ਅਮਰਦਾਸ ਜੀ ਦੀ ਸੰਤਾਨ ਦੇ ਮੁਖੀ ਅਤੇ ਵਿਦਵਾਨ ਭਾਈ ਦਵਾਰਕਾ ਦਾਸ ਜੀ ਨੂੰ
ਅਤੇ ਅੰਮ੍ਰਿਤਸਰ ਦੇ ਸਿੱਧਕੀ ਸਿੱਖ ਭਾਈ ਗੜੀਆ ਜੀ ਵੱਲ ਪੱਤਰਕਾ ਲਿਖ ਭੇਜੀਆਂ। ਭਾਈ ਗੜੀਆ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਸਿੱਖ ਸੱਜੇ ਸਨ। ਗੁਰੂ ਹਰਗੋਬਿੰਦ ਨੇ ਉਹਨਾਂ ਦੇ ਸਿਰੜ ਅਤੇ ਸਿਦਕ ਨੂੰ ਦੇਖ ਕੇ ਬਹੁਤ ਮਾਣ ਦਿੱਤਾ ਸੀ। ਭਾਈ ਜੀ ਦਾ ਸਿੱਖ ਜਗਤ ਵਿੱਚ ਸਤਿਕਾਰ ਇੰਨਾ ਸੀ ਕਿ ਕੋਈ ਵੀ ਉਹਨਾਂ ਦੀ ਆਖੀ ਗੱਲ ਮੋੜਦਾ ਨਹੀਂ ਸੀ। ਮਾਤਾ ਜੀ ਨੇ ਚਿੱਠੀ ਵਿੱਚ ਲਿਖਿਆ ਸੀ, ਸੋਢੀ ਕੁੱਲ ਵਿੱਚ ਰੌਲਾ ਪੈ ਗਿਆ ਹੈ, ਸੰਗਤਾਂ ਸ਼ੰਕਾ ਕਾਰਨ ਭਟਕ ਰਹੀਆਂ ਹਨ। ਹਾਲਤ ਐਸੀ ਹੋਈ ਹੈ ਜਿਵੇਂ ਮਲਾਹ ਬਿਨਾਂ ਬੇੜੀ ਅਤੇ ਆਗੂ ਬਿਨਾਂ ਫੌਜ ਬੇਮੁਹਾਰਾ ਹੋ ਜਾਂਦੀ ਹੈ। ਜਦ ਤੇਗ ਬਹਾਦਰ ਆਪਾਂ ਨਹੀਂ ਜਿਤਾਉਣਾ ਚਾਹੁੰਦੇ, ਤੁਸੀਂ ਪੁੱਜ ਕੇ ਨਿਰਣਾ ਕਰੋ। ਉਧਰ ਦਿੱਲੀ ਦੀ ਸੰਗਤ ਵੀ ਦੀਵਾਨ ਦਰਗਾਹ ਮੱਲ ਦੀ ਅਗਵਾਈ ਹੇਠਾਂ ਬਾਬਾ ਬਕਾਲਾ ਵੱਲ ਚੱਲ ਪਈ। ਪਹਿਲਾਂ ਸੰਗਤ ਵਿੱਚੋਂ ਕੁਝ ਮੁਖੀ ਕੀਰਤਪੁਰ ਪੁੱਜੇ ਅਤੇ ਭਾਈ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਸੰਗਤ ਨਾਲ ਚੱਲ ਪਏ। ਇੱਧਰ ਜਦ ਸੰਗਤਾਂ ਗੋਇੰਦਵਾਲ ਅਤੇ ਅੰਮ੍ਰਿਤਸਰ ਤੋਂ ਆਈਆਂ ਤਾਂ ਬਾਬਾ ਬਕਾਲਾ ਬਾਹਰ ਹੀ ਰੁਕ ਗਈਆਂ। ਭਾਈ ਗੜੀਆ ਜੀ ਨੇ ਸੋਚਿਆ ਕਿ ਜੇ ਸਿੱਧਾ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਜਾਂਦੇ ਹਾਂ ਤਾਂ ਧੀਰ ਮੱਲ ਅਤੇ ਬਾਕੀ ਦਾਅਵੇਦਾਰਾਂ ਰੌਲਾ ਪਾਉਣਗੇ ਅਤੇ ਧੀਰ ਮੱਲ ਪਾਸ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਰੁਕਣਾ ਹੀ ਠੀਕ ਹੈ। ਬੰਸਾਵਾਲੀ ਨਾਮੇ ਵਿੱਚ ਲਿਖਿਆ ਮਿਲਦਾ ਹੈ ਕਿ ਬਾਹਰ ਠਹਿਰੀਆਂ ਸੰਗਤਾਂ ਵਿੱਚੋਂ ਕੁਝ ਕੁ ਨੂੰ ਧੀਰ ਮੱਲ ਦੇ ਸਾਥੀ ਖਿੱਚ ਕੇ ਲੈ ਗਏ। ਭਾਦੋਂ ਦਾ ਮਹੀਨਾ ਸੀ। ਜਿੱਧਰ ਉਹ ਗਏ ਉਧਰ ਉਹਨਾਂ ਉੱਤੇ ਐਸੀ ਬਿਜਲੀ ਅਤੇ ਬੱਦਲ ਪਿਆ ਕਿ ਉਹ ਦੌੜ ਕੇ ਗੁਰੂ ਸੰਗਤਾਂ ਵਿੱਚ ਆ ਮਿਲੇ। ਭਾਦੋਂ ਦਾ ਮਹੀਨਾ ਅੱਧਾ ਸੀ ਗਿਆ ਜੋ ਧੀਰ ਮੱਲ ਵੱਲ ਸੇ ਟੁਰੇ, ਤਿਸ ਨੂੰ ਟੁੱਟ ਬੱਦਲ ਪਿਆ। ਇਹ ਕੌਤਕ ਦੇਖ ਬਾਬਾ ਦਵਾਰਕਾ ਦਾਸ ਜੀ ਨੇ ਕਿਹਾ ਕਿ ਸਾਨੂੰ ਜੱਕੋ ਤੱਕੋ ਵਿੱਚ ਨਹੀਂ ਪੈਣਾ ਚਾਹੀਦਾ, ਜੋ ਹੋਵੇ ਸੋ ਹੋਵੇ। ਗੁਰੂ ਵਿੱਚ ਤਾਂ ਵਾਹਿਗੁਰੂ ਵਾਲਾ ਸੁਭਾਅ ਹੈ, ਉਹ ਕਿਸੇ ਦਾ ਥਾਪਿਆ ਨਹੀਂ ਹੁੰਦਾ। ਜਪਜੀ ਸਾਹਿਬ ਵਿੱਚ ਜੋ ਲਿਖਿਆ ਹੈ ਉਹ ਹੀ ਸੱਚ ਹੈ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ, किसी बात की गणत न कीजे, जो जप में लिखा कहे सुन लीजे। थाप्या न जाए कीता न होए, आपे आप निरंजन सोए। गुरु तेग बहादुर पूर्ण होए, चलिए तहाँ गिनती नहीं कोई। सब चल के माता नानकी जी कोल गए। माता जी नाल सलाह करके सारे गुरु तेग बहादुर जी पास गए। द्वारका दास जी ने हाथ जोड़ बेनती की, तुसी गुरु हो, तुहानू छुप के नहीं बैठना चाहिए। संगतां दर्शन तो बगैर व्याकुल हो रही हैं। दिल्ली दी संगत भी नरेल 5 पैसे ਅਤੇ ਹੋਰ ਸਮੱਗਰੀ ਲੈ ਕੇ ਪੁੱਜੀ। 11 ਅਗਸਤ 1664 ਨੂੰ ਬਕਾਲੇ ਵਿੱਚ ਦੀਵਾਨ ਲਗਾਇਆ ਗਿਆ। ਸਭ ਸੰਗਤਾਂ ਜੁੜ ਬੈਠੀਆਂ। ਕਿਰਤਪੁਰ ਤੋਂ ਬਾਬਾ ਸੂਰਜ ਮੱਲ ਜੀ ਦੇ ਬੇਟੇ ਦੀਪ ਚੰਦ ਅਤੇ ਨੰਦ ਚੰਦ ਜੀ ਵੀ ਪੁੱਜ ਗਏ ਸਨ। ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਅੱਗੇ ਵੱਧ ਕੇ ਤਿਲਕ ਲਗਾਇਆ ਤੇ ਸਾਰੀ ਸਮੱਗਰੀ ਮਹਾਰਾਜ ਨੂੰ ਭੇਂਟ ਕੀਤੀ। ਸਭ ਨੇ ਖੁਸ਼ੀ ਦੇ ਜਕਾਰੇ ਛੱਡ ਕੇ ਵਧਾਈਆਂ ਦਿੱਤੀਆਂ, ਭੇਟਾਂ ਚੜਾਈਆਂ। ਦੀਵਾਨ ਹੁਣ ਰੋਜ਼ ਸੱਜਣ ਲੱਗੇ। ਧੀਰ ਮੱਲ ਨੇ ਗੁਰੂ ਤੇਗ ਬਹਾਦਰ ਦੀ ਸਿੱਧੀ ਵਿਰੋਧਤਾ ਆਰੰਭ ਕਰ ਦਿੱਤੀ ਅਤੇ ਟੱਕਰ ਲੈਣ ਦੀਆਂ ਤਿਆਰੀਆਂ ਕਰਨ ਲੱਗਾ। ਮਹਾਰਾਜ ਨੇ ਸੰਗਤਾਂ ਨੂੰ ਸ਼ਾਂਤ ਰਹਿਣ ਦਾ ਹੁਕਮ ਦਿੱਤਾ। ਕੀਰਤਨ ਉਪਰੰਤ ਗੁਰੂ ਜੀ ਆਪ ਰੋਜ਼ ਕਥਾ ਵੀ ਕਰਨ ਲੱਗ ਪਏ। ਗੁਰੂ ਲਾਧੋਰੇ ਭਾਈ ਮੱਖਣ ਸ਼ਾਹ ਬਾਬਾ ਬਕਾਲਾ 9 ਅਕਤੂਬਰ 1664 ਨੂੰ ਪੁੱਜਾ। ਉਹਨਾਂ ਨਾਲ ਉਸਦੇ ਬੇਟੇ ਲਾਲ ਚੰਦ, ਚੰਦੂ ਲਾਲ ਅਤੇ ਧਰਮ ਪਤਨੀ ਸਲੋਜੀ ਸੀ। ਮੱਖਣ ਸ਼ਾਹ ਇੱਕ ਵੱਡਾ ਵਪਾਰੀ ਸੀ। ਗੁਰੂ ਘਰ ਦਾ ਅਨੰਨ ਪ੍ਰੇਮੀ, ਸ਼ਰਧਾਲੂ ਅਤੇ ਸਿੱਧਕੀ ਸਿੱਖ ਸੀ। ਦ੍ਰਿੜ ਪ੍ਰਤੀਤ ਗੁਰਪ੍ਰੇਮੀ ਰਿਹਾ। ਮੁਗਲ ਫੌਜ ਨੂੰ ਰਸਦ ਅਪੜਾਉਣ ਦਾ ਕਾਰਜ ਉਸ ਪਾਸ ਸੀ। ਸੁਰਤ ਦੀ ਬੰਦਰਗਾਹ ਲਾਗੇ ਇੱਕ ਵਾਰੀ ਸਮਾਨ ਦਾ ਲੱਦਿਆ ਜਹਾਜ਼ ਬਹੁਤ ਜ਼ੋਰ ਲਗਾਉਣ ਤੇ ਵੀ ਟਿਕਾਣੇ ਨਾ ਲੱਗਾ। ਜਿਉਂ-ਜਿਉਂ ਯਤਨ ਕਰੇ ਉਹ ਬਰੇਤੇ ਵਿੱਚ ਹੀ ਫਸੀ ਜਾਏ। ਛਲ ਆਉਣ ਤੇ ਹੋਰ ਦੂਰ ਹੋ ਗਿਆ। ਉਸ ਨੇ ਇਕਾਗਰ ਚਿੱਤ ਜਪਜੀ ਦਾ ਪਾਠ ਕੀਤਾ ਤੇ ਸਮਾਪਤੀ ਪਿੱਛੋਂ ਗੁਰੂ ਨਾਨਕ ਦੀ ਗੱਦੀ ਦਾ ਧਿਆਨ ਕਰਕੇ ਅਰਦਾਸ ਕੀਤੀ। ਕਰ ਚਿੱਤ ਇਕਾਗਰ ਜਪ ਕੋ ਪੜਾ, ਪੁੰਨ ਸਤਿਗੁਰ ਜੀ ਕਾ ਕੀਆ ਧਿਆਨ। ਮਨ ਮਿਟੋ ਭਰਮ ਗੁਰ ਲੇਹ ਪਛਾਣ। ਗੁਰੂ ਮਿਹਰ ਸਦਕਾ ਬੇੜਾ ਬੰਨੇ ਲੱਗਾ। ਮਾਲ ਵੇਚ ਬਹੁਤ ਧਨ ਕਮਾਇਆ ਤੇ ਦਸਵੰਧ ਗੁਰੂ ਨਿਮਿਤ ਕੱਢਿਆ। ਬਹੁਤ ਧਨ ਲਾਭ ਬਣਜ ਤੇ ਆਵਾ, ਤਹਿ ਦਸਵੰਧ ਕੋ ਮੈਂ ਨਿਸਕਾਵਾਂ। ਦਸਵੰਧ ਦੀ ਰਕਮ ਲੈ ਕੇ ਉਹ ਦਿੱਲੀ ਪੁੱਜਾ, ਕਿਉਂਕਿ ਉਹ ਇਹ ਹੀ ਜਾਣਦਾ ਸੀ ਕਿ 8ਵੇਂ ਪਾਤਸ਼ਾਹ ਦਿੱਲੀ ਹਨ। ਦਿੱਲੀ ਹੀ ਉਸ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਜੀ ਬਾਬਾ ਬਕਾਲਾ ਆਖ ਕੇ ਜੋਤੀ ਜੋਤ ਸਮਾ ਗਏ ਹਨ। ਬੇਟੇ, ਘਰ ਵਾਲੀ ਅਤੇ 500 ਕਰਮਚਾਰੀ ਉਸ ਦੇ ਨਾਲ ਸਨ। ਕੁਝ ਸਾਥੀ ਸ਼ਸਤਰਬੱਧ ਵੀ ਸਨ। ਬਾਬਾ ਬਕਾਲਾ ਪੁੱਜ ਟਿਕਾਣਾ ਉਸ ਬਾਹਰ ਕੀਤਾ, ਜਿੱਥੇ ਹੁਣ ਗੁਰਦੁਆਰਾ ਛਾਵਣੀ ਸਾਹਿਬ ਹੈ। ਸੋਢੀਆਂ ਨੇ ਆਪਣੇ ਆਪਣੇ ਮਸੰਦ ਭੇਜੇ। ਧੀਰ ਮੱਲ ਦੇ ਹਾਮੀਆਂ ਉਸ ਪਾਸ ਆ ਦਲੀਲ ਇਹ ਕੀਤੀ ਕਿ ਇਹ ਗੁਰਿਆਈ ਬਾਬਾ ਗੁਰਦਿੱਤਾ ਜੀ ਦੇ ਘਰ ਹੀ ਰਹਿਣੀ ਹੈ, ਕਿਉਂਕਿ ਪਹਿਲਾਂ ਉਹਨਾਂ ਦੇ ਪੋਤਰੇ ਗੁਰੂ ਹਰ ਰਾਏ ਜੀ ਨੂੰ ਦਿੱਤੀ ਗਈ ਸੀ, ਫਿਰ ਉਹਨਾਂ ਦੇ ਸਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ। ਹੁਣ ਅਸਲ ਵਾਰਿਸ ਧੀਰ ਮੱਲ ਹੈ।
अते गुरु ग्रंथ साहिब भी उस पास है। गुरु ग्रंथ है इनके माही। मक्खण शाह सब कुछ सुनते रहे। उन्हां वाचिया कि गुरु तां दाता है, ਇਹ ਤਾਂ ਮੰਗते ਹਨ, ਮੰਗता गुरु नहीं हो सकता। ਇਹ ਨਿਰਤਰ शाह ਦੀ हुंडी समान ਹਨ। फिर उस सोचिया कि जे दसवंध ठीक थां ना पुज्जा तां भी शोभदा नहीं। ਇਹ विचार के मक्खण शाह ने ਇਹ गल धारी कि सब अखौतियां अगे दो दो मोहरां रखियां जाण। दोए दोए मोहरां दिओ सब ताईं। ਅਤੇ जिस ने सारा जहाज का समाचार सुना के पूरी भेटा मंग ली, ਉਹ ही गुरु होवेगा। दूजे दिन सब तो पहला ਉਹ ਧੀਰ ਮੱਲ पास पुज्जा। ਧੀਰ ਮੱਲ ने उसनूं आउंदियां ही कीमती ਸਰੋਪਾ दिता। ਇਹ सब ਉਹ इस आस ते कर रहा सी कि मक्खण शाह बहुत भेटा रखेगा, पर मक्खण शाह तां जहाज का समाचार चाहुंदा सी। इसे तरह ਉਹ होर कई सोढियां पास गया तां दो दो मोहरां रखियां। बकाला विच इंज हो रहा सी जिवें शेर तां बण विच छुप जाए अते हिरन आखण लग पए कि ਉਹ ही शेर है। उधर माता नानकी जी गुरु तेग बहादुर नूं आखदे रहिंदे सन कि जे तुसीं सिੱਖੀ बूटे दी राखी नहीं करोगे तां ਇਹ मुरझा जाएगा। कुछ मुखी सिखां कहा कि ਉਹ मक्खण शाह नूं जाके दसदे हन, पर गुरु जी ने वर्ज दिता। इधर मक्खण शाह सोचण लगा कि गुरु हरकृष्ण जी दे वाक अटल हन। सूरज बेशक ठंडा हो जावे, चंद गर्म हो जावे, हवा रुक जाए, पर्बत हिल जावे, पृथ्वी टुर पए, समुंदर सुक जाए, बर्फ अग बराबर हो जाए, तारे दौड़न लग पैण, सब अपनी अपनी किरत छड्ड देण, गुरु वाक अटल है। तो न सतगुर होए बचन कूरा। जद सारे सोडी शाम नूं एक थां ते इकट्ठे होए तां मक्खण शाह ने पुछया कि कोई रह तां नहीं गया। एक ने दस्सिया कि गुरु तेग बहादुर जी रह गए हन। गुरु बचन होण वेले केवल ओहो ही बाबा बकाला रहिंदे सन, बाकी तां सब पिछों आए हन। मक्खण शाह दसे टिकाणे वल तुर पिया। भीड़ दा आउणा सुण के गुरु तेग बहादुर जी ने एक सिख भेजिया कि गुरु घर अदब नाल आईदा है। यह सुनेहा मिलन ते साथियां नूं उस रोक दिता ते इकल्ला ही चल पिया। जद मक्खण शाह ने गुरु तेग बहादुर जी अगे दो मोहरां ही रखियां तां गुरु जी ने हुण चुप रहना ठीक ना जाण सहज सुभाव फरमाया। जो गुरु घर दी पूरी भेटा है ओह रख दे, उसनूं अपने पास ना रख। सागर विच जहाज अड़न ते फिर पार होण वेले जो संकल्प कीता सी अते जो गुरु घर दा 10वां हिस्सा है ਉਹ सारे दा सारा दे देवो। फिर नौवें पातशाह ने मोढे दी चोट दा निशान दिखला के कहा, भेटा ना छुपाओ। महिमा प्रकाश दे शब्दां विच सुन सिख डुबदी नाओ, तुम हम कंडे दीन लगाए, कंडे मोह घासी लगी, क्यों पूजा रखो दुराए। मक्खण शाह यह सुनदे सार अवाक ही हो गया। फिर हथ जोड़ कहा, तुसीं डुबदे नूं फिर बचा लिया है, भटकदे नूं टिका दिता है, मरे होए नूं जवाल दिता है। कवि कंकण दे कहण अनुसार पाया है साचा गुरु आख्या अते खुश वक्त दे लिखे अनुसार गुरु ला दो रे। तुसीं जो गुरु ढूंढ रहे हो आओ अते दौलते दीदार पाओ। रात पै जाण कारण सिद्धा अपने टिकाणे आया। रात भर विच पोशाका तैयार कीता। किसे गुरु दा हुक्म भी सुनाया कि जो प्रगट करे उसका मूँह काला होवे। मक्खण शाह लगन विच लगा रहा। अमृत वेले ही नवां पोशाका लै भेटा नाल रख अते लंगर तो कालख लैके मूँह ते पोछ लई। साथियां संगतां अते होर लोकां समेत महाराज दे हाजिर होया, पोशाका पहनाया। महाराज ने भरी संगत विच मक्खण शाह नूं कहा, तू टलिया नहीं। गुरु वाक दा भारी भार तू पहला ही मूँह काला करके परां कर दिता। धन सिख ते धन सिखी। यह भुलना नहीं चाहिए कि गुरगद्दी कोई प्रभुता नहीं, मौज नहीं, जिम्मेवारी है। मक्खण शाह ने हुण मौका संभालदे कहा, महाराज जे तुसीं छुपे रहिंदे तां सिख भटक भटक अशरदक हो जाणे सन, गुरु महिमा घट जाणी सी। हुण किरपा कीती जे यह जिम्मेवारी संभाल के जीवन दान दिओ। उधर गुरु तेग बहादुर जी बाहर आए। इधर मक्खण शाह चढ़ ऊंचे मंदिर यह सुनाया, आवो गुरसिख मैं सतगुर लादा, जाकी महिमा अगम अगाधा। सूर्य प्रकाश का लिखारी लिखता है कि मक्खण शाह जोर लगा लगा उची उची कही जा रहा सी, भूलिए संगत सोने सुकान, सतगुर लदा महद महान, संसे हृदय को तजीके, जन्म सुधारो श्री गुरु भजीके। चारे पासे फिर दौड़ दौड़ मक्खण शाह आखी जाए, गुरु सच्चा इधर है। चौहों दिस मह मुख कर कर कहे, भूली संगत गुर ऐ है।
ਇਹ ਸੁਣਦੇ ਹੀ ਸਾਰੀਆਂ ਸੰਗਤਾਂ ਭੱਜ ਭੱਜ ਗੁਰੂ ਜੀ ਦੇ ਟਿਕਾਣੇ ਆਉਣ ਲੱਗੀਆਂ। ਕੜਾਹ ਪ੍ਰਸ਼ਾਦ ਕਰਕੇ ਮੱਖਣ ਸ਼ਾਹ ਨੇ ਅਰਦਾਸ ਕੀਤੀ ਅਤੇ ਭਰੇ ਦੀਵਾਨ ਵਿੱਚ ਉਸੇ ਕਿਹਾ, ਹੁਣ ਕਿਸੇ ਭਰਮ ਭੁਲੇਖੇ ਵਿੱਚ ਨਾ ਪੈਣਾ। ਗੁਰੂ ਤੇਗ ਬਹਾਦਰ ਜੀ ਹੀ ਗੁਰੂ ਹਰਕ੍ਰਿਸ਼ਨ ਜੀ ਦੇ ਬਾਅਦ ਹਨ ਅਤੇ ਬਾਬਾ ਆਖ ਉਹਨਾਂ ਨੇ ਇਹਨਾਂ ਦਾ ਹੀ ਸੱਚਾ ਪਤਾ ਦਿੱਤਾ ਸੀ। ਸੱਚੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਭਟਕਣ ਦੀ ਹੁਣ ਲੋੜ ਨਹੀਂ। ਦਰਸ਼ਨ ਕਰਕੇ ਮਨ ਦੀਆਂ ਮੁਰਾਦਾਂ ਇੱਥੇ ਹੀ ਪੂਰੀਆਂ ਹੋਣੀਆਂ ਹਨ। ਸ਼ਹੀਦ ਬਿਲਾਸ ਦੇ ਕਰਤੇ ਅਨੁਸਾਰ ਸਭ ਇੰਜ ਛੁਪ ਗਏ ਜਿਵੇਂ ਸੂਰਜ ਨਿਕਲਣ ਨਾਲ ਰਾਤ ਅਲੋਪ ਹੋ ਜਾਂਦੀ ਹੈ। ਤਬ ਮੰਜੀ ਸਭ ਹੀ ਛਿਪ ਗਈ, ਤੇਜ ਤਰਨ ਤੇ ਜਿਉ ਨਿਸ ਗਈ। ਸੌ ਪ੍ਰਗਟੇ ਗੁਰੂ ਤੇਗ ਬਹਾਦਰ, ਜਨ ਆਪਣੇ ਕੀ ਰਾਖੀ ਚਾਦਰ। ਬੂਟੇ ਸ਼ਾਹ ਨੇ ਤਵਾਰੀਖ ਪੰਜਾਬ ਵਿੱਚ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਬੇਪਰਵਾਹ ਮਰਦੇ ਆਜ਼ਾਦ ਸਨ ਅਤੇ ਲੋਕਾਂ ਕੋਲੋਂ ਆਪਾ ਛੁਪਾ ਕੇ ਰੱਖਦੇ ਸਨ। ਮੱਖਣ ਸ਼ਾਹ ਨੇ ਜਦ ਮੱਥਾ ਟੇਕਿਆ ਤਾਂ ਦਰਵੇਸ਼ਾਂ ਵਾਲੀ ਸ਼ਕਲ ਅਤੇ ਪਾਕ ਪਵਿੱਤਰ ਸੁਭਾਅ ਦੇਖ ਕੇ ਕੀਲਿਆ ਗਿਆ। ਜਦ ਮੱਖਣ ਸ਼ਾਹ ਨੇ ਗੁਰੂ ਲਾਧੋਰੇ ਸਭ ਪਾਸੇ ਉੱਚੇ ਉੱਚੇ ਆਖ ਸੁਣਾਇਆ ਤਾਂ ਉਸ ਵੇਲੇ ਵੀ ਨਿਮਰਤਾ ਦੀ ਮੂਰਤ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਮੈਂ ਤਾਂ ਫਕੀਰ ਲੋਕ ਹਾਂ, ਇੰਨੀ ਵੱਡੀ ਪਦਵੀ ਦੀ ਜ਼ਿੰਮੇਵਾਰੀ ਚੁੱਕਣ ਯੋਗ ਨਹੀਂ। ਬੂਟੇ ਸ਼ਾਹ ਦਾ ਕਹਿਣਾ ਹੈ ਕਿ ਆਪ ਜੀ ਨੇ ਵੀ ਗੁਰੂ ਹਰਗੋਬਿੰਦ ਜੀ ਦੀਆਂ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ, ਪਰ ਫਿਰ ਕਿਹਾ ਕਿ ਇਹਨਾਂ ਸ਼ਸਤਰਾਂ ਨੂੰ ਸਾਂਭ ਰੱਖੋ, ਤਲਵਾਰ ਦਾ ਧਣੀ ਇੱਕ ਹੋਰ ਪੈਦਾ ਹੋਵੇਗਾ। ਉਧਰ ਗੁਰੂ ਨਿੰਦਕ ਧੀਰਮਲ ਦੀ ਅਗਵਾਈ ਹੇਠਾਂ ਇਕੱਠੇ ਹੋਏ ਅਤੇ ਗਾਉਂਦਾ ਗੁੰਦਣ ਲੱਗੇ। ਉਹਨਾਂ ਸਾਰੇ ਗੁਰਨਿੰਦਕਾਂ ਦੀ ਇੱਕੋ ਹੀ ਦਲੀਲ ਸੀ ਕਿ ਗੁਰੂ ਤੇਗ ਬਹਾਦਰ ਜੀ ਦੇ ਗੱਦੀ ਬੈਠਣ ਨਾਲ ਉਹਨਾਂ ਦੀਆਂ ਭੇਟਾਵਾਂ ਮਾਰੀਆਂ ਜਾਣਗੀਆਂ। ਸ਼ੀਹਾਂ ਮਸੰਦਾਂ ਨੇ ਧੀਰਮਲ ਨੂੰ ਚੁੱਕਦੇ ਹੋਏ ਕਿਹਾ ਕਿ ਪ੍ਰਗਟ ਹੋਣ ਵੇਲੇ ਉਹਨਾਂ ਦੀ ਇੰਨੀ ਭੇਟਾ ਹੋ ਗਈ ਹੈ ਜਿੰਨੀ ਤੇਰੇ ਪਾਸ ਸਾਲਾਂ ਬੱਧੀ ਨਹੀਂ ਆਈ। ਇਹ ਕੁਝ ਕਰ ਗੁਜ਼ਰਨ ਦਾ ਸਮਾਂ ਹੈ। ਧੀਰਮਲ ਨੇ ਵੀ ਰੌ ਵਿੱਚ ਆ ਕੇ ਆਖਿਆ, ਗੁਰੂ ਹਰ ਰਾਏ ਜੀ ਦਾ ਮੈਂ ਵੱਡਾ ਭਰਾ ਹਾਂ, ਅਸੀਂ ਗੁਰੂ ਤੇਗ ਬਹਾਦਰ ਨੂੰ ਗੁਰੂ ਨਹੀਂ ਬਣਨ ਦੇਣਾ। ਇਹ ਪੱਕ ਪਕਾਇਆ ਗਿਆ ਕਿ ਜੇ ਗੁਰੂ ਤੇਗ ਬਹਾਦਰ ਨੂੰ ਜਾਨੋਂ ਵੀ ਮਾਰਨਾ ਪਵੇ ਤਾਂ ਮਾਰ ਦਿੱਤਾ ਜਾਏ। ਮਨਸੂਬਾ ਇਹ ਬਣਿਆ ਕਿ ਮੱਖਣ ਸ਼ਾਹ ਲੁਬਾਣਾ ਦੇ ਆਪਣੇ ਟਿਕਾਣੇ ਮੋੜਨ ਪਿੱਛੋਂ ਹੱਲਾ ਬੋਲ ਦਿੱਤਾ ਜਾਏ, ਹਫੜਾ ਦਫੜੀ ਮਚ ਜਾਏਗੀ ਅਤੇ ਉਸੇ ਰੌਲੇ ਗੌਲੇ ਵਿੱਚ ਗੋਲੀ ਮਾਰ ਦਿੱਤੀ ਜਾਏ। ਧੀਰਮਲ ਨੇ ਕਹਿੰਦੇ ਹਨ ਕਿਹਾ ਸੀ ਕਿ ਮਾਰੇ ਬਗੈਰ ਹੋਰ ਮਰਜ਼ੀ ਜੋ ਕਰ ਲਓ, ਪਰ ਸ਼ੀਹਾਂ ਨੇ ਕਿਹਾ ਕਿ ਮਾਰੇ ਬਗੈਰ ਗੱਲ ਨਹੀਂ ਬਣਨੀ। ਧੀਰਮਲ ਨੇ ਵੀ ਹਾਮੀ ਭਰ ਦਿੱਤੀ। ਸਭ ਤਿਆਰੀਆਂ ਕਰ ਬੈਠੇ, ਨਿਸ਼ਾਨੇ ਸੇਧ ਲਏ। ਗੁਰੂ ਜੀ ਵੀ ਕੁਝ ਚਿਰ ਲਈ ਘੋੜੀ ਤੇ ਸਵਾਰ ਹੋ ਕੇ ਬਾਹਰ ਚਲੇ ਗਏ। ਸੰਗਤਾਂ ਨਾਲ ਹੀ ਸਨ ਪਰ ਕੁਝ ਦੂਰ ਦਰਾਡੇ। ਜਦ ਗੁਰੂ ਜੀ ਬਕਾਲਾ ਦਾਖਲ ਹੋਏ ਤਾਂ ਗੋਲੀਆਂ ਦੀ ਵਿਛਾੜ ਸ਼ੁਰੂ ਹੋ ਗਈ। ਘੋੜੀ ਗੋਲੀਆਂ ਦੀ ਆਵਾਜ਼ ਸੁਣ ਕੇ ਤ੍ਰਿਬਕ ਪਈ ਅਤੇ ਤਿੱਖੀ ਚਾਲ ਚੱਲ ਪਈ। ਗੁਰੂ ਤੇਗ ਬਹਾਦਰ ਜੀ ਅਡੋਲ ਰਹੇ ਅਤੇ ਗੋਲੀ ਚਲਾਉਣ ਵਾਲਿਆਂ ਵੱਲ ਦੇਖ ਸ਼ਾਂਤ ਚਿੱਤ ਗੁਰੂ ਨੇ ਫਰਮਾਇਆ, ਭਲੇ ਧੀਰ ਮੱਲ ਭਲੇ ਜੀ, ਭਲੇ ਧੀਰ ਮੱਲ ਧੀਰ। ਬਹੁਤ ਬਾਰ ਬੋਲੇ ਬਚਨ ਸ਼੍ਰੀ ਪੁੱਤ ਗੁਣੀ ਗਹੀਰ। ਇਹ ਕਹਿੰਦੇ ਹੋਏ ਗੁਰੂ ਤੇਗ ਬਹਾਦਰ ਜੀ ਆਪਣੇ ਨਿਵਾਸ ਸਥਾਨ ਤੇ ਆ ਗਏ। ਆਰਾਮ ਕਰਨ ਲਈ ਘਰ ਦੀ ਛੱਤ ਤੇ ਚਲੇ ਗਏ। ਧੀਰਮਲ ਨੂੰ ਖਬਰ ਪੁੱਜ ਗਈ ਕਿ ਗੁਰੂ ਜੀ ਇਕੱਲੇ ਹਨ। 5 ਬੰਦੂਕ ਬਾਜ਼ਾਂ ਨਾਲ ਧੀਰਮਲ ਅਤੇ ਸ਼ੀਹਾਂ ਪੁੱਜ ਗਏ। ਦੂਜੇ ਕੋਠੇ ਦੀ ਮਮਟੀ ਤੋਂ ਸ਼ੀਹਾਂ ਨੇ ਗੁਰੂ ਜੀ ਦਾ ਨਿਸ਼ਾਨਾ ਸੇਧ ਗੋਲੀ ਚਲਾਈ। ਮਹਾਰਾਜ ਨੇ ਸੀਸ ਹਿਲਾ ਦਿੱਤਾ ਸੀ, ਇਸ ਲਈ ਗੋਲੀ ਮਸਤਕ ਨੂੰ ਛੂੰਹਦੀ ਹੋਈ ਦੂਰ ਚਲੀ ਗਈ। ਮੱਥਾ ਖੂਨ ਨਾਲ ਲੱਥਪੱਥ ਹੋ ਗਿਆ। ਧੀਰਮਲ ਨੇ ਕੋਠੇ ਆ ਕੇ ਕੌੜੇ ਬਚਨ ਵੀ ਬੋਲੇ। ਉਸ ਦੇ ਸਾਥੀ ਸਭ ਭੇਟਾਂ ਤੇ ਹੋਰ ਕੀਮਤੀ ਸਮਾਨ ਲੁੱਟਣ ਲੱਗ ਪਏ। ਇਹ ਦੇਖ ਮਾਤਾ ਨਾਨਕੀ ਜੀ ਝੱਟ ਅੱਗੇ ਖਲੋ ਗਏ ਅਤੇ ਉੱਚੀ ਆਵਾਜ਼ ਨਾਲ ਕਿਹਾ, ਤੂੰ ਕੌਣ ਹੈ? ਗੁਰੂ ਦੀ ਸ਼ਾਨ ਵਿੱਚ ਮਾੜੇ ਕੌੜੇ ਬਚਨ ਬੋਲਣ ਵਾਲਾ, ਤੂੰ ਕਰਤਾਰਪੁਰ ਤੋਂ ਇੱਥੇ ਆ ਕੇ ਦੰਭ ਖਿਲਾਰਿਆ ਹੈ, ਰੌਲਾ ਮਚਾਇਆ ਹੈ। ਜੇ ਤੇਰੇ ਵਿੱਚ ਇੰਨੀ ਸ਼ਕਤੀ ਸੀ ਤਾਂ ਉੱਥੇ ਹੀ ਸੰਗਤਾਂ ਨੂੰ ਆਪਣੇ ਵੱਲ ਖਿੱਚਦਾ। ਤੈਨੂੰ ਈਰਖਾ ਸਾੜ ਰਹੀ ਹੈ, ਤੁਸਾਂ ਜ਼ੋਰ ਦਿਖਾਇਆ ਹੈ। ਇਹ ਜ਼ਹਿਰ ਹੋ ਕੇ ਤੁਹਾਨੂੰ ਮਾਰੇਗਾ। ਅਬ ਜਬਰੀ ਕਰ ਆਨ ਪਰੇ ਹੋ, ਜਿਉਂ ਬਿਖ ਪੀ ਕਰ ਆਪ ਮਰੇ ਹੋ। ਗੁਰੂ ਦਾ ਘਰ ਨਿਮਰਤਾ ਦਾ ਹੈ, ਗੁਮਾਨੀ ਢਹਿ ਜਾਣਗੇ। ਬੁਰਾ ਹੋਣ ਤੁਮਰੋ ਟਿਗ ਆਵਾਂ, ਜਿਸ ਤੇ ਐਸੋ ਗਰਭ ਜਨਾਵਾਂ। ਮਾਤਾ ਨਾਨਕੀ ਜੀ ਨੇ ਅੱਗੇ ਵਧ ਕੇ ਮਹਾਰਾਜ ਦੇ ਮੱਥੇ ਅਤੇ ਚਿਹਰੇ ਤੋਂ ਖੂਨ ਪੂੰਝਿਆ, ਪਰ ਧੰਨ ਗੁਰੂ ਤੇਗ ਬਹਾਦਰ ਜੀ ਸਨ ਜੋ ਉਸ ਦਸ਼ਾ ਵਿੱਚ ਵੀ ਉਪਰਾਮ ਅਤੇ ਅਡੋਲ ਰਹੇ। ਉਸ ਸਮੇਂ ਵੀ ਮਾਤਾ ਜੀ ਨੂੰ ਗੁਰੂ ਜੀ ਨੇ ਇਹ ਹੀ ਕਿਹਾ, ਇਹ ਸਭ ਧੰਨ ਕਰਕੇ ਹੋ ਰਿਹਾ ਹੈ ਅਤੇ ਧੰਨ ਵਿੱਚੋਂ ਇਹ ਹੀ ਨਿਕਲਦਾ ਹੈ। ਧੰਨ ਮੈਂ ਹੈ ਇਹ ਕੁਕਰਮ ਹੀ ਲਹਿਓ। ਪਰ ਮਾਤਾ ਜੀ ਨੇ ਉਸੇ ਗਰਜਵੀਂ ਆਵਾਜ਼ ਵਿੱਚ ਸਾਵਧਾਨ ਅਤੇ ਟਾਕਰਾ ਕਰਨ ਲਈ ਕਿਹਾ, ਜੋ ਬਾਹਾਂ ਦੇ ਜ਼ੋਰ ਅਤੇ
ਧਨ ਕਾਰਨ ਹੰਕਾਰੀ ਹੋ ਜਾਂਦੇ ਹਨ, ਉਹਨਾਂ ਨੂੰ ਸੋਧਣਾ ਹੀ ਬਣਦਾ ਹੈ। ਪਰ ਗੁਰੂ ਜੀ ਨੇ ਉਸ ਸਮੇਂ ਵੀ ਇਹ ਹੀ ਫਰਮਾਇਆ, ਹੰਕਾਰ ਨੂੰ ਧਾਰਨ ਕਰ ਜੋ ਜ਼ੋਰ ਦਿਖਾਉਂਦੇ ਹਨ, ਉਹਨਾਂ ਦੀ ਜੜ ਪ੍ਰਭੂ ਆਪ ਉਖਾੜਦਾ ਹੈ। ਗੋਲੀਆਂ ਦੀਆਂ ਆਵਾਜ਼ਾਂ ਲੁੱਟ ਹੁੰਦੀ ਦੇਖ ਕੁਝ ਸਿੱਖ ਭੱਜ ਕੇ ਮੱਖਣ ਸ਼ਾਹ ਦੇ ਡੇਰੇ ਗਏ ਅਤੇ ਸਾਰਾ ਬਿਰਤਾਂਤ ਸੁਣਾਇਆ ਅਤੇ ਕਿਹਾ ਕਿ ਜੇ ਮਾਤਾ ਨਾਨਕੀ ਜੀ ਨਾ ਡਰਦੇ ਤਾਂ ਕਾਰਾ ਹੋ ਜਾਣਾ ਸੀ। ਮੱਖਣ ਸ਼ਾਹ ਨੇ ਕਿਹਾ, ਗੁਰੂ ਜੀ ਮਾਣ ਹੁੰਦੇ ਨਿਰਮਾਣ ਹਨ, ਸਾਡਾ ਫਰਜ਼ ਹੈ ਕਿ ਹੰਕਾਰੀਆਂ ਤੇ ਦੋਖੀਆਂ ਨੂੰ ਸਜ਼ਾ ਦੇਈਏ। ਸਾਰਾ ਡੇਰਾ ਹੀ ਵਾਹੋ ਦਾਹੀ ਬਕਾਲਾ ਵੱਲ ਚੱਲ ਪਿਆ। ਧੀਰ ਮੱਲ ਮੱਖਣ ਸ਼ਾਹ ਦਾ ਨਾਂ ਸੁਣਦੇ ਸਾਰ ਘਬਰਾ ਗਿਆ। ਮੱਖਣ ਸ਼ਾਹ ਨੇ ਹੱਲਾ ਬੋਲ ਦਿੱਤਾ। ਧੀਰ ਮੱਲ ਦੇ ਸਾਥੀਆਂ ਦੇ ਸਾਰੇ ਸ਼ਸਤਰ ਅਤੇ ਬੰਦੂਕਾਂ ਤੇ ਕਬਜ਼ਾ ਕਰ ਲਿਆ। ਸਾਰਾ ਸਮਾਨ ਜੋ ਉਹ ਲੁੱਟ ਕੇ ਲਿਆਏ ਸਨ, ਧੀਰ ਮੱਲ ਦੇ ਸਾਥੀਆਂ ਦੇ ਸਿਰਾਂ ਤੇ ਹੀ ਚੁਕਵਾ ਕੇ ਗੁਰੂ ਜੀ ਦੇ ਅਸਥਾਨ ਵੱਲ ਚੱਲ ਪਏ। ਸ਼੍ਰੀ ਗ੍ਰੰਥ ਸਾਹਿਬ ਦੀ ਪਾਵਨ ਆਦ ਬੀੜ ਨੂੰ ਵੀ ਅਦਬ ਨਾਲ ਰੱਖ ਲਿਆ। ਸ਼ੀਹਾਂ ਦੀਆਂ ਮੁਸ਼ਕਾਂ ਬੰਨ੍ਹ ਲਈਆਂ। ਧੀਰ ਮੱਲ ਨੂੰ ਨੰਗੇ ਪੈਰੀਂ ਨਾਲ ਟੋਰ ਲਿਆ। ਧੀਰ ਮੱਲ ਨੇ ਹੱਥ ਜੋੜੇ ਕਿ ਉਸ ਨੂੰ ਇਸ ਤਰ੍ਹਾਂ ਨਾ ਲੈ ਕੇ ਜਾਇਆ ਜਾਏ, ਪਰ ਮੱਖਣ ਸ਼ਾਹ ਨੇ ਕਿਹਾ ਕਿ ਸਭ ਤੇਰੇ ਕਰਕੇ ਹੋਇਆ ਹੈ, ਫਿਰ ਵੀ ਗੁਰੂ ਸੰਤਾਨ ਹੋਣ ਨਾਤੇ ਤੈਨੂੰ ਛੱਡ ਦਿੰਦੇ ਹਾਂ। ਜਦ ਮਸ਼ਕਾਂ ਬੰਨੀ ਸਮਾਨ ਉਠਾਏ ਧੀਰ ਮੱਲ ਦੇ ਸਾਥੀ ਗੁਰੂ ਜੀ ਦੇ ਅਸਥਾਨ ਪੁੱਜੇ ਤਾਂ ਗੁਰੂ ਜੀ ਨੇ ਕਿਹਾ, ਸਭ ਧਨ ਮੋੜ ਦਿਓ ਅਤੇ ਇਹਨਾਂ ਨੂੰ ਛੱਡ ਦਿਓ। ਇੰਨਾ ਮਾੜਾ ਕੀਤਾ ਸੀ, ਪਰ ਸਭ ਤ੍ਰਿਸ਼ਨਾਧੀਨ ਕੀਤਾ ਸੀ। ਸਭ ਧੀਰ ਮੱਲ ਨੂੰ ਮੋੜ ਦਿਓ। ਮੱਖਣ ਸ਼ਾਹ ਨੇ ਜਦ ਕਿਹਾ, ਮਾਲਕ ਅਪਰਾਧੀਆਂ ਨੂੰ ਬਖਸ਼ ਦੇਣਾ ਨੀਤੀ ਦੇ ਵਿਰੁੱਧ ਹੈ, ਤਾਂ ਆਪ ਜੀ ਨੇ ਫਰਮਾਇਆ, ਦਰਬ ਕੇ ਕਾਰਨੇ ਗੁਰੂ ਮਹਾਰਾਜ ਨੇ ਨਹੀਂ ਬੈਠ ਇਹ ਦੁਕਾਨ ਪਾਈ। ਫਿਰ ਸਭ ਨੂੰ ਸਮਝਾਇਆ ਕਿ ਕ੍ਰੋਧ ਮਨੁੱਖ ਦੇ ਹਿਰਦੇ ਵਿੱਚ ਉਤਪੰਨ ਹੋ ਕੇ ਉਸ ਨੂੰ ਦੁੱਖ ਦਿੰਦਾ ਹੈ। ਜਿਸ ਪਦਾਰਥ ਤੋਂ ਸੁੱਖ ਦੀ ਇੱਛਾ ਉਹ ਹੀ ਦੁਖਦਾਈ ਸਾਬਿਤ ਹੁੰਦਾ ਹੈ। ਕ੍ਰੋਧ ਆਤਮਾ ਹੀ ਭੁੰਨ ਦਿੰਦਾ ਹੈ ਅਤੇ ਫਿਰ ਉਸ ਦਾ ਸੌਣਾ ਖਾਣਾ ਹੀ ਹਰਾਮ ਹੋ ਜਾਂਦਾ ਹੈ ਅਤੇ ਬਦਲੇ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਗੁਰੂ ਅਰਜਨ ਦਾ ਫਰਮਾਨ ਹੈ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੇ। ਗੁਰਸਿੱਖ ਨੂੰ ਇਹ ਨਹੀਂ ਸੋਭਦਾ ਕਿ ਉਹ ਮਨ ਚਿੱਤ ਕਰਕੇ ਵੀ ਕ੍ਰੋਧ ਨੂੰ ਨੇੜੇ ਆਉਣ ਦੇਵੇ। ਵਿਕਾਰ ਤਾਂ ਹੀ ਹਟ ਸਕਦੇ ਹਨ ਜੇ ਇੱਛਾ ਹਟਾਈ ਜਾਏ। ਇੱਛਾ ਮੁੱਕਣ ਨਾਲ ਹੀ ਵਿਕਾਰ ਮੁੱਕ ਜਾਂਦੇ ਹਨ। ਮੁੱਖ ਧਰਮ ਖਿਮਾ ਹੈ ਅਤੇ ਖਿਮਾ ਹੀ ਵੱਡਾ ਤਪ ਹੈ। ਖਿਮਾ ਕਰਨਾ ਹੀ ਵੱਡਾ ਦਾਨ ਹੈ। ਖਿਮਾ ਹੀ ਸਭ ਤੀਰਥਾਂ ਦੇ ਇਸ਼ਨਾਨ ਹਨ। ਖਿਮਾ ਨਾਲ ਹੀ ਮੁਕਤੀ ਪ੍ਰਾਪਤ ਹੁੰਦੀ ਹੈ ਅਤੇ ਖਿਮਾ ਕਰਨ ਬਰੋਬਰ ਕੋਈ ਗੁਣ ਨਹੀਂ। ਕਰਨੀ ਸ਼ਿਮਾ ਮਹਾਤਪ ਜਾਣ, ਸ਼ਿਮਾ ਕਰਨੀ ਹੀ ਦਰੈਬੋ ਦਾਨ। ਸ਼ਿਮਾ ਸਕਲ ਤੀਰਥ ਇਸ਼ਨਾਨ, ਸ਼ਿਮਾ ਸਕਤ ਨਰਕੀ ਕਲਿਆਣ। ਸ਼ਿਮਾ ਸਮਾਨ ਆਣ ਗੁਣ ਨਾਹੀ, ਯਾਹ ਤੇ ਸ਼ਿਮਾ ਧਰੇ ਹੋ ਮਨ ਮਾਹੀ। ਮੱਖਣ ਸ਼ਾਹ ਨੇ ਹੁਕਮ ਤੇ ਫੁੱਲ ਚੜਾਉਂਦੇ ਹੋਏ ਸਭ ਵਸਤੂਆਂ ਵਾਪਸ ਕਰ ਦਿੱਤੀਆਂ ਅਤੇ ਸੁਨੇਹਾ ਘੱਲਿਆ ਕਿ ਇਹ ਹੈ ਗੁਰੂ ਘਰ ਦੀ ਵਡਿਆਈ ਕਿ ਜੋ ਬੁਰਾ ਕਰਦਾ ਹੈ ਉਸ ਨਾਲ ਭਲਾਈ। ਗੁਰੂ ਗ੍ਰੰਥ ਪੰਥ ਦਾ ਸਾਂਝਾ ਵਿਰਸਾ ਕਰਕੇ ਨਾ ਮੋੜਿਆ। ਜਦ ਧੀਰ ਮੱਲ ਨੂੰ ਵਸਤੂਆਂ ਮਿਲੀਆਂ ਤਾਂ ਉਹ ਵੀ ਕਹਿ ਉੱਠਿਆ ਕਿ ਇਹ ਹੀ ਗੁਣ ਹਨ ਗੁਰਤਾ ਦੇ। ਹਿਰਦੇ ਵਿਚਾਰਤ ਹੋ ਬਹੁ ਭਾਂਤ, ਗੁਰਤਾ ਕੇ ਗੁਣ ਇਹ ਬਖਿਆਤ। ਰਾਤੋਂ ਰਾਤ ਧੀਰ ਮੱਲ ਕਰਤਾਰਪੁਰ ਚਲਾ ਗਿਆ ਅਤੇ ਇਹ ਸੋਚਿਆ ਕਿ ਉਹ ਆਪੇ ਹੀ ਗੁਰੂ ਗ੍ਰੰਥ ਸਾਹਿਬ ਵੀ ਭੇਜ ਦੇਣਗੇ। ਇਸੇ ਤਰ੍ਹਾਂ ਹੀ ਹੋਇਆ। ਜਦ ਗੁਰੂ ਜੀ ਸ਼੍ਰੀ ਅੰਮ੍ਰਿਤਸਰ ਵੱਲ ਜਾ ਰਹੇ ਸਨ ਤਾਂ ਉਹਨਾਂ ਡਿੱਠਾ ਕਿ ਪਿੱਛੇ ਬਹੁਤ ਭੀੜ ਹੈ ਅਤੇ ਚੌਰ ਹੋ ਰਹੀ ਹੈ। ਆਪ ਜੀ ਦੀ ਪੁੱਛ ਤੇ ਦੱਸਿਆ ਗਿਆ ਕਿ ਇਹ ਭੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਆਪ ਜੀ ਨੇ ਆਗਿਆ ਕੀਤੀ ਕਿ ਉਸੇ ਸਮੇਂ ਧੀਰ ਮੱਲ ਨੂੰ ਪਹੁੰਚਾਈ ਜਾਏ ਅਤੇ ਜਦ ਕੋਈ ਉਸ ਦੇ ਮੱਥੇ ਲੱਗਣ ਲਈ ਤਿਆਰ ਨਾ ਹੋਇਆ ਤਾਂ ਆਪ ਜੀ ਨੇ ਇੱਕ ਸੁਰੱਖਿਅਤ ਥਾਂ ਰਖਵਾ ਕੇ, ਜਿੱਥੇ ਹੁਣ ਗੁਰਦੁਆਰਾ ਅਮਾਨਤਸਰ ਹੈ, ਸੁਨੇਹਾ ਭੇਜ ਦਿੱਤਾ ਕਿ ਉਹ ਆ ਕੇ ਬੀੜ ਸੰਭਾਲ ਲਵੇ। ਧੀਰ ਮੱਲ ਆਇਆ ਪਰ ਬੀੜ ਨਾ ਦਿਸੇ। ਕਿਸੇ ਕਿਹਾ ਕਿ ਗੁਰੂ ਤੇਗ ਬਹਾਦਰ ਧਿਆਨ ਤਾਂ ਬੀੜ ਮਿਲ ਜਾਏਗੀ। ਉਸ ਐਸਾ ਹੀ ਕੀਤਾ ਤਾਂ ਬੀੜ ਮਿਲ ਗਈ ਅਤੇ ਉਹ ਕਰਤਾਰਪੁਰ ਲੈ ਗਿਆ। ਭਾਗ ਛੇਵਾਂ। ਬਕਾਲਾ ਤਜਿਆ ਮਾਖੋਵਾਲ ਆਵਤ ਭਈ, ਮਾਝਾ ਮਾਲਵਾ ਰਟਨ। ਦੋਖੀਆਂ ਦੇ ਪਛਾੜੇ ਜਾਣ ਤੇ ਮਹਾਰਾਜ ਦੇ ਦਰਸ਼ਨਾਂ ਨੂੰ ਸੰਗਤਾਂ ਨੇ ਵਹੀਰਾਂ ਪਾਉਣੀਆਂ ਆਰੰਭ ਕਰ ਦਿੱਤੀਆਂ। ਆਪ ਜੀ ਆਈਆਂ ਸੰਗਤਾਂ ਨੂੰ ਜੀ ਦਾਨ ਅਤੇ ਭਗਤੀ ਵੱਲ ਲਗਾਉਂਦੇ। ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਅਤੇ ਨਾਮਦਾਨ ਲੈ ਮੁੜਦੀਆਂ। ਬੰਸਾਵਾਲੀ ਨਾਮੇ ਦੇ ਕਹਿਣ ਅਨੁਸਾਰ ਧੀਰ ਮੱਲ ਨੇ ਪੰਜਾਬ ਵਿੱਚ ਆਪਣੇ ਮਸੰਦ ਭੇਜੇ, ਪਰ ਉਸ ਨੂੰ ਸਫਲਤਾ ਨਾ ਮਿਲੀ। ਇੱਕ ਵਿਸ਼ੇਸ਼ ਘਟਨਾ ਦਾ ਵਰਣਨ ਬੰਸਾਵਾਲੀ ਨਾਮੇ ਵਾਲੇ ਕੀਤਾ ਹੈ। ਕਾਬਲ ਦੀਆਂ ਸੰਗਤਾਂ ਵਿੱਚ ਚਿਰਾਂ ਤੋਂ ਦੋ ਮਸੰਦ ਭਾਈ ਚੇਤਾ ਅਤੇ ਭਾਈ ਗੋਂਦਾ ਪ੍ਰਚਾਰ ਕਰ ਰਹੇ ਸਨ। ਉਹਨਾਂ ਵੱਲ ਧੀਰ ਮੱਲ ਨੇ ਜਰੀ ਦੇ ਸਰੋਪਾ ਭੇਜੇ। ਗੁਰੂ ਤੇਗ ਬਹਾਦਰ ਜੀ ਨੇ ਵੀ ਸਾਰੇ ਮਸੰਦਾਂ ਪਾਸ ਦੀਵਾਲੀ ਤੇ ਪੁੱਜਣ ਦਾ ਸੁਨੇਹਾ ਭੇਜਿਆ ਅਤੇ ਨਾਲ ਹੀ ਪ੍ਰਸ਼ਾਦ ਵਜੋਂ ਸਾਦ ਮੁਰਾਦੇ ਸਰੋਪੇ ਭੇਜੇ। ਕਾਬਲ ਦੇ ਮਸੰਦਾਂ ਨੂੰ ਵੀ ਸੁਨੇਹਾ ਅਤੇ ਐਸਾ ਹੀ ਸਰੋਪੇ ਪੁੱਜੇ।
ਸੰਗਤ ਦੋ ਸਰੂਪਾ ਦੇਖ ਦਬਦਾ ਵਿੱਚ ਪੈ ਗਈ ਕਿ ਕਿਸ ਨੂੰ ਗੁਰੂ ਦਾ ਜਾਣ ਆਦਰ ਦਈਏ, ਕਿਸ ਨੂੰ ਬਹਾਈਏ ਮੰਜੀ ਅਤੇ ਕਿਸ ਨੂੰ ਬਹਾਈਏ ਭੋਏ। ਇੱਕ ਸਿੱਖ ਨੇ ਕਿਹਾ ਕਿ ਗੁਰੂ ਦੀ ਧਾਰਨਾ ਭਾਰੀ ਹੈ ਅਤੇ ਗੁਰੂ ਇੱਕੋ ਹੈ, ਬਾਕੀ ਸਭ ਦੰਭ ਪਖੰਡ ਅਤੇ ਦਿਖਾਵਾ ਹੈ। ਜੇਠੇ ਮਸੰਦ ਨੇ ਇਸ ਤੋਂ ਸੰਕੇਤ ਲੈ ਕੇ ਤਕੜੀ ਹੱਥ ਲਈ ਅਤੇ ਜਦ ਗਠੜੀ ਬੰਨ ਸਿਰੋਂ ਪਾਏ ਤੋਲੇ ਤਾਂ ਜ਼ਰੀ ਵਾਲਾ ਪਲੜਾ ਹੌਲਾ ਅਤੇ ਉੱਤੇ ਹੋ ਉੱਠ ਗਿਆ। ਗੁਰੂ ਤੇਗ ਬਹਾਦਰ ਦੀ ਨੀਵੀਂ ਧੀਰ ਮੱਲ ਦੀ ਚੜ੍ਹ ਅਟਾਰੀ। ਸਭ ਨੇ ਇਹ ਹੀ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਧਾਰਨਾ ਭਾਰੀ ਹੈ, ਕੋਈ ਭੁਲੇਖਾ ਹੁਣ ਕਿਸੇ ਪਾਸ ਨਹੀਂ ਸੀ ਰਿਹਾ। ਸਭ ਇਹ ਹੀ ਕਹਿ ਰਹੇ ਸਨ ਕਿ ਤੇਗ ਬਹਾਦਰ ਨਾਨਕ ਸ਼ਾਹੀ ਦਾ ਵਾਰਿਸ ਹੈ ਕੀਤਾ। ਬਾਬਾ ਬਕਾਲਾ ਬੇਸ਼ੱਕ ਮੱਝ ਵਿਚਕਾਰ ਸੀ, ਪਰ ਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਕਾਰਨ ਕੋਈ ਸੁਰੱਖਿਅਤ ਥਾਂ ਨਹੀਂ ਸੀ। ਦੂਜੇ ਕਰਤਾਰਪੁਰ ਲਾਗੇ ਹੋਣ ਕਾਰਨ ਧੀਰ ਮੱਲ ਖਰੂਦ ਪਾਉਣ ਤੋਂ ਹਟਿਆ ਨਹੀਂ ਸੀ। ਰੁਕ ਭਾਵੇਂ ਗਿਆ ਸੀ। ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬਕਾਲਾ ਤਜਨ ਦਾ ਮਨ ਬਣਾ ਲਿਆ ਅਤੇ ਟਿਕਾਣਾ ਕਿਰਤਪੁਰ ਲਾਗੇ ਕਰਨ ਦੀ ਸੋਚੀ। ਕਿਰਤਪੁਰ ਰਹਿੰਦਿਆਂ ਕਈ ਵਾਰੀ ਗੁਰੂ ਤੇਗ ਬਹਾਦਰ ਜੀ ਪਹਾੜੀ ਇਲਾਕਿਆਂ ਵਿੱਚ ਪ੍ਰਚਾਰ ਹਿੱਤ ਵਿਚਰੇ ਸਨ। ਜਦ ਔਰੰਗਜ਼ੇਬ ਦੇ ਤਪਸਵੀ ਸੂਰਜ ਦੀ ਤਪਸ਼ ਵਧੀ ਤਾਂ ਆਪ ਜੀ ਨੇ ਕਿਰਤਪੁਰ ਲਾਗੇ ਦੂਰ ਪਹਾੜੀ ਤੇ ਟਿਕਾਣਾ ਬਣਾਉਣ ਦਾ ਪੱਕਾ ਫੈਸਲਾ ਕਰ ਲਿਆ। ਇਸ ਮੰਤਵ ਨੂੰ ਸਿਰੇ ਚਾੜਨ ਤੋਂ ਪਹਿਲਾਂ ਆਪ ਜੀ ਨੇ ਜ਼ਰੂਰੀ ਜਾਣਿਆ ਕਿ ਮਾਝਾ ਮਾਲਵਾ ਰਟਨ ਕੀਤਾ ਜਾਏ ਅਤੇ ਸੰਗਤਾਂ ਨੂੰ ਨਵੇਂ ਟਿਕਾਣੇ ਬਣਾਉਣ ਦੀ ਮਹੱਤਤਾ ਵੀ ਦਰਸਾਈ ਜਾਏ। ਸੰਗਤਾਂ ਨੂੰ ਸੂਚਿਤ ਅਤੇ ਸੁਚੇਤ ਕਰਨ ਲਈ ਆਪ ਜੀ ਪਹਿਲਾਂ ਮਾਝੇ ਦੇ ਗੁਰੂ ਧਾਮਾਂ ਤੇ ਗਏ। ਦੀਵਾਲੀ ਬਾਬਾ ਬਕਾਲੇ ਵਿਖੇ ਹੀ ਕਰਕੇ ਗੁਰੂ ਜੀ ਸੰਗਤਾਂ ਸਮੇਤ ਸ਼੍ਰੀ ਅੰਮ੍ਰਿਤਸਰ ਵੱਲ ਚੱਲ ਪਏ। ਬਕਾਲਾ ਤੋਂ ਸਠਿਆਲਾ ਅਤੇ ਰਈਆਂ ਤੋਂ ਹੁੰਦੇ ਕਾਲਕਾ ਆਏ। ਉੱਥੇ ਡਿਠਾ ਕਿ ਇੱਕ ਨਾਰੂ ਨਾਂ ਦਾ ਬੱਚਾ ਖੇਤਾਂ ਦੀ ਰਾਖੀ ਤਾਂ ਪਿਆ ਕਰਦਾ ਹੈ, ਪਰ ਨਾਲ ਨਾਲ ਸਿੱਟਿਆਂ ਵਿੱਚੋਂ ਦਾਣੇ ਕੱਢ ਕੱਢ ਪੰਛੀਆਂ ਨੂੰ ਚੋਗਾ ਵੀ ਪਾਈ ਜਾਂਦਾ ਹੈ। ਮਹਾਰਾਜ ਨੇ ਪੁੱਛਿਆ, ਬੇਟਾ ਇਹ ਤੂੰ ਕੀ ਪਿਆ ਕਰਦਾ ਹੈ? ਤਾਂ ਉਸ ਬੜੇ ਭੋਲੇ ਭਾਉ ਕਿਹਾ, ਮਹਾਰਾਜ ਇਹਨਾਂ ਨੂੰ ਵੀ ਤਾਂ ਭੁੱਖ ਤੇ ਲੱਗਦੀ ਹੈ। ਗੁਰੂ ਜੀ ਨਾਲ ਹੀ ਇਹ ਉੱਠ ਟੁਰਿਆ। ਇੰਨਾ ਲਗਾਓ ਉਸ ਦਾ ਗੁਰੂ ਜੀ ਨਾਲ ਹੋ ਗਿਆ ਕਿ ਦਿੱਲੀ ਸ਼ਹੀਦੀ ਪਾਉਣ ਹਿੱਤ ਜਦ ਗੁਰੂ ਜੀ ਗਏ ਤਾਂ ਉਹ ਨਾਲ ਹੀ ਸੀ। ਪਿੱਛੋਂ ਅੰਮ੍ਰਿਤ ਛਕ ਕੇ ਭਾਈ ਨਾਹਰ ਸਿੰਘ ਬਣਿਆ ਤੇ ਆਨੰਦਪੁਰ ਛੱਡ ਜਾਣ ਵੇਲੇ ਗੁਰੂ ਪਰਿਵਾਰ ਦੀ ਰੱਖਿਆ ਕਰਦੇ ਫੱਟੜ ਹੋ ਗਿਆ। ਪਿੱਛੋਂ ਰਾਜੀ ਹੋ ਦਮਦਮਾ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। 22 ਨਵੰਬਰ 1664 ਨੂੰ ਗੁਰੂ ਜੀ ਸ਼੍ਰੀ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਦਾ ਪ੍ਰਬੰਧ ਉਸ ਸਮੇਂ ਮਿਹਰਬਾਨ ਦੇ ਪੁੱਤਰ ਹਰੀ ਜੀ ਦੇ ਹੱਥ ਸੀ। ਹਰ ਜੀ ਮਹਿਲਾ 7ਵਾਂ ਹੇਠਾਂ ਕਵਿਤਾ ਰਚ ਕੇ ਗੁਰਬਾਣੀ ਵਾਂਗੂ ਹੀ ਰਬਾਬੀਆਂ ਕੋਲੋਂ ਸ਼੍ਰੀ ਦਰਬਾਰ ਸਾਹਿਬ ਪੜ੍ਹਾਉਣ ਵੀ ਲੱਗ ਪਿਆ ਸੀ। ਸਿੱਖ ਉਸ ਦੇ ਇਸ ਕਰਮ ਤੋਂ ਦੁਖੀ ਸਨ ਕਿ ਕਈ ਵਾਰੀ ਗੁਰੂ ਹਰ ਰਾਏ ਜੀ ਨੂੰ ਬੇਨਤੀ ਕਰਕੇ ਆਏ ਸਨ ਕਿ ਉਹ ਦਰਬਾਰ ਸਾਹਿਬ ਆ ਕੇ ਇਸ ਕਰਮ ਨੂੰ ਰੋਕਣ। ਹੁਣ ਗੁਰੂ ਤੇਗ ਬਹਾਦਰ ਜੀ ਦਾ ਸ਼੍ਰੀ ਦਰਬਾਰ ਸਾਹਿਬ ਵੱਲ ਆਉਣਾ ਸੁਣ ਕੇ ਹਰ ਜੀ ਨੇ ਦਰਸ਼ਨੀ ਡਿਉੜੀ ਦਾ ਦਰਵਾਜ਼ਾ ਬੰਦ ਕਰਵਾ ਦਿੱਤਾ ਅਤੇ ਆਪੂ ਇਹ ਦਰਸਾਉਣ ਲਈ ਕਿ ਉਸਨੇ ਇਹ ਨਹੀਂ ਕੀਤਾ, ਹੋਰ ਮਸੰਦ ਕਰਨ ਵਾਲੇ ਹਨ, ਚਾਬੀਆਂ ਗੁਰੂ ਤੇਗ ਬਹਾਦਰ ਜੀ ਨੂੰ ਦੇਣ ਲਈ ਗਿਆ। ਭੱਟ ਵਹੀ ਤੁਮਾਰ ਬਜਲਟਨ ਵਿੱਚ ਇਸੇ ਪ੍ਰਕਾਰ ਲਿਖਿਆ ਹੈ। ਪਰ ਨੌਵੇਂ ਪਾਤਸ਼ਾਹ ਨੇ ਹਰ ਜੀ ਨੂੰ ਦੋਹਰੀ ਚਾਲ ਚੱਲਦੇ ਦੇਖਿਆ ਤਾਂ ਆਪ ਜੀ ਅਕਾਲ ਤਖਤ ਲਾਗੇ ਇੱਕ ਥੜੇ ਤੇ ਹੀ ਬੈਠ ਗਏ, ਜਿਸ ਨੂੰ ਹੁਣ ਥੜਾ ਸਾਹਿਬ ਕਹਿੰਦੇ ਹਨ। ਗੁਰੂ ਜੀ ਨੇ ਸੰਗਤਾਂ ਸਮੇਤ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਦੀਵਾਨ ਥੜਾ ਸਾਹਿਬ ਹੀ ਲਗਾ ਦਿੱਤਾ। ਮੱਖਣ ਸ਼ਾਹ ਨੇ ਕਿਹਾ ਕਿ ਆਗਿਆ ਬਖਸ਼ੋ ਤਾਂ ਇਸ ਨੂੰ ਵੀ ਧੀਰ ਮੱਲ ਵਾਂਗ ਹੀ ਸਜ਼ਾ ਦੇਈਏ, ਪਰ ਮਹਾਰਾਜ ਨੇ ਵਰਜਦੇ ਹੋਏ ਫਰਮਾਇਆ ਕਿ ਸਜ਼ਾ ਇਹਨਾਂ ਨੂੰ ਮਿਲ ਹੀ ਰਹੀ ਹੈ। ਲੋਭ ਕਰਕੇ ਤਾਂ ਇਹ ਪਹਿਲਾਂ ਹੀ ਮਰੇ ਹੋਏ ਹਨ। ਧਰੇ ਲੋਭ ਇਹ ਮਰੇ ਅਗਾਰੀ। ਪੂਜਾ ਸਮ ਕੋਈ ਮੈਲਾ ਧਨ ਨਹੀਂ ਹੈ। ਨਾ ਇਹਨਾਂ ਵਿੱਚ ਭਗਤੀ ਰਹੀ ਹੈ, ਨਾ ਜਤ, ਨਾ ਸਤ, ਨਾ ਗਿਆਨ। ਸ਼ਾਮ ਢਲਦੇ ਆਪ ਜੀ ਵੱਲਾ ਪਿੰਡ ਚਲੇ ਗਏ। ਇੱਕ ਸਿੱਖ ਦੇ ਘਰ ਟਿਕਾਣਾ ਕੀਤਾ। ਮਾਈ ਹਰਿਹਾ ਨੇ ਬਹੁਤ ਸੇਵਾ ਕੀਤੀ। ਆਪ ਜੀ ਨੇ ਵੱਲਾ ਗੁਰੂ ਕਾ ਗੱਲਾ ਦਾ ਵਰ ਵੀ ਪਿੰਡ ਨੂੰ ਦਿੱਤਾ। ਵੱਲਾ ਵਿਖੇ ਸੰਗਤਾਂ ਪੁੱਛਿਆ ਕਿ ਮੌਤ ਦਾ ਡਰ ਕਿਵੇਂ ਦੂਰ ਹੋਵੇ, ਕੀ ਕਰਮ ਕਰ, ਮੱਤ ਕਿਹੜੀ ਲਵੇ, ਕਿਹੜਾ ਧਰਮ ਅਪਣਾਏ, ਉਹ ਨਾਮ ਕਿਹੜਾ ਹੈ ਜਿਸ ਨੂੰ ਜਪ ਭਵ ਸਾਗਰ ਪਾਰ ਹੋ ਜਾਈਦਾ ਹੈ। ਮਹਾਰਾਜ ਨੇ ਫਰਮਾਇਆ, ਕਲਯੁਗ ਵਿੱਚ ਕੇਵਲ ਉਸ ਦਾ ਨਾਮ ਹੀ ਪਾਰ ਕਰਨ ਯੋਗ ਹੈ ਅਤੇ ਉਸ ਦੇ ਜਪਣ ਨਾਲ ਸੰਸਾਰ ਸਾਗਰ ਤਰਿਆ ਜਾ ਸਕਦਾ ਹੈ। ਨਾਮ ਜਪਣ ਤੋਂ ਇਲਾਵਾ ਹੋਰ ਕੋਈ ਧਰਮ ਨਹੀਂ। ਉਹ ਵਾਹਿਗੁਰੂ ਕਿਧਰੇ ਦੂਰ ਨਹੀਂ, ਅੰਦਰ ਹੀ ਸਮਾਇਆ ਹੋਇਆ ਹੈ, ਜਿਵੇਂ ਸ਼ੀਸ਼ੇ ਵਿੱਚ ਅਕਸ। ਗੁਰੂ ਜੀ ਦਾ ਦਰਬਾਰ ਸਾਹਿਬ ਤੋਂ ਚਲੇ ਜਾਣਾ ਸੁਣ ਕੇ ਮਸੰਦਾਂ ਨੇ ਹਰਮੰਦਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਸੰਗਤਾਂ ਮੱਖਣ ਸ਼ਾਹ ਦੀ ਅਗਵਾਈ ਹੇਠਾਂ ਦਰਬਾਰ ਸਾਹਿਬ ਗਈਆਂ। ਮੱਖਣ ਸ਼ਾਹ ਨੇ ਕਿਹਾ, ਤੁਸੀਂ ਕਿੰਨੇ ਬੁਰੇ ਹੋ, ਕਿਰਪਾਲੂ ਗੁਰੂ ਦਾਤਾ ਤੁਹਾਡੇ ਪਾਸ ਆਪ ਆਇਆ, ਤੁਸੀਂ ਦਰਵਾਜ਼ੇ ਬੰਦ ਕਰ ਨੱਸ ਗਏ। ਗੁਰੂ ਕੋਈ ਮੱਲਾ ਮਾਰਨ ਨਹੀਂ ਸੀ ਆਏ,
बहुत माड़ा काम तुसां कीता है, अपने पैर आप ही कुहाड़ा मार लिया है। उन्हां ढीठपुणा ना छड्डिया ते बहाना यह बनाया कि अजे गुरु प्रगट नहीं सन होए। सानू की पता कौन गुरु है। मक्खण शाह ने कहा कि ढुचना डाहुण अते बहानेबाजी दा वेला नहीं। गुरु हरकृष्ण जी दे वाक नाल ही गुरु तेग बहादुर जी गद्दी ते बैठे हन। हुण भी जाके वापस लै आओ, खिमा हासिल कर लवो। ਉਹ सब भुल्लां बख्शाउण लई मक्खण शाह नाल वल्ला पिंड चल पए। उधर जद शहर वासियां नूं मसंदा दी करतूत दा पता लगा कि गुरु आए, इन्हां दरवाजे बंद कर लए। दर्शनां तो सब वांझे रहे। प्रेमी उसे समय ही वल्ला वल भज दौड़े। माइयां अगेरे सन, हथ जोड़ उन्हां भुल्लां बख्शाइयां, कोताही दी खिमा मंगी। गुरु महाराज जी ने भी शरदा भगती भीजियां माइयां नूं वर दिता। माइयां रब रजाइयां भगती लाइयां। सवेर वेले मसंद पुजारी अते वास्तेदार भी पुज गए। उन्हां कहा कि असीं डर गए सां, मतां तुहाडे आउण दा सुण के मुगल हकूमत दरबार साहिब ही ना ढा देवे, इस कारण चले गए सां। महाराज उन्हां दीयां गल्लां सुणदे रहे। फिर सहज सुभाए फरमाया, तुहाडे विच मसंदां वाली कोई गल नहीं रही। पूजा दा धान खा के डर तुहाडीਆਂ हड्डियां विच वड़ गया है। तुसीं हिरस अते ईरखा दी अग विच सड़ रहे हो। तुहानूं इह सोभदा नहीं। नहीं मसंद तुम अमृत सरिए, तृष्णा गण अते अंतर सड़िए। अमृत सरिए अंतर सड़िए गुरु तेग बहादुर जी ने किधरे नहीं कहा। कौड़ा बोल न जाने गुरु पातशाह दा सुभाव है। गल यह बनी लगदी है कि पहली तुक दे पहले 3 शब्द नह मसंद तुम अते दूजी तुक दे 2 शब्द तृष्णा गण ते यह जान बुझ के ही ना लगाए अते बाकी रहे अमृत सरिए अंतर सड़िए प्रचलित कर दिते। यह कोई उन्हां शहर संबंधी जां शहर निवासियों संबंधी नहीं आखे सन। उन्हां तां गुरुद्वारियां दा प्रबंध करन वालियां संबंधी कहा, जो धार्मिक स्थानां ते रह के माया विच खच्चत अते ईरखा दी अग विच सड़ रहे सन। फिर जिस गुरु ने अत उत्तेजता दे समय भी यह फरमाया होवे, करनी शिमा महातप जान, शिमा सकल तीर्थ इशनान, ਉਹ आपू कौड़े बचन कदे बोल ही नहीं सकते। फिर समुचे शहर ਲਈ ਇਹ अणजाणपुणे विच जान बुझ के ही कहा जाता रहा है। 3 दिन आप जी वल्ला ही रहे। शहर वासियों ने बेनतियां कीतियां कि अमृतसर फिर चरण पाउण, पर आप उत्थों गुरु का बाग हुंदे होए तरन ताਰਨ गए। वल्ला तो आप जी संगतां नाल ही तरन ताਰਨ गए। उत्थे सरोवर विच इशनान कीता। कोड़ियां लई बने अस्थान ते जाके पहिलां हत्थी सेवा कीती, फिर सहायता दित्ती। माता भानी जी दे खूह ते भी शरदा दे फुੱਲ चाड़न लई गए। उत्थों खडूर साहिब गए अते उन्हां सब थावां ते जिथे गुरु अंगद देव जी टेकदे सन जाके दीवान सजाई। खडूर साहिब अते बाबा मोरी चंद जी दी संतान दे मुखी बाबा द्वारका दास जी, जिन्हां बकाला विखे पुज दवदा दूर करन विच हिस्सा पाया सी, आपू आए अते आदर नाल गोइंदवाल साहिब लै गए। संगतां दा हड़ ही उमड़ पिया लगदा सी। गोइंदवाल साहिब आप जी पोह दी मस्सिया नूं पुजे। कुछ कुछ दिन दीवान सजदे रहे। फिर आप जी ने मालवा दे लखी जंगल वाल जाण दा विचार दस्सिया। गोइंदवाल ही सन कि भाई मूल चंद दा बेटा रघुपत राय खेम करन अपने नगर लै गया। सिख किन्नी शरदा दृढ़ाउण लग पए सन कि एक सिख भाई ध्याना जी ने इच्छा प्रगटाई कि इन्नी मेहर कर जाओ कि ओह उसे वेले प्राण त्याग देवे जद गुरु जी ज्योति जोत समाउण। ऐसा ही होया। जद गुरु जी दिल्ली विखे शहीद किए गए तां भाई ध्याना जी ने प्राण दिते। जिथे भाई जी बिराजे सन उत्थे हुण गुरुद्वारा चैन साहिब है। उत्थों पिंड चोला जो पट्टी तो सरहाली कलां राही 12 कु मील दी वाट ते है पुजे। चोला विखे गुरु नानक साहिब दा चोला साहिब पिया है, जो उन्हां मक्के दी फेरी समय पहनिया कहा जाता है। गुरु तेग बहादुर जी भाई हीरा बाडी दे घर बिराजे सन। गोइंदवाल वापस आके ब्यासा पार करके सुल्तानपुर तो हुंदे होए आप जी मालवा देश जा विचरे। महिमा प्रकाश का कहना है कि गुरु जी ने लखी जंगल जाण दा मन बना लिया सी। उसदे 2 कारण दिते जांदे हन। एक तां सिखां दी शर्ता पूरी करनी सी अते दूजे जो कल है उठी सी उस समय दे नंगण नाल घट जावे। 2 कारण होर भी दर्शाउंदे हन। एक तां माझे देश विच दूजे तीजे चौथे पंजवें अते 6वें पातशाह ने आप प्रचार करके सिੱਖੀ दृढ़ करा दित्ती सी। दुआबे विच भी गुरु अर्जन जी आपूं जाके सिੱਖੀ लाग लगाउंदे रहे सन। मालवे वाल सिੱਖੀ प्रचार तां हुंदा रहा, पर महाराज आप जाके विचर नहीं सके।
ਮਾਲਵਾ ਦੇਸ਼ ਦੇ ਲੋਕੀ ਸਿੱਧੇ ਸਾਦੇ, ਦਿਲ ਦੇ ਚੰਗੇ ਅਤੇ ਸਾਫ਼ ਪ੍ਰਸਿੱਧ ਸਨ। ਇਹਨਾਂ ਨੂੰ ਗੁਰੂ ਘਰ ਨਾਲ ਜੋੜੀ ਰੱਖਣ ਲਈ ਗੁਰੂ ਜੀ ਨੇ ਦੌਰਾ ਕਰਨਾ ਜ਼ਰੂਰੀ ਸਮਝਿਆ। ਸ਼ਾਇਦ ਇਹ ਹੀ ਕਾਰਨ ਹੈ ਕਿ ਗੁਰੂ ਤੇਗ ਬਹਾਦਰ ਜੀ 3 ਵਾਰੀ ਇਸ ਮਾਲਵਾ ਦੇਸ਼ ਆਏ। ਉਹਨਾਂ ਦੇ ਚਰਨਾਂ ਨਾਲ ਪਾਵਨ ਹੋਏ ਸਭ ਤੋਂ ਵੱਧ ਗੁਰੂ ਅਸਥਾਨ ਮਾਲਵੇ ਵਿੱਚ ਹੀ ਹਨ। ਪਹਿਲਾ ਪ੍ਰਚਾਰ ਦੌਰਾ ਦਸੰਬਰ 1664 ਤੋਂ ਲੈ ਕੇ ਮਈ 1665 ਤੱਕ ਰਿਹਾ। ਫਿਰ ਜਦ ਆਪ ਜੀ ਨੇ ਪੂਰਬ ਦੇਸ਼ ਬਿਆਨ ਕੀਤੇ ਤਾਂ ਮਾਲਵੇ ਵਿੱਚ ਵਿਚਰਦੇ ਰਹੇ ਅਤੇ ਤੀਜੀ ਵਾਰ ਸੰਨ 1673 ਵਿੱਚ ਸਾਰੇ ਮਾਲਵੇ ਵਿੱਚ ਥਾਂ-ਥਾਂ ਜਾ ਕੇ ਤਕਰੀਬਨ 1 ਸਾਲ ਇਹ ਲੱਖੀ ਜੰਗਲ ਵਿੱਚ ਆਪ ਜੀ ਦੇ ਜੁਰਤ ਮਈ ਅਤੇ ਨਿਰਭੈਤਾ ਦੇ ਪ੍ਰਚਾਰ ਦਾ ਸਦਕਾ ਹੀ ਸੀ ਕਿ ਯੋਧੇ ਜਾਨਾਂ ਵਾਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਨਿਰੰਤਰ ਪੁੱਜਦੇ ਰਹੇ। ਚਮਕੌਰ ਦੀ ਗੜੀ ਤੋਂ ਸਿੱਧੇ ਗੁਰੂ ਗੋਬਿੰਦ ਸਿੰਘ ਜੀ ਲੱਖੀ ਜੰਗਲ ਹੀ ਪਧਾਰੇ ਸਨ। ਔਰੰਗਜ਼ੇਬ ਨੂੰ ਵੀ ਜ਼ਫਰਨਾਮਾ ਇਸੇ ਮਾਣ ਵਿੱਚ ਲਿਖਿਆ ਸੀ ਕਿ ਇੱਥੋਂ ਦੇ ਲੋਕ ਉਹਨਾਂ ਦੇ ਹੁਕਮ ਵਿੱਚ ਹਨ। ਇਹ ਸਭ ਗੁਰੂ ਤੇਗ ਬਹਾਦਰ ਜੀ ਦੇ ਪ੍ਰਚਾਰ ਦੌਰਿਆਂ ਦਾ ਹੀ ਸਦਕਾ ਸੀ। ਮਾਲਵਾ ਵਿੱਚ ਜਿੱਥੇ-ਜਿੱਥੇ ਸ਼ਰਧਾਵਾਨ ਸਿੱਖ ਯਾਦ ਕਰਦੇ ਗੁਰੂ ਤੇਗ ਬਹਾਦਰ ਜੀ ਪੁੱਜਦੇ ਅਤੇ ਗੁਰੂ ਸ਼ਬਦ ਨਾਲ ਜੋੜਦੇ, ਇਹਨਾਂ ਇਲਾਕਿਆਂ ਵਿੱਚ ਵੀ ਸਰਵਰੀਆਂ ਦਾ ਜ਼ੋਰ ਹੈ ਸੀ। ਇੰਨੀ ਸਿੱਖੀ ਫੈਲੀ ਅਤੇ ਸਿੱਖ ਬਣੇ ਕਿ ਗਿਣਤੀ ਕਰਨੀ ਔਖੀ ਹੋ ਗਈ। ਲੱਖੀ ਜੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਾਧੋ ਮਣਕਾ ਮਾਨ ਤਿਆਗੋ ਦਾ ਹੋਕਾ ਦੇ ਕੇ ਆਪ ਜੀ ਤਲਵੰਡੀ ਸਾਬੋ ਆਏ। ਉੱਥੇ ਆਪ ਜੀ ਇੱਕ ਟਿੱਬੇ ਹੇਠਾਂ ਆ ਬੈਠੇ ਅਤੇ ਦੀਵਾਨ ਸਜਾਇਆ। ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਆਪ ਜੀ ਉੱਚਾ ਟਿਕਾਣਾ ਕਰੋ ਤਾਂ ਆਪ ਜੀ ਨੇ ਸਹਿਜ ਸੁਭਾਅ ਵਚਨ ਕੀਤਾ ਕਿ ਉੱਥੇ ਉੱਚਾ ਟਿਕਾਣਾ ਕਰਨ ਵਾਲਾ ਵੀ ਆਏਗਾ। ਇਹ ਅਸਥਾਨ ਭਾਰਾ ਸਥਾਨ ਬਣੇਗਾ, ਬੜੀਆਂ ਬਖਸ਼ਿਸ਼ਾਂ ਹੋਣਗੀਆਂ। ਸੁੰਦਰ ਮੰਦਰ, 9 ਨੇਜੇ ਉੱਚਾ, ਸੁਨਹਿਰੀ ਕਲਸ ਵਾਲਾ ਥਾਂ ਹੋਵੇਗਾ। ਪੜਨ ਦਾ ਜ਼ਿਕਰ ਚੱਲਿਆ ਤਾਂ 9ਵੇਂ ਪਾਤਸ਼ਾਹ ਨੇ ਫਰਮਾਇਆ ਕਿ ਇਹ ਗੁਰੂ ਕੀ ਕਾਂਸ਼ੀ ਹੋਵੇਗੀ। ਉੱਥੇ ਆਪ ਜੀ ਇੱਕ ਪੁਰਾਣੇ ਤਲਾਬ ਦੇ ਕੰਢੇ ਪੁਰਾਣੀ ਬੇਰੀ ਹੇਠਾਂ ਜਾ ਬਿਰਾਜੇ। ਗੁਰੂ ਨਾਨਕ ਦੇਵ ਜੀ ਨੇ ਵੀ ਉੱਥੇ ਚਰਨ ਪਾਏ ਸਨ। ਆਪ ਜੀ ਨੇ ਤਲਾਬ ਦੀ ਕਾਰ ਕਢਵਾਉਣ ਦਾ ਹੁਕਮ ਦਿੱਤਾ ਅਤੇ ਸਭ ਤੋਂ ਪਹਿਲਾਂ ਆਪਣੇ ਪਾਵਨ ਦੁਸ਼ਾਲੇ ਵਿੱਚ ਕਾਰ ਕੱਢੀ। ਜਦ ਕਿਸੇ ਕਿਹਾ ਕਿ ਸ਼ਾਲ ਬੜੀ ਕੀਮਤੀ ਹੈ ਤਾਂ ਆਪ ਜੀ ਨੇ ਫਰਮਾਇਆ ਕਿ ਸਰੋਵਰ ਵੀ ਬੜਾ ਕੀਮਤੀ ਹੈ। ਦੇਖਦੇ ਹੀ ਦੇਖਦੇ ਤਲਾਬ ਸਰੋਵਰ ਬਣ ਗਿਆ। ਉੱਥੋਂ ਹੀ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਢਾਲਾਂ ਨਾਲ ਕਾਰ ਕੱਢੀ ਸੀ। ਲੰਗਰ ਵੀ ਆਪ ਜੀ ਨੇ ਲਗਾ ਦਿੱਤੇ। ਹੁਣ ਇਸ ਸਥਾਨ ਨੂੰ ਗੁਰਸਰ ਦਰਬਾਰ ਨੂੰ ਵਿਸ਼ਵਨਾਥ ਅਤੇ ਦੇਗ ਨੂੰ ਅੰਨਪੂਰਨਾ ਦੀ ਦੇਗ ਬੋਲਦੇ ਹਨ। ਇੱਥੇ ਆਪ ਜੀ ਨੂੰ ਸਾਬੋ ਦੀ ਔਲਾਦ ਭਾਈ ਡੱਲਾ ਵੀ ਮਿਲਿਆ ਸੀ। ਸਾਬੋ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰ ਖਾਣ ਅਤੇ ਵੰਡਣ ਦਾ ਉਪਦੇਸ਼ ਦਿੱਤਾ ਸੀ। ਲੋਕੀ ਉਸ ਨੂੰ ਚੋਰ ਮਾਰ ਕਹਿੰਦੇ ਸਨ, ਪਰ ਹੁਣ ਲੋਕ ਭਾਈ ਸਾਬੋ ਕਹਿੰਦੇ। ਇੱਥੇ ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ ਮਾਲਵਾ ਦੀ ਪਹਿਲੀ ਫੇਰੀ ਹੀ ਸੀ ਜਿਸ ਵਿੱਚ ਕਈ ਥਾਵਾਂ ਅਤੇ ਪਿੰਡ ਵਾਸੀਆਂ ਨੇ ਪੂਰਾ ਆਦਰ ਨਹੀਂ ਦਿੱਤਾ। ਜਦ ਅਜਮਤ ਬਖਸ਼ਿਸ਼ਾਂ ਅਤੇ ਵਡਿਆਈ ਦੀ ਦੋਹੀ ਫਿਰ ਗਈ ਤਾਂ ਸੰਗਤਾਂ ਨੇ ਆ ਕੇ ਭੁੱਲਾਂ ਬਖਸ਼ਾਈਆਂ। ਅਲੀ ਸ਼ੇਰ, ਧਰਮਕੋਟ ਜਾਂ ਗੋਬਿੰਦਪੁਰ ਦੀਆਂ ਸਾਖੀਆਂ ਮੇਰੇ ਜਾਂਚੇ ਇਸ ਪਹਿਲੇ ਦੌਰੇ ਦੀਆਂ ਲੱਗਦੀਆਂ ਹਨ। ਜਦ ਸੰਗਤਾਂ ਨੂੰ ਗਿਆਨ ਹੋ ਗਿਆ ਤਾਂ ਉਹਨਾਂ ਪਛਤਾਵੇ ਵੀ ਕੀਤੇ। ਸਾਬੋ ਦੀ ਤਲਵੰਡੀ ਦਮਦਮਾ ਸਾਹਿਬ 9 ਦਿਨ ਰਹਿ ਕੇ ਆਪ ਜੀ ਧਰਮੂ ਦੇ ਕੋਟ ਪੁੱਜੇ। ਸਾਰਾ ਇਲਾਕਾ ਦਰਸ਼ਨਾਂ ਨੂੰ ਆਇਆ। ਭਾਈ ਜਗਤਾ ਨਾਂ ਦੇ ਕਿਰਤੀ ਸਿੱਖ ਨੇ ਬੇਨਤੀ ਕੀਤੀ ਕਿ ਉਸ ਦੇ ਸਥਾਨ ਤੇ ਇੱਕ ਰਾਤ ਜ਼ਰੂਰ ਵਿਸ਼ਰਾਮ ਕਰੋ। ਮਹਾਰਾਜ ਜੀ ਉਸ ਦੇ ਘਰ ਜਾ ਕੇ ਟਿਕੇ ਹੀ ਸਨ ਕਿ ਕੁਝ ਧਾੜਵੀਆਂ ਨੇ ਗੁਰੂ ਜੀ ਦਾ ਘੋੜਾ ਰਾਤ ਨੂੰ ਚਰਾਉਣਾ ਚਾਹਿਆ। ਉਹਨਾਂ ਵਿੱਚੋਂ ਹੀ 2 ਨੇ ਜਦ 2 ਸ਼ੇਰਾਂ ਨੂੰ ਤਲਾਬ ਵਿੱਚੋਂ ਇਸ਼ਨਾਨ ਕਰਨ ਉਪਰੰਤ ਗੁਰੂ ਟਿਕਾਣੇ ਦੀ ਰਾਖੀ ਕਰਦੇ ਤੇ ਪਰਮਕਰਮਾ ਕਰਦੇ ਡਿੱਠਾ ਤਾਂ ਉਹ ਅਜਮਤ ਦੇਖ ਮੁੜ ਗਏ, ਪਰ ਦੂਜਿਆਂ ਨੇ ਚੁਰਾ ਹੀ ਲਿਆ। ਘੋੜਾ ਦੌੜਾ ਕਿ ਉਹ ਲੈ ਗਏ, ਪਰ ਡਰ ਪਿੱਛਾ ਨਾ ਛੱਡੇ। ਆਖਰ ਇੱਕ ਢਾਬ ਸੀਤਲਸਰ ਪਾਣੀ ਪੀਣ ਲਈ ਰੁਕੇ ਤਾਂ ਪਕੜੇ ਗਏ। ਮਹਾਰਾਜ ਦੇ ਹਜ਼ੂਰ ਪੇਸ਼ ਕੀਤਾ ਤਾਂ ਆਪ ਜੀ ਨੇ ਖਿਮਾ ਬਖਸ਼ੀ ਅਤੇ ਕਿਹਾ ਕਿ ਤੁਸੀਂ ਕੈਸੇ ਇਨਸਾਨ ਹੋ ਜੋ ਫਕੀਰਾਂ ਦੀਆਂ ਗੋਦੜੀਆਂ ਵੀ ਨਹੀਂ ਛੱਡਦੇ। ਉਹਨਾਂ ਧਾੜਵੀਆਂ ਵਿੱਚੋਂ ਇੱਕ ਨੂੰ ਇੰਨਾ ਪਛਤਾਵਾ ਲੱਗਾ ਕਿ ਜੰਡ ਦੀ ਇੱਕ ਟਾਹਣੀ ਲੈ ਕੇ ਉਸ ਨੂੰ ਤਿੱਖਾ ਕਰਕੇ ਸੰਗਤ ਸਾਹਮਣੇ ਹੀ ਪੇਟ ਵਿੱਚ ਖਵਾਉਣ ਲੱਗਾ ਤਾਂ ਮਹਾਰਾਜ ਨੇ ਵਰਜਿਆ ਤੇ ਫਰਮਾਇਆ ਕਿ ਪਛਤਾਵਾ ਹੀ ਅਸਲ ਸਜ਼ਾ ਹੈ। ਉਹ ਚਰਨੀ ਢੱਠਾ। ਜੰਡ ਹਰੀ ਹੋ ਗਈ। ਹੁਣ ਗੁਰਦੁਆਰਾ ਸੂਲੀ ਸਰ ਕਰਕੇ ਜਾਣੀ ਜਾਂਦੀ ਹੈ। ਦੂਜੇ ਨੇ ਕੰਡਿਆਲੀ ਸੇਜ ਕਰਕੇ ਜਾਣ ਦੇ ਦਿੱਤੀ। ਸੂਲੀ ਸਰ ਨੂੰ ਹੀ ਦਮਦਮਾ ਦੀ ਡਿਉੜੀ ਕਹਿੰਦੇ ਹਨ। ਜੋ ਦਮਦਮਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹਨ ਉਹ ਟਾਲਾ ਸਾਹਿਬ ਅਤੇ ਸੂਲੀ ਸਰ ਦੀ ਯਾਤਰਾ ਜ਼ਰੂਰ ਕਰਦੇ ਹਨ। ਬਰਾ ਪਿੰਡ ਨਿਵਾਸੀਆਂ ਦੇ ਪ੍ਰੇਮ ਦੇ ਖਿੱਚੇ ਗੁਰੂ ਜੀ ਪਿੰਡ ਸਹਾਰਨ ਅਤੇ ਜੋੜੀਆਂ ਛਪੜੀਆਂ ਤੋਂ ਹੁੰਦੇ ਉੱਥੇ ਗਏ।
ਉੱਥੇ ਇੱਕ ਦਿਨ ਟਿਕ ਕੇ ਆਪ ਜੀ ਬਛਵਾਨ ਚਰਨ ਪਾਏ ਸ਼ਬਦ ਦੀ ਟੇਕ ਦਾ ਉਪਦੇਸ਼ ਦਿੱਤਾ। ਬਛਵਾਨਾਂ ਤੋਂ ਗੋਬਿੰਦਪੁਰ ਜਾ ਟਿਕਾਣਾ ਕੀਤਾ। ਉੱਥੇ ਘੋੜਿਆਂ ਲਈ ਹਰਾ ਘਾਹ ਘਾਈਏ ਵੱਢਣ ਲੱਗੇ ਤਾਂ ਪਿੰਡ ਵਾਸੀਆਂ ਨੇ ਸੇਵਕ ਦੇ ਰੰਬੇ ਅਤੇ ਪੰਡਾਂ ਖੋਹ ਲਈਆਂ। ਮਨਮੁਖ ਜਾਣ ਗੁਰੂ ਜੀ ਅਗਲੇ ਪਿੰਡ ਸਿਗਰੇੜੀ ਜਾ ਟਿਕੇ। ਪਿੰਡ ਵਾਸੀਆਂ ਨੇ ਤਨੋ ਮਨੋ ਸੇਵਾ ਕੀਤੀ। ਮਹਾਰਾਜ ਦੇ ਸ਼ਾਂਤ ਚਿੱਤ ਖਿਮਾਸ਼ੀਲ ਸੁਭਾਅ ਦੀ ਸ਼ੋਭਾ ਲਾਗੇ ਚਾਗੇ ਫੈਲ ਗਈ। ਗੋਬਿੰਦਪੁਰ ਦੇ ਵਸਨੀਕਾਂ ਵੀ ਪਛਤਾਵਾ ਕੀਤਾ ਅਤੇ ਆਪਣੇ ਆਪ ਨੂੰ ਲਾਹਨਤਾਂ ਪਾਈਆਂ ਕਿ ਨਿਗੁਣੀ ਜਿਹੀ ਵਸਤ ਪਿੱਛੇ ਗੁਰੂ ਜੀ ਦੀ ਬਖਸ਼ਿਸ਼ ਨਾ ਲਈ। ਸਾਰੇ ਟੁਰ ਕੇ ਆਏ ਅਤੇ ਖਿਮਾ ਮੰਗੀ। ਪਿੰਡ ਵੱਲੋਂ 7 ਭੂਰੇ 2 ਘੜੇ ਘਿਓ ਅਤੇ 1 ਤੁਰੀ ਚੰਗੇਰੀ ਘੋੜੀ ਭੇਟ ਵਜੋਂ ਲੈ ਹਾਜ਼ਰ ਹੋਏ। ਗੁਰੂ ਜੀ ਨੇ ਆਪਣੇ ਸੁਭਾਅ ਅਨੁਸਾਰ ਖਿਮਾ ਬਖਸ਼ੀ ਅਤੇ ਪਿੰਡ ਨੂੰ ਸਗੋਂ ਬਖਸ਼ਿਸ਼ ਦੇ ਦਰ ਆ ਕੇ ਸੂਰਬੀਰ ਹੋਣ ਦਾ ਵਰ ਦਿੱਤਾ। ਇਹ ਵੀ ਫਰਮਾਇਆ ਕਿ ਬੜਾ ਬੋਲਣ ਵਾਲਾ ਖੋਲਾ ਹੋ ਜਾਂਦਾ ਹੈ। ਕੈਸੇ ਆਚਰਨ ਵਾਲੇ ਸਿੱਖ ਬਣ ਰਹੇ ਸਨ ਕਿ ਲੋਕਾਂ ਲਈ ਉਦਾਹਰਣ ਬਣ ਗਏ। ਅਕਬਰਪੁਰ ਖਡਾਲਾ ਦੇ ਰਹਿਣ ਵਾਲੇ ਭਾਈ ਗੁਲਾਬ ਸਿੰਘ ਜੀ ਦੀ ਸੁੰਦਰਤਾ ਅਤੇ ਉੱਥੋਂ ਦੇ ਹਾਕਮ ਨਵੀ ਬਖਸ਼ ਦੀ ਬੇਗਮ ਦਿਲ ਦੇ ਬੈਠੀ। ਸਿੱਖ ਆਚਰਨ ਦਾ ਪੱਕਾ ਰਿਹਾ। ਬੇਗਮ ਨੇ ਸਿੱਖ ਤੇ ਤੌਮਤ ਲਗਵਾ ਕੇ ਪਕੜਵਾ ਦਿੱਤਾ। ਹਾਕਮ ਨੇ ਸਿੱਖ ਨੂੰ ਤਸੀਹੇ ਦਿੱਤੇ ਤੇ ਚਾਕੂਆਂ ਦੀ ਸੇਜ ਵਿਛਾ ਕੇ ਤਹਿਖਾਨੇ ਵਿੱਚ ਬੰਦੀ ਪਾ ਦਿੱਤਾ। ਕਲਗੀਧਰ ਉਸ ਸਮੇਂ ਸਾਬੋ ਕੀ ਤਲਵੰਡੀ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆ ਕੇ ਸਿੱਖ ਨੂੰ ਬਚਾਇਆ ਅਤੇ ਆਪਣੇ ਘੋੜੇ ਤੇ ਆਪਣੀ ਹੀ ਇੱਕ ਰਕਾਬ ਵਿੱਚ ਉਸ ਦਾ ਪੈਰ ਪਾ ਨਾਲ ਲੈ ਗਏ। ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਗੋਬਿੰਦਪੁਰ ਆਏ ਸਨ। ਤਮਤਾਨ ਸਿੰਗਰੜੀ ਤੋਂ ਗਾਗਾ ਪੁੱਜ ਕੇ ਢਾਬ ਕਿਨਾਰੇ ਦੀਵਾਨ ਸਜਾਏ। ਫਿਰ ਗੁਰਨੇ ਲੇਹਲ ਕਲਾਂ ਅਤੇ ਮੂਣਕ ਪਿੰਡ ਨੂੰ ਤਾਰਦੇ, ਸ਼ਬਦ ਨਾਲ ਜੋੜਦੇ, ਸਿਮਰਨ ਦ੍ਰਿੜ ਕਰਵਾਉਂਦੇ, ਸੁਲਤਾਨਪੁਰੀਆਂ ਤੋਂ ਵਰਜਦੇ, ਪਕਰੋੜ ਅਤੇ ਘੱਗਰ ਨਦੀ ਦੇ ਪੱਤਣ ਨੂੰ ਪਾਰ ਕਰਕੇ ਆਪ ਜੀ ਤਮਤਾਨ ਪੁੱਜੇ। ਤਮਤਾਨ ਵੀ ਡੇਰਾ ਆਪ ਜੀ ਨੇ ਪੁਰਾਣੇ ਖਵਾਉਂਦੇ ਲਵ ਕੁਸ਼ ਦੇ ਤਲਾਬ ਤੇ ਕੰਢੇ ਲਾਇਆ। ਮਨੌਤ ਹੈ ਕਿ ਇਸ ਤਲਾਬ ਕਿਨਾਰੇ ਹੀ ਲਵ ਕੁਸ਼ ਭਰਾਵਾਂ ਨੇ ਆਪਣੇ ਪਿਤਾ ਸ਼੍ਰੀ ਰਾਮ ਚੰਦਰ ਜੀ ਦੀ ਭੇਜੀ ਫੌਜ ਦਾ ਟਾਕਰਾ ਕੀਤਾ ਸੀ ਅਤੇ ਭਾਂਜ ਪਾਈ ਸੀ। ਉੱਥੋਂ ਦਗੋ ਨਾਮ ਦੇ ਚੌਧਰੀ ਨੇ ਦੁੱਧ ਦੀ ਗਾਗਰ ਭੇਟਾ ਵਜੋਂ ਪੇਸ਼ ਕੀਤੀ ਤਾਂ ਮਹਾਰਾਜ ਨੇ ਫਰਮਾਇਆ ਕਿ ਇਹ ਸੰਗਤਾਂ ਦੇ ਕੰਮ ਦਾ ਦੁੱਧ ਨਹੀਂ ਹੈ, ਇਹ ਮੂੜੀ ਚਾੜ ਕੇ ਚੋਰੀ ਜ਼ਬਰਦਸਤੀ ਚੋਇਆ ਹੈ। ਦਗੋ ਤੇ ਉਸ ਦੇ ਸਾਥੀਆਂ ਨੇ ਖੇਵਾ ਮੰਗੀ ਅਤੇ ਆਪਣੀਆਂ ਮੱਝਾਂ ਦਾ ਤਾਜ਼ਾ ਦੁੱਧ ਚੁਆ ਕੇ ਸੰਗਤਾਂ ਨੂੰ ਛਕਾਇਆ। ਦਗੋ ਦੇ ਪਿੰਡ ਵਾਸੀ ਛੇੜੀਆਂ ਗਾਈਆਂ ਮੱਝਾਂ ਨੂੰ ਆਪਣੇ ਬਲ ਸਹਾਰੇ ਬਾਹਰ ਪਕੜ ਲੈਂਦੇ ਸਨ। ਜ਼ਬਰਦਸਤੀ ਬੰਨ੍ਹ ਕੇ ਵੱਛਿਆਂ ਦੇ ਕੁਰਲਾਉਂਦਿਆਂ ਦੁੱਧ ਚੋ ਲੈਂਦੇ ਸਨ। ਮਹਾਰਾਜ ਨੇ ਐਸੀ ਜ਼ਬਰਦਸਤੀ ਨਾਲ ਇਕੱਤਰਿਤ ਕੀਤੀ ਭੇਟਾ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਸੱਚ ਦਰੜਾਉਣ ਆਏ ਸਨ ਅਤੇ ਸਾਡੇ ਲਈ ਪੂਰਨੇ ਕੀ ਭੇਟਾ ਸੂਚੀ ਹੋਣੀ ਚਾਹੀਦੀ ਹੈ। ਗੁਰੂ ਪਾਤਸ਼ਾਹ ਨੇ ਸਭ ਨੂੰ ਉਪਦੇਸ਼ ਦਿੰਦੇ ਕਿਹਾ, ਸਦਾ ਚੇਤੇ ਰੱਖੋ, ਅਸੀਂ ਇੱਕ ਬਾਪੂ ਦੇ ਪੁੱਤਰ ਹਾਂ। ਜਦ ਤੱਕ ਪ੍ਰਭੂ ਨੂੰ ਪਿਤਾ ਸਮਾਨ ਨਹੀਂ ਜਾਣਦੇ ਤਦ ਤੱਕ ਇਹ ਯਕੀਨ ਨਹੀਂ ਬੱਝੇਗਾ ਕਿ ਉਹ ਸਾਡੀ ਬੇਨਤੀ ਸੁਣੇਗਾ। ਜੇ ਉਹ ਸਾਂਝਾ ਬਾਪ ਹਮਾਰਾ ਹੈ ਤਾਂ ਫਿਰ ਸਾਰੇ ਹੀ ਇੱਕ ਦੂਜੇ ਦੇ ਭਰਾ ਹਨ। ਕੀ ਇਹ ਸੋਭਦਾ ਹੈ ਕਿ ਆਪਣੇ ਹੀ ਭਰਾ ਦੀ ਵਸਤੂ ਤੇ ਹੱਥ ਪਾਈਏ? ਕੀ ਕੋਈ ਪ੍ਰਭੂ ਤੋਂ ਕੁਝ ਛੁਪਾ ਸਕਦਾ ਹੈ ਜੋ ਸਦਾ ਹਾਜ਼ਰ ਹੈ? ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੀ ਦਸ਼ਾ ਬਣ ਗਈ ਹੈ। ਲੋਭ ਈਰਖਾ ਅਤੇ ਜਬਰ ਦੀ ਜ਼ਿੰਦਗੀ ਕਦੀ ਕੁਝ ਸਵਾਰ ਨਹੀਂ ਸਕਦੀ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਗੁਰੂ ਨਾਨਕ ਦੇਵ ਜੀ ਨੇ ਦੱਸੀਆਂ ਹਨ। ਸਾਰਾ ਸੰਸਾਰ ਉਹਨਾਂ ਵਿੱਚ ਪੈ ਕੇ ਸੜ ਰਿਹਾ ਹੈ। ਬਚੇਗਾ ਉਹੀ ਜੋ ਸ਼ੁਭ ਕਰਮ ਕਰੇਗਾ। ਕਿਸੇ ਤੇ ਜ਼ਬਰ ਨਾ ਕਰੋ, ਇਹ ਹੀ ਰਾਹ ਹੈ ਪਤ ਸੇਤੀ ਘਰ ਜਾਣ ਦਾ। ਸਭ ਨੇ ਚਰਨ ਪਕੜ ਲਈ, ਖਿਮਾ ਮੰਗੀ। ਦਗੋ ਗੁਰੂ ਜੀ ਨੂੰ ਆਪਣੀ ਹਵੇਲੀ ਲੈ ਗਿਆ ਅਤੇ ਨਿਮਰਤਾ ਧਾਰ ਸੇਵਾ ਕੀਤੀ। ਤਮਤਾਨ ਹੀ ਵਿਸਾਖੀ ਮਨਾਉਣ ਦਾ ਵਿਚਾਰ ਗੁਰੂ ਜੀ ਨੇ ਕੀਤਾ ਅਤੇ ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਨੂੰ ਆਉਣ ਲੱਗੀਆਂ। ਪਿਛਲੇ ਸਾਰੇ ਸਫ਼ਰ ਵਿੱਚ ਭਾਈ ਰਾਮਦੇਵ ਨਾਮ ਦਾ ਇੱਕ ਸਿੱਖ ਦਿਨ ਰਾਤ ਦੀ ਪਰਵਾਹ ਨਾ ਕਰਦੇ ਸੇਵਾ ਕਰ ਰਿਹਾ ਸੀ। ਖਾਸ ਕਰ ਜਲ ਢੋਣ, ਛਿੜਕਾਉਣ ਅਤੇ ਪਿਆਉਣ ਦੀ ਸੇਵਾ ਬਹੁਤ ਕਰਦਾ ਸੀ। ਇੰਨੀ ਸੇਵਾ ਕਰਦਾ ਸੀ ਕਿ ਕਦੀ ਕਿਸੇ ਨੇ ਉਸ ਨੂੰ ਸਿਰ ਤੋਂ ਇਹਨੂੰ ਉਤਾਰਿਆ ਨਹੀਂ ਸੀ ਡਿੱਠਾ। ਕਿਸੇ ਪਾਸੇ ਪਾਣੀ ਦੀ ਥੁੜ ਨਹੀਂ ਸੀ ਰਹਿਣ ਦਿੰਦਾ। ਇੰਨਾ ਚੋਖਾ ਛਿੜਕਾਉ ਕਰ ਦਿੰਦਾ ਸੀ ਕਿ ਮਹਾਰਾਜ ਨੇ ਇੱਕ ਦਿਨ ਬਖਸ਼ਿਸ਼ਾਂ ਦੇ ਘਰ ਆ ਕੇ ਫਰਮਾਇਆ ਕਿ ਤੂੰ ਤਾਂ ਮੀਂਹ ਹੀ ਵਰਸਾ ਦਿੰਦਾ ਹੈ। ਉਸ ਦਾ ਨਾਂ ਹੀ ਮੀਂਹ ਸਾਹਿਬ ਹੋ ਗਿਆ। ਮਹਾਰਾਜ ਨੇ ਆਪਣੇ ਹੱਥੀਂ ਉਸ ਦਾ ਇੰਨੂ ਉਤਾਰਿਆ, ਗਾਗਰਾਂ ਦੇ ਭਾਰ ਨਾਲ ਪਏ ਜ਼ਖਮ ਸਾਫ਼ ਕੀਤੇ ਅਤੇ ਬਖਸ਼ਿਸ਼ ਉਸ ਨੂੰ ਬਖਸ਼ੀ। ਉਸ ਨੂੰ ਇੱਕ ਨਗਾਰਾ, ਝੰਡਾ, ਸੇਲੀ ਅਤੇ ਇੱਕ ਬੇਲ ਦੱਖਣੀ ਦੇ ਕੇ ਹੁਕਮ ਕੀਤਾ ਕਿ ਨਗਾਰੇ ਨੂੰ ਬੈਲ ਤੇ ਰੱਖ ਕੇ ਪਿੰਡ ਪਿੰਡ ਹੁਣ ਨਾਮ ਵੰਡੋ ਤੇ ਸੰਗਤਾਂ ਨੂੰ ਸੇਵਾ ਦੀ ਮਹੱਤਤਾ ਦ੍ਰਿੜ ਕਰਾਓ।
ਭਾਈ ਮੀਂਹ ਦੀ ਬਖਸ਼ਿਸ਼ ਨੇ ਸਿੱਖੀ ਦੇ ਛੱਟੇ ਦੂਰ ਦੂਰ ਤੱਕ ਮਾਰੇ। ਇਨ੍ਹਾਂ ਹੀ ਪੂਰਬ ਦੇਸ਼ਾਂ ਵਿੱਚ ਜਾ ਕੇ ਗੁਰੂ ਸ਼ਬਦ ਦਾ ਪ੍ਰਚਾਰ ਕੀਤਾ। ਗੁਰੂ ਤੇਗ ਬਹਾਦਰ ਜੀ ਦੇ ਆਉਣ ਤੋਂ ਪਹਿਲਾਂ ਜ਼ਮੀਨ ਤਿਆਰ ਕੀਤੀ, ਖਾਸ ਕਰ ਮੁਰਾਦਾਬਾਦ, ਲਖਨਊ, ਬਾਰਾਬੱਕੀ, ਨਵਾਬਗੰਜ ਥਾਵਾਂ ਤੇ ਸਿੱਖੀ ਦੇ ਅਸੂਲ ਦ੍ਰਿੜ ਕਰਾਏ। ਗੁਰੂ ਤੇਗ ਬਹਾਦਰ ਜੀ ਉਚੇਚੇ ਤੌਰ ਤੇ ਇਹਨਾਂ ਥਾਵਾਂ ਉੱਤੇ ਗਏ। ਮੀਂਹ ਸਾਹਿਬ ਦੀ ਚੜ੍ਹਾਈ ਕਰਨ ਪਿੱਛੋਂ ਉਹਨਾਂ ਦੇ ਪੁੱਤਰ ਲਖਮੀਰ ਅਤੇ ਮਗਣੀ ਰਾਮ ਨੇ ਸਿੱਖੀ ਪ੍ਰਚਾਰ ਦਾ ਨਗਾਰਾ ਉਸੇ ਤਰ੍ਹਾਂ ਵਜਾਈ ਰੱਖਿਆ। ਧਮਧਾਨ ਸਾਹਿਬ ਮਾਲਵੇ ਦਾ ਇੱਕ ਪ੍ਰਸਿੱਧ ਗੁਰੂ ਅਸਥਾਨ ਵੀ ਬਣ ਗਿਆ। ਗੁਰੂ ਤੇਗ ਬਹਾਦਰ ਜੀ ਹਰ ਪ੍ਰਚਾਰ ਦੌਰੇ ਸਮੇਂ ਧਮਧਾਨ ਸਾਹਿਬ ਆਏ। ਪਹਿਲੀ ਵਾਰੀ ਜਦ ਦਿੱਲੀ ਬੁਲਾਏ ਗਏ ਤਾਂ ਆਪ ਜੀ ਧਮਧਾਨ ਹੀ ਸਨ। ਧਮਧਾਨ ਸਾਹਿਬ ਵਿੱਚ ਉਸ ਕਿਰਪਾਨ ਦੇ ਵੀ ਦਰਸ਼ਨ ਹੁੰਦੇ ਹਨ, ਜਿਸ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗਾਤਰੇ ਵਿੱਚੋਂ ਉਤਾਰ ਕੇ ਬਾਬਾ ਬੰਦਾ ਸਿੰਘ ਜੀ ਨੂੰ ਦੇਣਾ ਚਾਹਿਆ ਸੀ, ਪਰ ਖਾਲਸੇ ਨੇ ਪੰਥ ਦਾ ਹੱਕ ਹੈ ਆਖ ਕੇ ਨਹੀਂ ਦੇਣ ਦਿੱਤੀ ਸੀ। 2250 ਵਿਗੇ ਜ਼ਮੀਨ ਵੀ ਇਸ ਗੁਰਦੁਆਰੇ ਨਾਲ ਹੈ। ਗੁਰੂ ਹਰਗੋਬਿੰਦ ਜੀ ਨੇ ਕਿਰਤਪੁਰ ਟਿਕ ਕੇ ਸਿੱਖੀ ਪ੍ਰਚਾਰ ਵੱਲ ਉਚੇਚਾ ਧਿਆਨ ਦਿੱਤਾ ਸੀ ਅਤੇ ਬਾਬਾ ਗੁਰਦਿੱਤਾ ਜੀ ਨੂੰ ਜਦ ਬਾਬਾ ਸ਼੍ਰੀ ਚੰਦ ਜੀ ਦੀ ਝੋਲੀ ਵਿੱਚ ਪਾਇਆ ਸੀ ਤਾਂ 1 ਸਦੀ ਦੀ ਕੁੜੱਤਣ ਮੁੱਕ ਗਈ ਸੀ। ਉਦਾਸੀ ਮਹਾਤਾਵਾਂ ਨੇ ਸਿੱਖੀ ਆਦਰਸ਼ ਦ੍ਰਿੜਾਉਣ ਦਾ ਕਾਰਜ ਆਪਣੇ ਜਿੰਮੇ ਲੈ ਲਿਆ ਸੀ ਅਤੇ ਬਾਬਾ ਗੁਰਦਿੱਤਾ ਜੀ ਦੀ ਅਗਵਾਈ ਹੇਠਾਂ ਖੂਬ ਜਥੇਬੰਦ ਵੀ ਹੋ ਗਿਆ ਸੀ। 10 ਵੱਡੀਆਂ ਸ਼੍ਰੇਣੀਆਂ ਉਦਾਸੀ ਸੰਪਰਦਾਵਾਂ ਦੀਆਂ ਪ੍ਰਸਿੱਧ ਹਨ, ਜਿਨ੍ਹਾਂ ਵਿੱਚੋਂ 4 ਨੂੰ ਧੂਏ ਅਤੇ 6 ਨੂੰ ਬਖਸ਼ਿਸ਼ਾਂ ਕਰਕੇ ਜਾਣਿਆ ਜਾਂਦਾ ਹੈ। 4 ਹੀ ਧੂਆਂ ਦੇ ਮੁਖੀ ਬਾਲੂ ਹਸਨਾ ਜੀ, ਸ਼੍ਰੀ ਅਲਮਸਤ ਜੀ, ਬਾਬਾ ਫੂਲ ਜੀ, ਬਾਬਾ ਗੋਇੰਦ ਜੀ ਦੇਵਨੇਤ ਨਾਲ ਕਸ਼ਮੀਰ ਅਤੇ ਸ਼੍ਰੀਨਗਰ ਦੇ ਹੀ ਸਨ ਅਤੇ ਉਹਨਾਂ ਹਿੰਦੁਸਤਾਨ ਦੀ ਹਰ ਨੁੱਕਰ ਅਤੇ ਬਾਹਰ ਸਿੱਖੀ ਨਿਸ਼ਾਨ ਝੁਲਾਇਆ। ਗੁਰੂ ਉਦਾਸੀਨ ਦੱਤ ਦਰਪਣ ਦੇ ਪੰਨਾ 14 ਤੇ ਲਿਖਿਆ ਹੈ, ਸਨਕਾਦਿਕ ਚਾਰੋਂ ਅਵਤਾਰਾ श्रीनगर कश्मीर मोतारा, श्री अलमस्त और बालू हसना, गौड़ बिपर सुत जानो जसना, गोंद फूल खत्री सुत जानो श्रीनगर को शाह बखानो। 6 बख्शिशां भाई भगत भगवान जी दी, भाई सुथरे शाह दी, भाई संगत साहिब दी, भाई मीहा साहिब जी दी, भाई बखत मल जी दी ਅਤੇ ਭਾਈ ਜੀਤ ਮੱਲ ਦੀ ਵੱਖ-ਵੱਖ ਗੁਰੂ ਸਾਹਿਬ ਦੇ ਸਮੇਂ ਹੋਂਦ ਵਿੱਚ ਆਈਆਂ ਤੇ ਪ੍ਰਚਲਿਤ ਹੋਈਆਂ। ਭਗਤ ਭਗਵਾਨ ਨੂੰ ਬਖਸ਼ਿਸ਼ ਗੁਰੂ ਹਰਰਾਏ ਸਾਹਿਬ ਜੀ ਨੇ ਕੀਤੀ ਸੀ ਅਤੇ ਪੂਰਵ ਦੇਸ਼ ਉਪਦੇਸ਼ ਕਰਨ ਦੀ ਆਗਿਆ ਕੀਤੀ ਸੀ। ਇਹ ਬੋਧ ਗਇਆ ਦੇ ਜੰਪਲ ਕਹੇ ਜਾਂਦੇ ਹਨ। ਪੂਰਬੀ ਭਾਰਤ ਵਿੱਚ ਭਗਤ ਭਗਵਾਨ ਜੀ ਦੀ ਬਖਸ਼ ਦੇ 308 ਡੇਰੇ ਬਣੇ ਹੋਏ ਹਨ। ਦੂਜੀ ਬਖਸ਼ ਜੋ ਸੁਥਰੇ ਸ਼ਾਹ ਦੀ ਹੈ, ਗੁਰੂ ਹਰਗੋਬਿੰਦ ਜੀ ਦੀ ਬਖਸ਼ਿਸ਼ ਨਾਲ ਹੋਂਦ ਵਿੱਚ ਆਈ ਸੀ। ਗੁਰੂ ਹਰਗੋਬਿੰਦ ਜੀ ਜਦ ਕਸ਼ਮੀਰ ਜਾਂਦੇ ਬਾਰਾਮੂਲਾ ਪਧਾਰੇ ਸਨ ਤਾਂ ਇੱਕ ਬਾਲਕ ਨੂੰ ਰਾਹ ਵਿੱਚ ਪਿਆ ਦੇਖ ਫਰਮਾਇਆ ਸੀ ਕਿ ਹਾਂ ਸੁਥਰਾ ਬਾਲ ਪਿਆ ਹੈ, ਚੁੱਕ ਕੇ ਸਾਂਭੋ ਅਤੇ ਪਾਲਣ ਦਾ ਪ੍ਰਬੰਧ ਕਰੋ। ਇਹ ਹੀ ਬਾਲਕ ਵੱਡਾ ਹੋ ਕੇ ਸੁਥਰੇ ਸ਼ਾਹ ਬਣਿਆ ਤਾਂ ਫਿਰ ਇਹਨਾਂ ਦੀ ਸੰਸਥਾ ਸੁਥਰੇ ਸ਼ਾਹ ਦੀ ਬਖਸ਼ ਕਰਕੇ ਪ੍ਰਸਿੱਧ ਹੋਈ। ਆਪ ਜੀ ਨੇ ਵੱਡੇ ਹੋ ਕੇ ਕੌਤਕੀ ਅਤੇ ਵਿਲਾਸੀ ਢੰਗ ਨਾਲ ਪ੍ਰਚਾਰ ਕੀਤਾ ਅਤੇ ਆਖੇ ਬਚਨ ਸਤ ਹੁੰਦੇ ਬੜੇ ਖੁੱਲੇ ਡੁੱਲੇ ਸ਼ਬਦ ਵਿੱਚ ਸਿੱਖੀ ਸਿਧਾਂਤ ਸਮਝਾਉਂਦੇ ਸਨ। ਕਈ ਮੂੰਹ ਚੜੇ ਵਾਕ ਵੀ ਉਹਨਾਂ ਦੇ ਪ੍ਰਚਲਿਤ ਹੋ ਗਏ। ਜਿਵੇਂ ਸਦਾ ਫਲਾਉਣੀ ਵਿੱਚ ਆ ਕੇ ਹੀ ਜੋ ਕਾਰਜ ਕਰਦੇ ਸਨ ਉਹਨਾਂ ਨੂੰ ਹਿਊਮੇ ਤੱਜਣ ਲਈ ਕੈਸੀ ਚੋਟ ਮਾਰੀ ਹੈ। ਸ਼ਾਬਾਸ਼ ਪੱਟੇ, ਸ਼ਾਬਾਸ਼ ਮੁੱਠੇ, ਸ਼ਾਬਾਸ਼ ਲੀਤੇ ਲੁੱਟ, ਸ਼ਾਬਾਸ਼ ਤਾਂ ਮਾਰਿਆ ਸੁਥਰਿਆ, ਕਹੀਂ ਨਾ ਲਈ ਸੇ ਝੱਟ। ਗੁਰੂ ਹਰਗੋਬਿੰਦ ਜੀ ਸੰਬੰਧੀ ਬਹੁਤ ਸੋਹਣੀ 8 ਪੌੜੀਆਂ ਦੀ ਵਾਰ ਵੀ ਉਹਨਾਂ ਲਿਖੀ। ਇੱਕ ਪੌੜੀ ਦੇ ਸ਼ਬਦ ਹਨ, ਉਹ ਚਾਕਰ ਵੱਡੀ ਠੌਹਰ ਦਾ ਕਰਨੀ ਹੈ ਪੂਰਾ, ਘੋੜਾ ਉਸਦਾ ਲੱਖ ਦਾ ਹਥਿਆਰੀ ਸੂਰਾ, ਘਾਉ ਨਾ ਖਾਏ ਮਗਰ ਵਿੱਚ ਸਣਮੁਖ ਮਗਰੂਰਾ, ਖਵਈਆਂ ਸਾੜੇ ਦੁੱਧ ਦਾ ਕਦੇ ਖਾਏ ਨਾ ਕੂਰਾ, ਸਭੇ ਗੱਲਾਂ ਊਣੀਆਂ ਨਉ ਤੇਰਾ ਪੂਰਾ। ਇਸ ਬਖਸ਼ ਨੇ ਬਹੁਤ ਪ੍ਰਚਾਰ ਪੱਛਮੀ ਪੰਜਾਬ, ਸਿੰਧ, ਅਫਗਾਨਿਸਤਾਨ ਆਦਿ ਦੇਸ਼ਾਂ ਵਿੱਚ ਕੀਤਾ। ਤੀਜੀ ਬਖਸ਼ ਸੰਗਤ ਸਾਹਿਬ ਦੀ ਸਾਹਿਬ ਗੁਰੂ ਹਰਰਾਏ ਜੀ ਦੀ ਥਾਪੀ ਹੋਈ ਹੈ। ਆਪ ਜੀ ਨੇ ਹੀ ਫੇਰੂ ਦੇ ਸਿੱਖ ਹੋਣ ਦਾ ਬਚਨ ਕੀਤਾ ਸੀ। ਫੇਰੂ ਜੀ ਕਿਰਤ ਵੀ ਕਰਦੇ ਸਨ ਅਤੇ ਸੇਵਾ ਵਿੱਚ ਜੁਟੇ ਰਹਿੰਦੇ ਸਨ। ਇੱਕ ਵਾਰੀ ਜਦ ਇੱਕ ਸਿੱਖ ਨੇ ਕਵੇਲੇ ਆਉਣ ਤੇ ਕੇਵਲ ਮਿੱਸੀ ਰੋਟੀ ਹੀ ਦਿੱਤੀ ਤਾਂ ਉਸ ਕਹਿ ਦਿੱਤਾ ਕਿ ਹੇ ਫੇਰੂ ਲੰਗਰ ਕਾਣਾ ਕੀਆ, ਖਾਏ ਪ੍ਰਸ਼ਾਦ ਮੈਂ ਤ੍ਰਿਪਤ ਨ ਥੀਆਂ। ਤਾਂ ਭਾਈ ਸਾਹਿਬ ਨੇ ਉਸ ਸਿੱਖ ਨੂੰ ਹੱਥ ਜੋੜ ਕੇ ਕਿਹਾ ਸੀ, ਮਮ ਏਕ ਆਖ ਕਾਣੀ ਕਰੋ, ਗੁਰੂ ਲੰਗਰ ਰੱਖੋ ਬਹਾਲ। ਉਸ ਦੀ ਇੱਕ ਅੱਖ ਖਰਾਬ ਹੋ ਗਈ ਪਰ ਲੰਗਰ ਨੂੰ ਆਂਚ ਨਾ ਆਉਣ ਦਿੱਤੀ। ਉਸ ਦੇ ਸੇਵਾ
पालन तो खुश हो के गुरु हर राय जी ने गुरबाणी की पोथी माला ते मजीठी चोला बख्शिया ते फरमाया सी, मम खीसा खर्चे कर तेरा, भाव जेब साडी अते हथ तुहाडा है, निसंग हो के खर्च खवाओ। गुरु तेग बहादुर जी ने इन्हां दी करनी देख ही फरमाया सी, भाई फेरू तेरी सच्ची दाड़ी, भाई फेरू तेरी सेवा गाड़ी, भाई फेरू तेरी करनी सारी, भाई फेरू जग तोहला भारी, भाई फेरू तेरे तो सतगुर बलिहारी। गुरु गोबिंद सिंह जी ने भी इन्हां दी निष्कामता ते खुश हो के अब तो खीसा भी होए तोहू फरमाया सी। इन्हां दियां रचनावां भी प्रचलित हन। इस बख्श ने बहुता प्रचार माझे विच कीता। चौथी बख्श भाई मीहा जी दी है, जो गुरु तेग बहादुर जी दी साजी सवारी है। भाई नंद लाल जी नूं गुरु हरगोबिंद जी ने सोहणे दा खिताब बख्शिया सी ਅਤੇ ਉਸ ਦੇ ਹੀ ਵੱਡੇ ਪੁੱਤਰ ਰਾਮ ਦੇਵ ਜੀ ਸਨ, ਜਿਨ੍ਹਾਂ ਦੀ ਅਣਥੱਕ ਸੇਵਾ ਦੇਖ ਗੁਰੂ ਤੇਗ ਬਹਾਦਰ ਜੀ ਨੇ ਮੀਂਹ ਸਾਹਿਬ ਦਾ ਵਰ ਦਿੱਤਾ ਸੀ। ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਦੇ ਪਾਣੀ ਪਿਲਾਉਣ, ਛੜਕਾਉਣ ਅਤੇ ਇਸ਼ਨਾਨ ਕਰਾਉਣ ਦੀ ਸੇਵਾ ਤੇ ਹੀ ਰੀਝ ਫਰਮਾਇਆ ਸੀ, ਭਾਈ ਰਾਮ ਦੇਵਾ ਤੂੰ ਤਾਂ ਸੱਚਮੁੱਚ ਦਾ ਮੀਂਹ ਵਰਸਾ ਦਿੱਤਾ, ਸੋ ਅੱਜ ਤੋਂ ਤੂੰ ਸਾਡਾ ਮੀਂਹਾਂ ਹੀ ਹੋਇਆ। ਹੁਣ ਤੂੰ ਨਾਮ ਬਾਣੀ ਦੇ ਅੰਮ੍ਰਿਤ ਦੀ ਵਰਖਾ ਵੀ ਕੀਤਾ ਕਰ। ਮਹਿਮਾ ਪ੍ਰਕਾਸ਼ ਅਨੁਸਾਰ ਇੱਕ ਦੱਖਣੀ ਬੈਲ ਵੀ ਦਿੱਤਾ ਅਤੇ ਤਿਸ ਨੂੰ ਦੀਆਂ ਨਗਾਰਾ ਨਾਮ ਕਾ ਝੰਡਾ ਗੁਰ ਸ਼ਬਦ ਪ੍ਰਮਾਣਾ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਇੱਕ ਵਾਰੀ ਭਾਈ ਮੀਹਾ ਜੀ ਨਗਾਰਾ ਵਜਾਉਂਦੇ ਹੀ ਚਲੇ ਗਏ। ਮਹਾਰਾਜ ਨੇ ਨਗਾਰਾ, ਬੈਲ ਅਤੇ ਝੰਡਾ ਖੋਹਣ ਦਾ ਹੁਕਮ ਦਿੱਤਾ। ਆਪ ਜੀ ਨੇ ਰਤਾ ਵੀ ਮੱਥੇ ਤੇ ਵੱਟ ਨਾ ਪਾਇਆ। ਸਗੋਂ ਜਦ ਮਹਾਰਾਜ ਨੇ ਪੁੱਛਿਆ ਕਿ ਕਿੱਥੇ ਹੈ ਨਗਾਰਾ, ਝੰਡਾ ਤੇ ਬੈਲ ਦੱਖਣੀ, ਤਾਂ ਆਪ ਜੀ ਨੇ ਨਿਮਰਤਾ ਸਾਹਿਤ ਕਿਹਾ, ਸੱਚੇ ਪਾਤਸ਼ਾਹ ਤੁਸਾਂ ਬਖਸ਼ੇ ਸਨ, ਤੁਸਾਂ ਆਪ ਹੀ ਵਾਪਸ ਲੈ ਲਏ। ਦਾਤੇ ਨੇ ਆਪਣੀ ਵਸਤ ਸਾਂਭ ਲਈ, ਸੇਵਕ ਨੂੰ ਤਾਂ ਰਜਾ ਵਿੱਚ ਹੀ ਰਹਿਣਾ ਬਣਦਾ ਹੈ। ਦਸ਼ਮੇਸ਼ ਪਿਤਾ ਨੇ ਨਾ ਸਿਰਫ ਨਗਾਰਾ ਅਤੇ ਨਿਸ਼ਾਨ ਸਾਹਿਬ ਵਾਪਸ ਕੀਤੇ, ਸਗੋਂ ਇੱਕ ਸ਼੍ਰੀ ਸਾਹਿਬ, ਇੱਕ ਬੀੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਤੇ ਆਪਣੇ ਸੀਸ ਪਰ ਸਜਾਏ ਦਸਤਾਰੇ ਨਾਲੋਂ ਲਾ ਕੇ ਅੱਧਾ ਦਸਤਾਰਾ ਵੀ ਬਖਸ਼ਿਆ। ਨਾਲੇ ਮੀਹਾ ਨਾਮ ਤੇ ਸਾਹਿਬ ਖਿਤਾਬ ਵਧਾਇਆ। ਇਸ ਬਖਸ਼ ਨੇ ਮਾਲਵਾ ਦੁਆਬਾ ਵਿੱਚ ਵਿਚਰ ਕੇ ਸਿੱਖੀ ਦੇ ਝੰਡੇ ਝੁਲਾਏ। ਪੰਜਵੀਂ ਬਖਸ਼ ਬਖਤ ਮੱਲੀਏ ਵੀ ਗੁਰੂ ਹਰ ਰਾਏ ਪਾਤਸ਼ਾਹੀ ਦੀ ਥਾਪੀ ਹੋਈ ਹੈ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਸੋਧਿਆ ਤਾਂ ਬਖਤ ਮੱਲ ਜੀ ਮਹਿਲਾਂ ਵਿੱਚ ਜਾ ਵੜੇ ਅਤੇ ਵੀਣੀਆਂ ਵਿੱਚ ਚੂੜੀਆਂ ਅਤੇ ਨੱਕ ਪਾ ਲਈ। ਮਹਾਰਾਜ ਨੇ ਬਖਸ਼ ਦਿੱਤੇ। ਇਸ ਬਖਸ਼ ਨੇ ਕਾਬਲ, ਬਹਾਵਲਪੁਰ ਅਤੇ ਸਿੰਧ ਵਿੱਚ ਸਿੱਖੀ ਪ੍ਰਚਾਰ ਕੀਤਾ। ਛੇਵੀਂ ਬਖਸ਼ ਜੀਤ ਮੱਲੀਏ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੀ ਸੀ। ਜਦ ਮਸੰਦਾਂ ਨੂੰ ਆਨੰਦਪੁਰ ਸੱਦਿਆ ਗਿਆ ਤਾਂ ਜੀਤ ਮੱਲੀਆ ਵਿਰੁੱਧ ਕੋਈ ਸ਼ਿਕਾਇਤ ਨਾ ਨਿਕਲੀ। ਉਹ ਗੁਰਮਤਿ ਦੇ ਸੱਚੇ ਪ੍ਰਚਾਰਕ ਸਨ। ਇਸੇ ਗੁਰਮਤਾਈ ਕਾਰਨ ਹੀ ਮਹਾਰਾਜ ਨੇ ਇਹਨਾਂ ਨੂੰ ਪ੍ਰਚਾਰ ਕਰਨ ਦੇ ਅਧਿਕਾਰ ਬਖਸ਼ੇ। ਇਹਨਾਂ ਦਾ ਪ੍ਰਚਾਰ ਖੇਤਰ ਫਤਿਹਪੁਰ ਸੀ। ਅੱਜ ਅਸੀਂ ਇਤ ਜਿਨ ਕਰੀ ਜੀਵਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿਤਾਬ ਦੇ 67 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।